ਹੈਲੋ ਗਾਇਸ, ਵੈਲਕਮ ਹੈ ਇਕਨੋਮੀ ਕਲਾਸ 'ਚ ਬੱਚੇ। ਅੱਜ ਸੈਸ਼ਨ 14th ਕਰਾਂਗੇ ਆਪਾਂ। ਤੇ ਇਸ ਦੇ ਨਾਲ ਹੀ ਬੱਚੇ ਆਪਾਂ ਨਵਾਂ ਪਿਲਰ ਸਟਾਰਟ ਕਰ ਰਹੇ ਹਾਂ ਜੀਡੀਪੀ ਵਾਲਾ, ਗ੍ਰੋਸ ਡੋਮੈਸਟਿਕ ਪ੍ਰੋਡਕਟ। ਠੀਕ ਹੈ, ਇਹਦੇ ਵਿੱਚ ਦੇਖਾਂਗੇ ਆਪਾਂ ਜੀਡੀਪੀ ਦੇ ਕਿਵੇਂ ਕਿਵੇਂ ਦੇਖਦੇ ਆਪਾਂ। ਤਾਂ ਪੰਜਵਾਂ ਪਿਲਰ ਹੈ ਬੱਚੇ ਜੀਡੀਪੀ ਦਾ। ਸਭ ਤੋਂ ਪਹਿਲਾਂ ਤਾਂ ਕੈਲਕੂਲੇਸ਼ਨ ਕਿਵੇਂ ਕਰਦੇ ਆਪਾਂ, ਜੀਡੀਪੀ ਦੀ ਡੈਫੀਨੇਸ਼ਨ ਕੀ ਹੈ, ਜੀਡੀਪੀ ਨੂੰ ਕੈਲਕੂਲੇਟ ਕਿਵੇਂ ਕਰਦੇ ਆਪਾਂ, ਆਪਣਾ ਵਰਲਡ ਦੇ ਵਿੱਚ ਰੈਂਕਿੰਗ ਕੀ ਹੈਗੀ ਹੈ ਦੀ ਇੰਡੀਆ ਦੀ, ਆਪਣੀ ਇੰਡੀਆ ਕਿੰਨਵੇਂ ਨੰਬਰ 'ਤੇ ਆਉਂਦਾ ਜੀਡੀਪੀ ਦੇ ਟਰਮ ਦੇ ਵਿੱਚ, ਠੀਕ ਹੈ, ਦੁਨੀਆ ਦੇ ਵਿੱਚ। ਤਾਂ ਕਿਹੜੀ ਆਰਗੇਨਾਈਜੇਸ਼ਨ ਇਸ ਦੀ ਜੀਡੀਪੀ ਦੀ ਕੈਲਕੂਲੇਸ਼ਨ ਕਰਦੀ ਹੈ, ਇੱਕ ਪ੍ਰੋਪਰ ਸੰਸਥਾ ਬਣੀ ਹੋਈ ਹੈ, ਪ੍ਰੋਪਰ ਇੰਸਟੀਟਿਊਸ਼ਨ ਬਣਿਆ ਹੋਇਆ ਹੈਗਾ, ਇੱਕ ਆਰਗੇਨਾਈਜੇਸ਼ਨ ਹੈਗੀ ਹੈ ਜਿਹੜੀ ਕਿ ਪ੍ਰੋਪਰ ਇਸ ਜੀਡੀਪੀ ਦੀ ਕੈਲਕੂਲੇਸ਼ਨ ਦੇ ਵਿੱਚ ਪਾਰਟੀਸਪੇਟ ਕਰਦੀ ਹੈ। ਠੀਕ ਹੈ, ਡਿਫਰੈਂਟ ਸੈਕਟਰਸ ਦਾ ਬਟ ਕੰਟਰੀਬਿਊਸ਼ਨ ਕੀ ਹੈ, ਐਗਰੀਕਲਚਰ ਦਾ ਜੀਡੀਪੀ ਦੇ ਵਿੱਚ ਕੀ ਕੰਟਰੀਬਿਊਸ਼ਨ ਹੈ, ਸਰਵਿਸ ਸੈਕਟਰ ਦਾ ਕੀ ਹੈ, ਤਾਂ ਡਿਫਰੈਂਟ ਸੈਕਟਰ ਦਾ ਕਿਹੜਾ ਕੰਟਰੀਬਿਊਸ਼ਨ ਹੈਗਾ ਆਪਣਾ। ਦੈਨ ਬੱਚੇ ਪੜ੍ਹਾਂਗੇ ਆਪਾਂ ਇਕਨੋਮਿਕ ਪਲੈਨਿੰਗ। ਇਸ ਪਲੈਨਿੰਗ ਵਾਲੇ ਪੋਰਸ਼ਨ ਦੇ ਵਿੱਚੋਂ ਵੀ ਕਾਫੀ ਕੁਐਸਚਨ ਆਉਂਦੇ ਨੇ। ਹੁਣ ਇਹਦੇ ਵਿੱਚ ਆਪਣਾ ਕੀ ਆ ਜਾਊ ਬੱਚੇ, ਪਲੈਨਿੰਗ ਕਮਿਸ਼ਨ ਆ ਜਾਊਗਾ, ਫਿਰ ਇਹਦੇ 5 ਈਅਰ ਪਲਾਨ ਆ ਜਾਣਗੇ। ਠੀਕ ਹੈ, ਇਹ 5 ਈਅਰ ਪਲਾਨ ਦੇ ਵਿੱਚੋਂ ਕਾਫੀ ਕੁਐਸਚਨ ਆਉਂਦੇ ਹੁੰਦੇ ਨੇ। ਠੀਕ ਹੈ, ਔਰ ਆਪਾਂ ਨੂੰ ਇਹ ਵੀ ਪਤਾ ਵੀ ਹੁਣ ਪਲੈਨਿੰਗ ਕਮਿਸ਼ਨ ਨਹੀਂ ਹੈਗੀ, ਹੁਣ ਆਪਣਾ ਕੀ ਹੈ ਬੱਚੇ, ਨੀਤੀ ਆਯੋਗ। ਨੀਤੀ ਆਯੋਗ ਬੱਚੇ ਪਹਿਲਾਂ ਤਾਂ ਇਕਨੋਮਿਕ ਪਲੈਨਿੰਗ ਵਾਸਤੇ ਇੰਪੋਰਟੈਂਟ ਹੈ। ਸੈਕਿੰਡ, ਹੁਣ ਕਿਉਂਕਿ ਐਕਸਾਈਜ਼ ਦੇ ਵਿੱਚ ਇਹ ਸਿਲੇਬਸ ਸਪੈਸੀਫਿਕਲੀ ਮੈਂਸ਼ਨ ਹੈਗਾ ਤਾਂ ਇਹ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ। ਇਹਨੂੰ ਆਪਾਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਕਰ ਲਾਂਗੇ। ਇਨ ਜਨਰਲ ਆਪਾਂ ਨਹੀਂ ਕਰਦੇ ਹੁੰਦੇ ਇਹਨਾਂ ਨੀਤੀ ਆਯੋਗ ਇਸ ਕਲਾਸ ਦੇ ਵਿੱਚ, ਬਟ ਹਾਂ ਹੁਣ ਐਕਸਾਈਜ਼ ਕਰਕੇ ਆਪਾਂ ਨੂੰ ਇਹਨੂੰ ਅੱਛੀ ਤਰ੍ਹਾਂ ਡਿਟੇਲ ਦੇ ਵਿੱਚ ਪੜਾਂਗੇ। ਚਲੋ ਠੀਕ ਹੈ ਬੱਚੇ, ਸਟਾਰਟ ਕਰਦੇ ਫਿਰ ਜੀਡੀਪੀ ਵਾਲਾ ਪੋਰਸ਼ਨ। ਸਭ ਤੋਂ ਪਹਿਲਾਂ ਤਾਂ ਕੁਝ ਡੈਫੀਨੇਸ਼ਨਸ ਨੇਗੀਆਂ, ਕੁਝ ਫੁੱਲ ਫਾਰਮਸ ਨੇਗੀਆਂ, ਤੁਸੀਂ ਇਹੀ ਯਾਦ ਹੋਣੀ ਚਾਹੀਦੀਆਂ ਤੁਹਾਡੇ। ਠੀਕ ਹੈ, ਹੁਣ ਇਹਨਾਂ ਇਕੱਲੇ ਬੰਦਿਆਂ ਬਾਰੇ ਪੜਾਂਗੇ ਆਪਾਂ। ਜੀਐਨਪੀ ਕੀ ਹੈ, ਜੀਡੀਪੀ ਕੀ ਹੈ, ਐਨਐਨਪੀ, ਇਹ ਸਭ ਕੁਝ ਪੜਾਂਗੇ ਆਪਾਂ। ਠੀਕ ਹੈ, ਗ੍ਰੋਸ ਨੈਸ਼ਨਲ ਪ੍ਰੋਡਕਟ, ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇਖਦੇ ਆਪਾਂ ਕੀ ਚੀਜ਼ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਜੀਡੀਪੀ ਫੁੱਲ ਫਾਰਮ ਸਾਰਿਆਂ ਦੀ ਯਾਦ ਹੋਣੀ ਚਾਹੀਦੀ, ਓਬਵੀਅਸ ਜੀ ਗੱਲ ਹੈ। ਠੀਕ ਹੈ, ਜੀਡੀਪੀ ਦੀ ਫੁੱਲ ਫਾਰਮ ਵਿੱਚ ਗ੍ਰੋਸ ਡੋਮੈਸਟਿਕ ਪ੍ਰੋਡਕਟ। ਡੋਮੈਸਟਿਕ ਦੇਖੋ ਮਤਲਬ ਆਪਣੇ ਦੇਸ਼ ਦੇ ਵਿੱਚ, ਜਿਹੜੀ ਫੋਰਨ ਹੁੰਦੀ ਹੈ ਉਹ ਫੋਰਨ ਹੋਊਗਾ, ਓਬਵੀਅਸ ਗੱਲ ਹੈ, ਮਤਲਬ ਬਾਹਰਲਾ ਹੋਊਗਾ। ਡੋਮੈਸਟਿਕ ਮਤਲਬ ਦੇਸ਼ ਦੇ ਅੰਦਰ ਵਾਲੀ ਚੀਜ਼ਾਂ। ਗ੍ਰੋਸ ਮਤਲਬ ਸਾਰਾ। ਠੀਕ ਹੈ, ਇੱਕ ਹੁੰਦਾ ਗ੍ਰੋਸ, ਇੱਕ ਹੁੰਦਾ ਨੈਟ। ਦੇਖਦੇ ਆਪਾਂ ਕੀ ਫਰਕ ਹੈ ਉਹਦਾ। ਜਿਵੇਂ ਮੰਨ ਲਓ ਇੱਕ ਕੋਈ ਬਾਕਸ ਹੈ ਬੱਚੇ, ਠੀਕ ਹੈ, ਪੈਕਿੰਗ ਹੈਗੀ, ਇੱਕ ਬਾਕਸ ਦੇ ਵਿੱਚ ਦੇਸੀ ਘੀ ਹੈਗਾ। ਠੀਕ ਹੈ, ਦੇਸੀ ਘੀ ਦੇ ਵਿੱਚ ਤੁਸੀਂ ਪੈਕਿੰਗ ਬਾਜ਼ਾਰੋਂ ਲੈ ਆਏ, ਇਹਦੇ ਵਿੱਚ 2 ਵੇਟ ਲਿਖੇ ਹੋਣਗੇ ਬੱਚੇ, ਇੱਕ ਤਾਂ ਲਿਖਿਆ ਹੋ ਗ੍ਰੋਸ ਵੇਟ, ਇੱਕ ਲਿਖੋ ਨੈਟ ਵੇਟ। ਗ੍ਰੋਸ ਵੇਟ ਦੇ ਵਿੱਚ ਬੱਚੇ ਜਿਹੜਾ ਬਾਕਸ ਦਾ ਵੇਟ ਉਹ ਵੀ ਐਡ ਹੋਊਗਾ, ਨੈਟ ਵੇਟ ਦੇ ਵਿੱਚ ਸਿਰਫ ਔਰ ਸਿਰਫ ਜਿਹੜਾ ਦੇਸੀ ਘੀ ਅੰਦਰ ਹੈਗਾ ਡੱਬੇ ਦੇ ਵਿੱਚ ਸਿਰਫ ਉਹਦਾ ਵੇਟ ਹੋਏਗਾ। ਮਤਲਬ ਗ੍ਰੋਸ ਮਤਲਬ ਸਾਰਾ ਹੁੰਦਾ ਹੈ, ਨੈਟ ਮਤਲਬ ਜਿਹੜੀ ਚੀਜ਼ ਆਪਾਂ ਨੂੰ ਐਕਚੁਅਲ ਦੇ ਵਿੱਚ ਚਾਹੀਦੀ ਹੁੰਦੀ ਹੈ ਉਹ ਨੈਟ ਹੁੰਦਾ ਹੈਗਾ। ਠੀਕ ਹੈ, ਥੋੜ੍ਹਾ ਜਿਹਾ ਫਰਕ ਹੁੰਦਾ। ਦੇਖਦੇ ਆਪਾਂ ਕੀ ਫਰਕ ਹੁੰਦਾ ਇਹਦੇ ਵਿੱਚ। ਠੀਕ ਹੈ, ਤਾਂ ਗ੍ਰੋਸ ਡੋਮੈਸਟਿਕ ਬਾਰੇ ਪੜ੍ਹਦੇ ਬੱਚੇ। ਸਭ ਤੋਂ ਪਹਿਲਾਂ ਡੈਫੀਨੇਸ਼ਨ, ਕਦੇ ਵੀ ਇਕਨੋਮੀ ਦਾ ਕੋਈ ਵੀ ਕਨਸੈਪਟ ਪੜ੍ਹਨਾ ਹੈ, ਡੈਫੀਨੇਸ਼ਨ ਉਹਦੀ ਸਭ ਤੋਂ ਪਹਿਲਾਂ ਇੰਪੋਰਟੈਂਟ ਬਣ ਜਾਂਦੀ ਹੈ। ਠੀਕ ਹੈ, ਡੈਫੀਨੇਸ਼ਨ ਦੇ ਨਾਲ ਹੀ ਕੁਐਸਚਨ ਜਿਹੜੇ ਸੋਲਵਿੰਗ ਦੀ ਈਜ਼ੀ ਹੋ ਜਾਂਦਾ, ਔਰ ਕਨਸੈਪਟ ਵੀ ਸਮਝਣਾ ਈਜ਼ੀ ਹੋ ਜਾਂਦਾ ਹੈਗਾ। ਤਾਂ ਦੇਖਦੇ ਆਪਾਂ ਜੀਡੀਪੀ ਕੀ ਹੈ ਬੱਚੇ। ਜੀਡੀਪੀ ਇਜ਼ ਦਾ ਵੈਲਿਊ ਆਫ ਆਲ ਫਾਈਨਲ ਗੁੱਡਸ। ਬੱਚੇ ਧਿਆਨ ਨਾਲ ਦੇਖਣਾ, ਫਾਈਨਲ ਗੁੱਡਸ ਨੂੰ ਹਾਈਲਾਈਟ ਕੀਤਾ ਹੋਇਆ। ਆਲ ਫਾਈਨਲ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਵਿਦਿਨ ਦ ਬਾਊਂਡਰੀ ਆਫ ਅ ਨੇਸ਼ਨ ਡਿਊਰਿੰਗ 1 ਈਅਰ ਪੀਰੀਅਡ। ਦੇਖੋ ਜੇ ਆਪਾਂ ਇੰਡੀਆ ਦੀ ਗੱਲ ਕਰ ਰਹੇ ਹਾਂ ਤਾਂ ਇੰਡੀਆ ਦੀ ਬਾਊਂਡਰੀ ਦੇ ਅੰਦਰ ਜੋ ਵੀ ਚੀਜ਼ਾਂ ਗੁੱਡਸ ਜਾਂ ਜੋ ਵੀ ਕੋਈ ਸਰਵਿਸਿਜ਼ ਪ੍ਰੋਡਿਊਸ ਹੋ ਰਹੀਆਂ ਨੇ, ਕੋਈ ਫੈਕਟਰੀਜ਼ ਲੱਗ ਰਹੀ ਹੈ, ਕੋਈ ਕੋਚਿੰਗ ਸੈਂਟਰ ਹੈ, ਕੋਈ ਹੈ ਨਾ, ਕੁਛ ਵੀ ਇਨਫੋਸਿਸ ਦੀ ਕੰਪਨੀ ਹੈ, ਕੁਛ ਵੀ ਹੈਗਾ, ਜਿੰਨੀ ਵੀ ਚੀਜ਼ਾਂ ਪ੍ਰੋਡਕਸ਼ਨ ਹੋ ਰਹੀਆਂ ਨੇ ਜਾਂ ਸਰਵਿਸਿਜ਼ ਪ੍ਰੋਡਿਊਸ ਹੋ ਰਹੀਆਂ ਨੇ ਆਪਣੇ ਦੇਸ਼ ਦੇ ਅੰਦਰ, ਬੱਚੇ ਧਿਆਨ ਦੇਣਾ, ਬਾਊਂਡਰੀ ਦੇ ਅੰਦਰ, ਇਸ 4 ਦੀਵਾਰੀ ਦੇ ਅੰਦਰ ਜੋ ਵੀ ਚੀਜ਼ਾਂ ਪ੍ਰੋਡਿਊਸ ਹੋ ਰਹੀਆਂ ਨੇ ਉਹ ਆਪਣਾ ਜੀਡੀਪੀ ਦੇ ਵਿੱਚ ਕਾਊਂਟ ਹੋਊਗਾ। ਠੀਕ ਹੈ, ਉਹਨਾਂ ਦੀ ਜੀਡੀਪੀ ਵੈਲਿਊ ਹੋਊਗੀ। ਜੇ 100 ਰੁਪਏ ਦੀ ਹੈ, 200 ਰੁਪਏ ਦੀ ਹੈ, ਤਾਂ ਇੱਦਾਂ ਹੀ ਜਿਹੜੀ ਵੀ ਚੀਜ਼ ਆਪਣੇ ਦੇਸ਼ ਦੇ ਵਿੱਚ ਪ੍ਰੋਡਿਊਸ ਹੋ ਰਹੀ ਹੈ ਉਹਦੀ ਮੋਨੇਟਰੀ ਵੈਲਿਊ ਆਪਾਂ ਐਡ ਕਰਾਂਗੇ, ਉਹਦੇ ਪ੍ਰਾਈਸਿਸ ਐਡ ਕਰਾਂਗੇ ਆਪਾਂ, ਅਤੇ ਐਡ ਕਰਕੇ ਐਡੀਸ਼ਨ ਜਿਹੜਾ ਆਪਣੇ ਕੋਲ ਸਮ ਟੋਟਲ ਬਣੂ ਆਪਣਾ ਜੀਡੀਪੀ ਬਣੂ ਬੱਚੇ। ਠੀਕ ਹੈ, ਹੁਣ ਇਸ ਚੀਜ਼ 'ਤੇ ਧਿਆਨ ਦੇਣਾ ਹੈ ਕਿ ਮੈਂ ਡੈਫੀਨੇਸ਼ਨ ਕੀ ਕਹਿ ਰਹੀ ਹੈ ਕਿ ਦੇਸ਼ ਦੀ ਬਾਊਂਡਰੀ ਦੇ ਵਿੱਚ ਹੁਣ ਦੇਸ਼ ਦੀ ਬਾਊਂਡਰੀ ਦੇ ਵਿੱਚ ਰਾਜੇ ਫਰਕ ਨਹੀਂ ਪੈਂਦਾ ਕਿ ਆਪਣੇ ਇੰਡੀਅਨ ਸਿਟੀਜ਼ਨ ਨੇ ਕੋਈ ਪ੍ਰੋਡਕਸ਼ਨ ਕਰ ਰਹੀ ਹੈ ਜਾਂ ਕੋਈ ਬਾਹਰੋਂ ਕੰਪਨੀ ਆ ਕੇ ਕਰ ਰਹੀ ਹੈ। ਹੁਣ ਮੰਨ ਲਓ ਆਈਫੋਨ, ਐਪਲ ਨੇ ਕੀ ਕੀਤਾ ਬੱਚੇ, ਹੈਦਰਾਬਾਦ ਦੇ ਵਿੱਚ ਜਾਂ ਬੈਂਗਲੋਰ ਦੇ ਵਿੱਚ ਇੱਕ ਆਈਫੋਨ ਦੀ ਫੈਕਟਰੀ ਲਗਾਈ ਹੈ। ਠੀਕ ਹੈ, ਹੁਣ ਕੰਪਨੀ ਤਾਂ ਉਹ ਅਮਰੀਕਾ ਦੀ ਹੈਗੀ ਆ ਆਈਫੋਨ, ਐਪਲ। ਠੀਕ ਹੈ, ਬਟ ਪ੍ਰੋਡਕਸ਼ਨ ਕਰ ਰਹੀ ਹੈ ਇੰਡੀਆ ਦੇ ਵਿੱਚ। ਠੀਕ ਹੈ, ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਜਿਹੜਾ ਇਹਦਾ ਓਨਰ ਹੈ, ਜਿਹੜੀ ਇਹਦੀ ਪੈਸਾ ਇਨਕਮ ਜਾਊ ਕਿੱਥੇ ਜਾਊਗੀ। ਆਪਾਂ ਨੂੰ ਸਿਰਫ ਮਤਲਬ ਇਹ ਹੈਗਾ ਕਿ ਪ੍ਰੋਡਕਸ਼ਨ ਕਿੱਥੇ ਹੋ ਰਹੀ ਹੈ, ਆਪਣੇ ਦੇਸ਼ ਦੇ ਅੰਦਰ ਪ੍ਰੋਡਕਸ਼ਨ ਹੋ ਰਹੀ ਹੈ ਨਾ, ਆਪਣੇ ਲੋਕਾਂ ਨੂੰ ਇੰਪਲੋਇਮੈਂਟ ਮਿਲੀ ਹੋਣੀ ਕਿਤੇ ਨਾ ਕਿਤੇ, ਤਾਂ ਆਪਾਂ ਆਪਣੀ ਜੀਡੀਪੀ ਦੇ ਵਿੱਚ ਇਹਨੂੰ ਕਾਊਂਟ ਕਰਾਂਗੇ। ਠੀਕ ਹੈ, ਕਿਉਂਕਿ ਡੈਫੀਨੇਸ਼ਨ ਹੀ ਜੀਡੀਪੀ ਦੀ ਕੀ ਕਹਿੰਦੀ ਹੈ ਵੀ ਦੇਸ਼ ਦੇ ਅੰਦਰ ਜੋ ਚੀਜ਼ ਬਣ ਰਹੀ ਹੈ ਉਹ ਸਾਡੀ ਜੀਡੀਪੀ ਦੇ ਵਿੱਚ ਕਾਊਂਟ ਹੋਊਗੀ। ਠੀਕ ਹੈ, ਹੁਣ ਤੁਸੀਂ ਇੱਕ ਚੀਜ਼ ਹੋਰ ਸੋਚੋ ਬੱਚੇ, ਇਹ ਤਾਂ ਚਲੋ ਅਮਰੀਕਾ ਨੇ ਆਪਣੇ ਜਾਂ ਟਿਮ ਕੁੱਕ ਨੇ ਬੱਚੇ ਹੈ ਨਾ ਆਪਣੇ ਇੱਥੇ ਆ ਕੇ ਇਨਵੈਸਟਮੈਂਟ ਕਰਤੀ, ਠੀਕ ਹੈ, ਪਲਾਨ ਬਣ ਰਿਹਾ ਆਪਣਾ। ਹੁਣ ਬੱਚੇ ਜੇ ਇਹੀ ਚੀਜ਼ ਆਪਣਾ ਕੋਈ ਪੂੰਜੀਪਤੀ, ਆਪਣਾ ਕੋਈ ਕੈਪੀਟਲਿਸਟ, ਮੰਨ ਲਓ ਰਤਨ ਟਾਟਾ, ਬੱਚੇ ਰਤਨ ਟਾਟਾ ਨੇ ਇਨਵੈਸਟਮੈਂਟ ਕੀਤੀ ਹੈ ਬੱਚੇ ਇੰਗਲੈਂਡ ਦੇ ਵਿੱਚ। ਆਪਾਂ ਸ਼ਾਇਦ ਪਹਿਲਾਂ ਵੀ ਇਹ ਐਗਜ਼ਾਮਪਲ ਡਿਸਕਸ ਕੀਤੀ ਹੈ। ਠੀਕ ਹੈ, ਇੰਗਲੈਂਡ ਦੇ ਵਿੱਚ ਉਹਨੇ ਜੈਗੂਆਰ ਦੀ ਕੰਪਨੀ ਖਰੀਦੀ ਹੈ, ਜੈਗੂਆਰ ਲੈਂਡ ਰੋਵਰ, ਹੈ ਨਾ, ਇਹ ਆਪਾਂ ਨੂੰ ਪਤਾ ਹੈ ਕਾਰਾਂ ਦੀ ਕੰਪਨੀ ਹੈ ਟਾਟਾ ਨੇ। ਤਾਂ ਇਹ ਕੰਪਨੀ ਟਾਟਾ ਨੇ ਖਰੀਦੀ ਹੈ। ਹੁਣ ਮਤਲਬ ਜੇ ਟਾਟਾ ਦੀ ਇਹਦੀ ਓਨਰਸ਼ਿਪ ਹੈ, ਜੈਗੂਆਰ ਦਾ ਮਾਲਿਕ ਕੌਣ ਹੈ, ਰਤਨ ਟਾਟਾ। ਠੀਕ ਹੈ, ਤਾਂ ਰਤਨ ਹੁਣ ਜਿਹੜੀ ਇਹਦੀ ਇਨਕਮ ਹੋਊਗੀ ਬੱਚੇ, ਜਿਹੜੀਆਂ ਕਾਰਾਂ ਪ੍ਰੋਡਿਊਸ ਹੋ ਰਹੀਆਂ ਨੇ ਇੰਗਲੈਂਡ ਦੇ ਵਿੱਚ, ਇਹਦੀ ਕਮਾਈ ਤਾਂ ਇੰਡੀਆ ਦੇ ਵਿੱਚ ਆਊਗੀ ਕਿਉਂਕਿ ਇਹਦਾ ਮਾਲਿਕ ਇੰਡੀਆ ਦੇ ਵਿੱਚ ਬੈਠਾ ਹੈਗਾ।
ਹੁਣ ਕੀ ਆਪਣੀ GDP ਦੇ ਵਿੱਚ ਕਾਊਂਟ ਹੋਊਗਾ ਇਹ? ਨਹੀਂ, ਕਿਉਂਕਿ ਆਪਾਂ ਨੇ ਹਮੇਸ਼ਾ ਡੈਫੀਨੇਸ਼ਨ ਦੇ ਉੱਪਰ ਜਾਣਾ ਹੈਗਾ। ਡੈਫੀਨੇਸ਼ਨ ਕੀ ਕਹਿੰਦੀ ਹੈ ਕਿ ਉਹ ਚੀਜ਼ਾਂ ਜਿਹੜੀਆਂ ਕਿ ਬਾਊਂਡਰੀ ਦੇ ਵਿੱਚ ਪ੍ਰੋਡਿਊਸ ਹੋ ਰਹੀਆਂ ਨੇ ਉਹਨੂੰ ਆਪਾਂ GDP ਦੇ ਵਿੱਚ ਕਾਊਂਟ ਕਰਾਂਗੇ, ਠੀਕ ਹੈ। ਹੁਣ ਚਾਹੇ ਓਨਰਸ਼ਿਪ ਆਪਣੀ ਹੈ, ਚਾਹੇ ਮਲਕੀਅਤ ਆਪਣੀ ਇੰਡੀਆ ਦੀ ਹੈ, ਬਟ ਪ੍ਰੋਡਿਊਸ ਤਾਂ ਬਾਹਰ ਹੋ ਰਹੀ ਹੈ ਨਾ। ਹੁਣ ਇਹ ਇੰਗਲੈਂਡ ਵਾਲੇ ਆਪਣੀ GDP ਦੇ ਵਿੱਚ ਕਾਊਂਟ ਕਰਨਗੇ, ਠੀਕ ਹੈ, ਕਿਉਂਕਿ ਇੰਗਲੈਂਡ ਦੇ ਵਿੱਚ ਪ੍ਰੋਡਕਸ਼ਨ ਹੋ ਰਹੀ ਹੈ। ਤਾਂ ਇੰਗਲੈਂਡ ਦੇ ਲੋਕ ਜਿਹੜੇ ਇੰਗਲੈਂਡ ਦੇ ਮਤਲਬ ਇੰਗਲੈਂਡ ਦੀ ਸਰਕਾਰ ਹੈ, ਉਹ ਆਪਣੀ GDP ਦੇ ਵਿੱਚ ਕਾਊਂਟ ਕਰੂਗੀ ਜੈਗੁਆਰ ਦੀ ਜੋ ਵੀ ਪ੍ਰੋਡਕਸ਼ਨ ਹੋ ਰਹੀ ਹੈ, ਠੀਕ ਹੈ। ਤਾਂ GDP ਦੀ ਡੈਫੀਨੇਸ਼ਨ ਇਹੀ ਹੈ ਵੀ ਬਾਊਂਡਰੀ ਦੇ ਵਿੱਚ ਚੀਜ਼ਾਂ ਪ੍ਰੋਡਿਊਸ ਕਰੋ ਅਤੇ ਉਹਨੂੰ ਐਡ ਕਰ ਲਓ, ਆਪਣੀ GDP ਨਿਕਲ ਕੇ ਆ ਜਾਊਗੀ, ਠੀਕ ਹੈ ਬੱਚੇ। ਹੁਣ 1 ਈਅਰ ਪੀਰੀਅਡ ਕਿਹੜਾ ਬੱਚੇ? ਫਾਈਨੈਂਸ਼ੀਅਲ ਈਅਰ, ਠੀਕ ਹੈ। ਜਿਵੇਂ ਆਪਣਾ ਫਾਈਨੈਂਸ਼ੀਅਲ ਈਅਰ 1 ਅਪ੍ਰੈਲ ਤੋਂ 31 ਮਾਰਚ ਤੱਕ ਹੁੰਦਾ, ਆਪਾਂ ਨੂੰ ਪਤਾ ਹੈ। ਜੇ ਆਪਾਂ ਰੈਂਕਿੰਗ ਦੀ ਗੱਲ ਕਰੀਏ ਬੱਚੇ, ਦੇਖੋ ਹੁਣ ਚੀਜ਼ਾਂ ਪ੍ਰੋਡਿਊਸ ਕਰਨੀਆਂ ਨੇ GDP ਦੇ ਵਿੱਚ, ਚੀਜ਼ਾਂ ਪ੍ਰੋਡਿਊਸ ਹੋ ਕੇ ਉਹਦਾ ਐਡੀਸ਼ਨ ਕਰਨਾ ਹੈ ਵੀ ਹਾਂਜੀ ਕਿੰਨੀ ਚੀਜ਼ ਕੋਈ ਪ੍ਰੋਡਿਊਸ ਕਰ ਰਿਹਾ। ਤਾਂ ਜਿੰਨੀ ਚੀਜ਼ਾਂ ਜ਼ਿਆਦਾ ਵਿੱਚ ਕੋਈ ਕੰਟਰੀ ਪ੍ਰੋਡਿਊਸ ਕਰ ਰਿਹਾ, ਓਬਵੀਅਸਲੀ ਗੱਲ ਉਨੀ ਉਹਦੀ ਪ੍ਰੋਸਪੈਰਿਟੀ ਜ਼ਿਆਦਾ ਹੋਊਗੀ, ਉਨੀ ਉਹ ਐਮਪਲੋਇਮੈਂਟ ਲੋਕਾਂ ਨੂੰ ਦੇ ਪਾ ਰਿਹਾ, ਉਨੇ ਉਹਨਾਂ ਕੋਲੇ ਕੀ ਇਨਕਮ ਸੋਰਸ ਜ਼ਿਆਦਾ ਨੇ ਕਿਸੇ ਵੀ ਦੇਸ਼ ਕੋਲੇ, ਸਮਝ ਆਉਂਦੀ ਆਪਾਂ ਨੂੰ ਗੱਲ। ਤਾਂ ਆਪਾਂ GDP ਦੀ ਇੱਕ ਰੈਂਕਿੰਗ ਕਰਦੇ ਹਾਂ ਬੱਚੇ ਵੀ ਕਿਹੜੇ ਦੇਸ਼ ਕੋਈ ਕਿੰਨੀ ਚੀਜ਼ਾਂ ਪ੍ਰੋਡਿਊਸ ਕਰ ਰਿਹਾ ਹੈਗਾ। ਹੁਣ ਚਾਈਨਾ ਦੇਖੋ, ਚਾਈਨਾ ਦੀ GDP ਦੇਖੋ ਬਹੁਤ ਜ਼ਿਆਦਾ ਹੋਊਗੀ, ਓਬਵੀਅਸਲੀ ਗੱਲ ਹੈ, ਕਿਉਂਕਿ ਚਾਈਨਾ ਬਹੁਤ ਜ਼ਿਆਦਾ ਪ੍ਰੋਡਿਊਸ ਕਰਦਾ ਹੈਗਾ, ਠੀਕ ਹੈ। ਤਾਂ ਇਸ ਤਰ੍ਹਾਂ ਆਪਾਂ ਦੇਖਦੇ ਵੀ ਹੁਣ ਆਪਣਾ ਜਿਹੜੀ ਰੈਂਕਿੰਗ ਹੈ ਦੁਨੀਆ ਦੇ ਵਿੱਚ ਉਹ ਕਿੰਨਵੀਂ ਹੈ। ਤਾਂ ਬੱਚੇ ਆਪਣੀ ਜਿਹੜੀ ਰੈਂਕਿੰਗ ਹੈ ਉਹ 6ਵੇਂ ਨੰਬਰ 'ਤੇ ਆਉਂਦੀ ਹੈ ਵੈਨ ਵੀ ਕੰਪੇਅਰ ਦਾ ਨੋਮੀਨਲ GDP। ਇਹ ਆਪਾਂ ਪੜ੍ਹਦੇ ਹਾਂ ਕੀ ਹੁੰਦਾ ਨੋਮੀਨਲ, ਠੀਕ ਹੈ। ਦੇਖੋ GDP ਦੀ ਇੱਕ GDP ਹੁੰਦਾ, ਇੱਕ GDP ਗਰੋਥ ਹੁੰਦਾ ਹੈਗਾ। ਸਮਝੋ ਮੇਰੀ ਗੱਲ ਧਿਆਨ ਨਾਲ। ਹੁਣ ਇਹ ਸਾਰੀਆਂ ਚੀਜ਼ਾਂ ਪ੍ਰੋਡਿਊਸ ਹੋ ਰਹੀਆਂ ਨੇ, ਮੰਨ ਲਓ ਮੈਂ 2011 ਦੀ ਗੱਲ ਕਰ ਰਿਹਾ, 2011 ਦੀ ਗੱਲ ਕਰ ਰਿਹਾ ਮੈਂ, ਅਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਪ੍ਰੋਡਿਊਸ ਹੋ ਰਹੀਆਂ ਨੇ ਇਹ 100 ਰੁਪਏ ਦੀ ਸੀਗੀ ਜੀ, ਇਹ ਉਦੋਂ 200 ਰੁਪਏ ਦੀ ਸੀ, ਇਹ 300 ਰੁਪਏ ਦੀ ਸੀਗੀ। ਤਾਂ ਮੇਰੀ GDP ਕਿੰਨੀ ਨਿਕਲ ਕੇ ਆਈ ਬੱਚੇ? 600 ਰੁਪਏ। ਇਹ ਮੇਰੀ GDP ਨਿਕਲ ਕੇ ਆਈ 2011 ਦੀ। ਹੁਣ ਬੱਚੇ ਆਹੀ ਤਿੰਨ ਚੀਜ਼ਾਂ ਮੈਂ 2021 ਦੇ ਵਿੱਚ ਪ੍ਰੋਡਿਊਸ ਕਰ ਰਿਹਾ, ਠੀਕ ਹੈ। ਹੁਣ ਜਿਹੜੀ 100 ਰੁਪਏ ਵਾਲੀ ਚੀਜ਼ ਸੀ ਉਹ 150 ਰੁਪਏ ਦੀ ਹੋ ਗਈ, ਜਿਹੜੀ 200 ਵਾਲੀ ਚੀਜ਼ ਸੀ ਉਹ 250 ਦੀ ਹੋ ਗਈ, ਜਿਹੜੀ 300 ਵਾਲੀ ਚੀਜ਼ ਸੀ ਉਹ 350 ਦੀ ਹੋ ਗਈ, ਠੀਕ ਹੈ। ਚੀਜ਼ਾਂ ਉਹੀ ਨੇ, ਪਹਿਲਾਂ ਵੀ 3 ਚੀਜ਼ਾਂ ਪ੍ਰੋਡਿਊਸ ਕਰ ਰਿਹਾ ਸੀ ਮੈਂ, ਹੁਣ ਵੀ 3 ਚੀਜ਼ਾਂ, ਬਸ ਇਹਦੀ ਰੇਟ ਵੱਧ ਗਈ। ਹੁਣ ਮੇਰੀ GDP ਕਿੰਨੀ ਹੋ ਗਈ ਬੱਚੇ? 6 7 750, ਹੈ ਨਾ, ਇਹੀ ਬਣਨੀ ਚਾਹੀਦੀ ਹੈਗੀ, ਠੀਕ ਹੈ ਜੀ, 750। ਤਾਂ ਮਤਲਬ ਮੇਰੀ GDP ਇੰਕਰੀਜ਼ ਹੋ ਗਈ ਨਾ, GDP ਡੈਫੀਨੇਟਲੀ ਇੰਕਰੀਜ਼ ਹੋ ਗਈ, 600 ਤੋਂ ਲੈ ਕੇ 750 ਹੋ ਗਈ। ਬਟ ਕੀ ਬੱਚੇ ਐਕਚੁਅਲ ਦੇ ਵਿੱਚ ਮੈਨੂੰ ਕੋਈ ਫਾਇਦਾ ਹੋਏਗਾ? ਇਹ ਤਾਂ ਚਲੋ ਠੀਕ ਹੈ, ਨੰਬਰ ਇੰਕਰੀਜ਼ ਹੋ ਗਿਆ, ਠੀਕ ਹੈ, ਬਟ ਪ੍ਰੋਡਕਸ਼ਨ ਤਾਂ ਉਹੀ ਹੈ ਨਾ। 3 ਚੀਜ਼ਾਂ ਪਹਿਲਾਂ ਸੀ, 3 ਚੀਜ਼ਾਂ ਉਹੀ ਨੇਗੀਆਂ। ਪਹਿਲਾਂ ਵੀ 3 ਚੀਜ਼ਾਂ ਪ੍ਰੋਡਿਊਸ ਕਰਨ ਵਾਸਤੇ ਉਨੇ ਹੀ ਬੰਦੇ ਲੱਗ ਰਹੇ ਸੀ, ਉਨੀ ਲੇਬਰ ਲੱਗ ਰਹੀ ਸੀ, ਉਨੀ ਐਮਪਲੋਇਮੈਂਟ ਜਨਰੇਟ ਹੋ ਰਹੀ ਸੀ, ਹੁਣ ਵੀ ਉਨੀ ਐਮਪਲੋਇਮੈਂਟ। ਮਤਲਬ ਕੋਈ ਔਨ ਗਰਾਊਂਡ ਕੋਈ ਪ੍ਰੈਕਟੀਕਲ ਫਾਇਦਾ ਨਹੀਂ ਹੋਇਆ ਆਪਾਂ ਨੂੰ ਸੱਚ ਇਸ GDP ਇੰਕਰੀਜ਼ ਹੋਣ ਦਾ, ਕਿਉਂਕਿ ਇਹ ਸਿਰਫ GDP ਜਿਹੜੀ ਇੰਕਰੀਜ਼ ਹੋਈ ਹੈ ਇਹ ਸਿਰਫ ਨੰਬਰ ਇੰਕਰੀਜ਼ ਹੋਇਆ ਹੈਗਾ। ਮਤਲਬ ਉਹ ਵੀ ਕਿਉਂ? ਕਿਉਂਕਿ ਇਨਫਲੇਸ਼ਨ ਐਡ ਹੋ ਗਈ ਇਹਦੇ ਵਿੱਚ, ਕਿਉਂਕਿ ਕੋਈ ਚੀਜ਼ਾਂ ਮਹਿੰਗੀਆਂ ਹੋ ਗਈਆਂ ਜਸਟ ਤਾਂ ਆਪਣਾ ਨੰਬਰ ਇੰਕਰੀਜ਼ ਹੋਇਆ। ਅਦਰਵਾਈਜ਼ ਕੋਈ ਆਪਾਂ ਨੇ ਨਵੀਂ ਚੀਜ਼ ਪ੍ਰੋਡਿਊਸ ਨਹੀਂ ਕੀਤੀ, ਕੋਈ ਨਵੀਂ ਪ੍ਰੋਡਕਸ਼ਨ ਨਹੀਂ ਕੀਤੀ ਜੀ ਆਪਾਂ ਕੋਈ ਆਪਣੇ ਆਪ ਨਾਲ ਖੁਸ਼ ਹੋਈਏ ਵੀ ਹਾਂਜੀ ਸਾਡੀ GDP ਵੱਧ ਗਈ, ਠੀਕ ਹੈ। ਅਗਰ GDP ਵਧੀ ਹੁੰਦੀ ਵੀ 3 ਤੋਂ ਤੁਸੀਂ 4 ਚੀਜ਼ਾਂ ਪ੍ਰੋਡਿਊਸ ਕਰਨ ਲੱਗੇ, ਪਹਿਲਾਂ 3 ਕਰ ਰਹੇ ਸੀ ਹੁਣ 4 ਕਰ ਰਹੇ ਸੀ, ਫਿਰ ਤਾਂ ਸ਼ਾਬਾਸ਼ ਹੈ, ਫਿਰ ਤਾਂ ਅੱਛੀ ਗੱਲ ਹੈ ਵੀ GDP ਇੰਕਰੀਜ਼ ਹੋ ਰਹੀ ਹੈ। ਬਟ ਇਹ 'ਚ ਕੋਈ ਖੁਸ਼ ਹੋਣ ਵਾਲੀ ਗੱਲ ਨਹੀਂ ਹੈਗੀ ਵੀ ਸਾਡਾ ਨੰਬਰ ਇੰਕਰੀਜ਼ ਹੋ ਰਿਹਾ ਹੈ, ਇਹ ਤਾਂ ਇਨਫਲੇਸ਼ਨ ਕਰਕੇ ਹੋ ਸਕਦਾ ਹੈਗਾ, ਠੀਕ ਹੈ। ਹੁਣ ਜਿਹੜਾ ਬੱਚੇ ਇਹੀ ਇਨਫਲੇਸ਼ਨ ਕਰਕੇ ਜਿਹੜਾ ਇੰਕਰੀਜ਼ ਹੁੰਦਾ ਉਹਨੂੰ ਆਪਾਂ ਕਹਿੰਦੇ ਹਾਂ ਬੱਚੇ ਨੋਮੀਨਲ GDP। ਜੇ ਮੈਂ ਇੱਥੇ ਮੈਂ ਰੀਅਲ GDP ਕਾਊਂਟ ਕਰੂੰਗਾ ਬੱਚੇ, ਤਾਂ ਮੈਂ ਦੇਖੂੰਗਾ ਵੀ ਇਹਨਾਂ ਚੀਜ਼ਾਂ ਇਹੀ ਨੇ, ਇਹਨਾਂ ਚੀਜ਼ਾਂ ਦੇ 10 ਸਾਲ ਪਹਿਲਾਂ 2011 ਦੇ ਵਿੱਚ ਕੀ ਪ੍ਰਾਈਸ ਸੀਗਾ, ਤਾਂ ਮੈਂ ਇੱਥੇ ਰੀਅਲ GDP ਬੱਚੇ 600 ਰੁਪਏ ਹੀ ਲਿਖੂੰਗਾ, ਠੀਕ ਹੈ। ਰੀਅਲ ਮੇਰੀ 600 ਰੁਪਏ ਹੋਏਗੀ, ਨੋਮੀਨਲ ਮੇਰੀ ਹੋਏਗੀ ਬੱਚੇ 750 ਰੁਪਏ, ਠੀਕ ਹੈ। ਤਾਂ ਇੱਦਾਂ ਹੀ ਬੱਚੇ ਰੀਅਲ GDP ਕਾਊਂਟ ਕਰਨ ਵਾਸਤੇ ਮੈਂ ਆਪਾਂ ਇੱਕ ਬੇਸ ਈਅਰ ਮੰਨ ਕੇ ਚੱਲਦੇ ਹਾਂ। ਆਪਣਾ ਬੇਸ ਈਅਰ ਬੱਚੇ ਆਪਾਂ ਮੰਨ ਕੇ ਚੱਲਦੇ ਹਾਂ 2011-12। ਤਾਂ ਮਤਲਬ ਤੁਸੀਂ ਜੇ ਅੱਜ 2021 ਦੇ ਵਿੱਚ ਕਿਸੇ ਵੀ ਚੀਜ਼ ਦੇ ਸਾਰੇ ਚੀਜ਼ਾਂ ਦੇ ਆਪਣਾ ਸਮ ਟੋਟਲ ਕਰ ਲਓਗੇ, ਇੰਡੀਆ ਦੇ ਵਿੱਚ ਜੋ ਵੀ ਚੀਜ਼ਾਂ ਪ੍ਰੋਡਿਊਸ ਹੋ ਰਹੀਆਂ ਨੇ ਤੁਸੀਂ ਸਮ ਟੋਟਲ ਕਰ ਲਓ, ਅਤੇ ਇਹਦਾ ਜਿਹੜੇ ਪ੍ਰਾਈਸਿਸ ਨਿਕਲ ਕੇ ਆਉਣਗੇ ਬੱਚੇ ਉਹ ਤਾਂ ਨਿਕਲ ਕੇ ਆਊਗਾ ਨੋਮੀਨਲ GDP, ਜਿਹਦਾ ਐਡੀਸ਼ਨ ਹੋਊਗੀ ਨੋਮੀਨਲ GDP, ਠੀਕ ਹੈ। ਹੁਣ ਤੁਸੀਂ ਇਹੀ ਦੇਖੋ ਵੀ ਇਹੀ ਸਾਰੀਆਂ ਚੀਜ਼ਾਂ ਇਹਨਾਂ ਦੇ ਰੇਟ 2011-12 ਦੇ ਵਿੱਚ ਕੀ ਸੀਗੇ। ਫਿਰ ਜਿਹੜੀ ਤੁਹਾਡੀ GDP ਆਊਗੀ ਉਹ ਬੱਚੇ ਤੁਹਾਡੀ ਰੀਅਲ GDP ਆਊਗੀ ਕਿਹੜੇ ਸਾਲ ਦੀ? 2021 ਦੀ ਆਊਗੀ। ਧਿਆਨ ਰੱਖਣਾ ਹੈ GDP 2021 ਦੀ ਆ ਰਹੀ ਹੈ, ਬਟ ਰੀਅਲ ਕਿਹਨੂੰ ਕਹਾਂਗੇ ਆਪਾਂ? ਰੀਅਲ ਉਹਨੂੰ ਕਹਾਂਗੇ ਜਿਹਦੇ ਵਿੱਚ ਆਪਾਂ ਨੇ ਇਨਫਲੇਸ਼ਨ ਵਾਲਾ ਫੈਕਟਰ ਜਿਹੜਾ ਕੀ ਹੈ ਉਹ ਮਾਈਨਸ ਕਰਤਾ, ਵੀ ਹੁਣ ਇਨਫਲੇਸ਼ਨ ਦੀ ਵਿੱਚ ਇੰਕਲੂਡ ਨਹੀਂ ਹੋਇਆ ਜਿਹੜੀ ਐਕਚੁਅਲ ਦੇ ਵਿੱਚ ਆਪਣੀ GDP ਬਣਨੀ ਚਾਹੀਦੀ ਹੈ। ਹੁਣ ਦੇਖੋ ਕਈ ਚੀਜ਼ਾਂ ਹੋਣਗੀਆਂ, ਉਰੇ ਮੰਨ ਲਓ 10 ਚੀਜ਼ਾਂ ਬਣਦੀਆਂ ਸੀ, ਇੱਥੇ ਆ ਕੇ ਮੰਨ ਲਓ ਕਿ ਆਪਾਂ 15-12 ਚੀਜ਼ਾਂ ਬਣਾਉਣ ਲੱਗੇ, ਹੈ ਨਾ। ਤਾਂ ਉਰੇ ਇੱਥੇ ਜਿਹੜੀਆਂ 2 ਐਡੀਸ਼ਨਲ ਚੀਜ਼ਾਂ ਨੇ ਉਹਦਾ ਜਿਹੜੇ ਐਡੀਸ਼ਨਲ GDP ਹੈ ਉਹ ਡੈਫੀਨੇਟਲੀ ਕਾਊਂਟ ਹੋਊਗੀ, ਅਤੇ ਉਹ ਫਾਇਦੇ ਵਾਲੀ ਚੀਜ਼ ਵੀ ਹੈਗੀ ਹੈ ਰੀਅਲ GDP ਦੇ ਵਿੱਚ, ਡੈਫੀਨੇਟਲੀ ਕਾਊਂਟ ਹੋਊਗੀ ਕਿਉਂਕਿ ਚੀਜ਼ਾਂ ਵੱਧ ਪ੍ਰੋਡਿਊਸ ਹੋ ਗਈਆਂ। ਬਸ ਰੀਅਲ GDP ਦੇ ਵਿੱਚ ਕੀ ਨਹੀਂ ਕਾਊਂਟ ਹੋਊਗਾ? ਜਿਹੜਾ ਵਧਿਆ ਹੋਇਆ ਪ੍ਰਾਈਸ ਹੈਗਾ, ਠੀਕ ਹੈ, ਕਿਉਂਕਿ ਆਪਾਂ ਪ੍ਰਾਈਸ ਦਾ ਕਿਹੜਾ ਯੂਜ਼ ਕਰ ਰਹੇ ਹਾਂ? 2011-12 ਵਾਲਾ ਹੀ ਯੂਜ਼ ਕਰ ਰਹੇ ਹਾਂ। ਦੁਬਾਰਾ ਸੁਣੋ ਬੱਚੇ, 2021 ਦੇ ਵਿੱਚ ਮੰਨ ਲਓ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਵੀ ਪ੍ਰੋਡਿਊਸ ਹੋ ਰਹੀਆਂ ਨੇ ਆਪਣੇ ਦੇਸ਼ ਦੇ ਵਿੱਚ, ਮੈਨੇ ਉਹਨਾਂ ਦੇ ਰੇਟ ਲਿਖ ਲਏ ਕਾਗਜ਼ 'ਤੇ, ਸਾਰਿਆਂ ਦਾ ਮੈਨੇ ਇਕੱਲੇ ਨਾਲ ਕੈਲਕੂਲੇਟਰ ਚੱਕਿਆ, ਮੈਨੇ ਫਟਾਫਟ ਸਾਰੇ ਐਡ ਕਰਤੇ ਅਤੇ ਮੈਨੂੰ ਦੱਸਤਾ ਜੀ ਮੇਰੀ ਇੰਨੀ GDP ਬਣਦੀ ਹੈ।
ਫਿਰ ਮੈਨੂੰ ਕਿਸੇ ਨੇ ਸਮਝਾਇਆ, ਕਾਕਾ ਤੈਨੇ ਜਿਹੜੀ GDP ਕਾਊਂਟ ਕੀਤੀ ਹੈ ਉਹ ਤਾਂ ਜਸਟ ਨੋਮੀਨਲ ਹੈਗੀ ਹੈ, ਠੀਕ ਹੈ, ਤੂੰ ਤਾਂ ਅੱਜ ਦੇ ਰੇਟਾਂ ਦੇ ਹਿਸਾਬ ਨਾਲ ਕਰ ਲਿਆ। ਤੂੰ ਫਿਰ ਉਸ ਸਿਆਣੇ ਬੰਦੇ ਨੇ ਮੈਨੂੰ ਸਲਾਹ ਦਿੱਤੀ, ਉਹ ਕਹਿੰਦਾ ਤੂੰ ਐਂ ਕਰ ਕਾਕਾ, ਤੂੰ ਆ ਜਿਹੜੇ ਸਾਰੇ ਜਿਹੜੇ ਚੀਜ਼ਾਂ ਲਈਆਂ ਨੇ, ਤੂੰ ਇਹਨਾਂ ਨੂੰ ਚੱਕ ਕੇ ਇੱਕ ਹੋਰ ਲੈ ਕੇ ਜਾ, ਇਹਨਾਂ ਨੂੰ ਐਨਾਲਾਈਜ਼ ਕਰ, ਗੂਗਲ ਕਰ ਕੱਲੀ ਚੀਜ਼ ਦਾ, ਵੀ 2011 ਦੇ ਵਿੱਚ ਇਹਨਾਂ ਆਈਟਮਾਂ ਦਾ ਕੀ ਪ੍ਰਾਈਸ ਸੀਗਾ, ਠੀਕ ਹੈ, ਇਹਨਾਂ ਆਈਟਮਸ ਦਾ ਕੀ ਪ੍ਰਾਈਸ ਸੀਗਾ। ਫਿਰ ਤੂੰ ਐਡੀਸ਼ਨ ਕਰੀ, ਫਿਰ ਤੇਰਾ ਜਿਹੜਾ GDP ਆਊਗੀ ਉਹ ਅਸਲੀ GDP ਆਊਗੀ, ਠੀਕ ਹੈ। ਕਿਹੜੇ ਸਾਲ ਦੀ ਆਊਗੀ? 2021 ਦੀ ਹੀ ਹੈ, ਕਿਉਂਕਿ ਆਪਾਂ 2021 ਦੀਆਂ ਚੀਜ਼ਾਂ ਨੂੰ ਦੇਖ ਰਹੇ ਆਪਾਂ, ਜਿਹੜੀਆਂ ਚੀਜ਼ਾਂ 2021 ਦੇ ਵਿੱਚ ਪ੍ਰੋਡਿਊਸ ਹੋ ਰਹੀਆਂ ਨੇ ਉਹਨਾਂ ਦੇ ਰੇਟ ਦੇਖ ਰਹੇ ਆਪਾਂ, ਠੀਕ ਹੈ। ਬਟ ਰੇਟ ਕਿਹੜਾ ਦੇਖ ਰਹੇ ਹਾਂ? 2011 ਵਾਲਾ। ਚੀਜ਼ਾਂ ਤਾਂ ਹੀ ਨੇ ਨਾ, ਚੀਜ਼ਾਂ 2021 ਦੇ ਵਿੱਚ ਪ੍ਰੋਡਿਊਸ ਹੋ ਰਹੀਆਂ ਨੇਗੀਆਂ, ਤਾਂ 2021 ਦੀ ਹੀ GDP ਨਿਕਲ ਕੇ ਆਊਗੀ, ਠੀਕ ਹੈ ਬੱਚੇ। ਤਾਂ ਇਹ ਫਰਕ ਹੈਗਾ। ਹੁਣ ਜਿਹੜਾ ਆਪਣਾ 6ਵਾਂ ਨੰਬਰ ਹੈ ਬੱਚੇ, ਉਹ ਨੋਮੀਨਲ GDP ਦੇ ਬੇਸ ਦੇ ਉੱਪਰ ਹੈਗਾ, ਕਿ ਨੋਮੀਨਲ GDP ਦੇ ਅਗੇਂਸਟ ਆਪਣਾ 6ਵੇਂ ਨੰਬਰ 'ਤੇ ਆਪਣੀ ਇਕਨੋਮੀ ਆਉਂਦੀ ਹੈਗੀ, ਠੀਕ ਹੈ। ਇੱਕ ਹੋਰ ਹੁੰਦੀ ਹੈ ਬੱਚੇ ਪਰਚੇਜ਼ਿੰਗ ਪਾਵਰ ਪੈਰਿਟੀ। ਇਹ ਸਮਝਦੇ ਆਪਾਂ ਕੀ ਹੁੰਦਾ। ਪਹਿਲਾਂ ਤਾਂ ਸੁਣੋ ਤੁਸੀਂ ਵੀ, ਤੀਜੇ ਨੰਬਰ 'ਤੇ ਆਪਣਾ ਦੇਸ਼ ਆਉਂਦਾ ਹੈ ਇੰਡੀਆ, ਦੁਨੀਆ ਦੇ ਵਿੱਚ ਆਪਣਾ ਇੰਡੀਆ ਜਿਹੜਾ ਹੈ 3rd ਨੰਬਰ 'ਤੇ ਹੈ ਵੈਨ ਵੀ ਕੰਪੇਅਰ GDP ਬਾਏ ਪਰਚੇਜ਼ਿੰਗ ਪਾਵਰ ਪੈਰਿਟੀ, ਠੀਕ ਹੈ। ਇਹ ਆਪਾਂ ਦੇਖਦੇ ਕੀ ਹੁੰਦਾ ਹੈਗਾ। ਹੁਣ ਤੁਹਾਨੂੰ ਰੀਅਲ ਅਤੇ ਨੋਮੀਨਲ ਦਾ ਪਤਾ ਲੱਗਿਆ ਬੱਚੇ, ਕਿ ਰੀਅਲ GDP ਦੇ ਵਿੱਚ ਜਿਹੜਾ ਐਕਚੁਅਲ ਪ੍ਰਾਈਸਿਸ ਹੁੰਦੇ ਨੇਗੇ, ਅਤੇ ਜਿਹੜੀ ਨੋਮੀਨਲ GDP ਹੋਈ ਉਹ ਆਪਣੀ ਹੋਈ ਜਿਹੜੇ ਹੁਣ ਨਵੇਂ ਵਾਲੇ ਪ੍ਰਾਈਸਿਸ ਨੇ, ਠੀਕ ਹੈ। ਤਾਂ ਇਹ ਕੋਈ ਐਡਾ ਮੈਟਰ ਨਹੀਂ ਕਰਦਾ, ਐਕਚੁਅਲ ਦੇ ਵਿੱਚ ਅਸੀਂ ਰੀਅਲ GDP ਨਾਲ ਹੀ ਜ਼ਿਆਦਾ ਕੰਸਰਨ ਹਾਂ, ਠੀਕ ਹੈ। ਹੁਣ ਆਪਾਂ ਨੇ ਦੇਖਿਆ ਸੀ ਕਿ ਕਿਹੜੀ ਆਰਗੇਨਾਈਜੇਸ਼ਨ ਇਹਨੂੰ ਕੈਲਕੂਲੇਟ ਕਰਦੀ ਹੈ, ਉਹ ਹੈਗੀ ਆਪਣੀ CSO, ਸੈਂਟਰਲ ਸਟੈਟਿਸਟੀਕਲ ਆਰਗੇਨਾਈਜੇਸ਼ਨ, ਠੀਕ ਹੈ। ਇਹ ਵੀ ਨਾਮ ਇੰਪੋਰਟੈਂਟ ਹੈ। ਬਟ ਇੱਕ ਚੀਜ਼ ਧਿਆਨ ਰੱਖਣੀ ਹੈ, ਰੀਸੈਂਟਲੀ ਕੀ ਹੋਇਆ ਹੈ, ਇਹ ਜਿਹੜੀ CSO ਹੈ ਇਹਨੂੰ ਆਪਾਂ ਨੇ ਇੱਕ ਹੋਰ ਆਰਗੇਨਾਈਜੇਸ਼ਨ ਜਿਹਦਾ ਨਾਮ ਹੈ NSSO, ਨੈਸ਼ਨਲ ਸਟੈਟਿਸਟੀਕਲ ਆਰਗੇਨਾਈਜੇਸ਼ਨ, ਇਹਦੇ ਨਾਲ ਬੱਚੇ ਮਰਜ ਕਰਤਾ ਆਪਾਂ ਨੇ। CSO ਨੂੰ ਅਸੀਂ ਇਸ ਆਰਗੇਨਾਈਜੇਸ਼ਨ ਨਾਲ ਮਰਜ ਕਰਤਾ ਅਤੇ NSO ਬਣਾਤਾ, ਠੀਕ ਹੈ। ਬਾਕੀ ਇਹਦੇ ਬਾਰੇ ਜ਼ਿਆਦਾ ਅਪਡੇਟ ਨਹੀਂ ਹੈਗੀ, ਠੀਕ ਹੈ। NSO ਦੀ ਵੈਬਸਾਈਟ ਵੀ ਬਿਲਕੁਲ ਖਾਲੀ ਪਈ ਹੈ, ਹਲੇ ਇਹਦੇ ਵਿੱਚ ਕੋਈ ਅਪਡੇਟ ਨਹੀਂ ਆਇਆ ਹੋਇਆ, ਠੀਕ ਹੈ। ਫੋਰ ਟਾਈਮ ਬਿੰਗ ਆਪਾਂ ਯਾਦ ਕਰਦੇ ਹਾਂ ਕਿ ਹਾਂਜੀ CSO ਬਿਲਕੁਲ ਕੈਲਕੂਲੇਟ ਕਰਦੀ ਹੈ, ਔਰ CSO ਮਰਜ ਹੋ ਚੁੱਕੀ ਹੈ ਇਸ ਆਰਗੇਨਾਈਜੇਸ਼ਨ ਦੇ ਨਾਲ, ਅਤੇ ਨਵੀਂ ਆਰਗੇਨਾਈਜੇਸ਼ਨ NSO ਬਣ ਚੁੱਕੀ ਹੈ। ਬਟ ਇਹਦਾ ਕੋਈ ਜ਼ਿਆਦਾ ਅਪਡੇਟ ਨਹੀਂ ਹੈਗਾ, ਔਰ ਇਸੇ ਕਰਕੇ ਆਪਾਂ ਕੋਈ ਕੁਐਸਚਨ ਵੀ ਇਸ ਤੋਂ ਐਕਸਪੈਕਟ ਨਹੀਂ ਕਰਾਂਗੇ, ਕਿਉਂਕਿ ਇਹਦਾ ਕੋਈ ਅਪਡੇਟ ਹੀ ਨਹੀਂ ਆਇਆ ਹੈਗਾ। ਕੋਵਿਡ ਤੋਂ ਬਾਅਦ ਕੁਛ ਇਹਦਾ ਨਵੀਂ ਚੀਜ਼ ਕੋਈ ਆਪਾਂ ਨੂੰ ਦੇਖਣ ਨੂੰ ਮਿਲੀ ਨਹੀਂ ਹੈਗੀ, ਠੀਕ ਹੈ ਬੱਚੇ। ਹੁਣ ਆਪਾਂ ਦੇਖਦੇ ਹਾਂ ਵਾਟ ਇਜ਼ ਪਰਚੇਜ਼ਿੰਗ ਪਾਵਰ ਪੈਰਿਟੀ, ਇਹ ਆਪਾਂ ਦੇਖਦੇ ਹਾਂ ਥੋੜ੍ਹਾ ਜਿਹਾ। ਅੱਛਾ, ਇੱਕ ਚੀਜ਼ ਉਸ ਤੋਂ ਪਹਿਲਾਂ ਇੱਕ ਚੀਜ਼ ਹੋਰ ਜਿਹੜੀ ਆਪਣੇ ਦੇਖੀਏ ਬੱਚੇ, ਕਿ ਫਾਈਨਲ ਗੁਡਸ, ਕਿ GDP ਇਜ਼ ਦ ਵੈਲਿਊ ਆਫ ਆਲ ਫਾਈਨਲ ਗੁਡਸ। ਇਹ ਤੇ ਮੈਂ ਕਿਉਂ ਸਟੈਸ ਦੇ ਰਿਹਾ ਬੱਚੇ, ਦੇਖੋ ਧਿਆਨ ਨਾਲ। ਹੁਣ ਸਟੀਲ ਰੋਲ ਵੀ ਆਪਣੇ ਦੇਸ਼ ਦੇ ਵਿੱਚ ਚੀਜ਼ਾਂ ਬਹੁਤ ਪ੍ਰੋਡਿਊਸ ਹੁੰਦੀਆਂ ਨੇਗੀਆਂ, ਓਬਵੀਅਸਲੀ ਗੱਲ ਹੈ, ਠੀਕ ਹੈ। ਪਹਿਲਾਂ ਸਟੀਲ ਰੋਲ ਪ੍ਰੋਡਿਊਸ ਹੋਊਗਾ, ਫਿਰ ਰਬੜ ਦੇ ਰੋਲ ਪ੍ਰੋਡਿਊਸ ਹੋਣਗੇ, ਫਿਰ ਸਟੀਅਰਿੰਗ ਪ੍ਰੋਡਿਊਸ ਹੋਊਗਾ, ਫਿਰ ਟਾਇਰ ਪ੍ਰੋਡਿਊਸ ਹੋਊਗਾ, ਐਂਡ ਫਾਈਨਲੀ ਆਪਣੀ ਟਾਟਾ ਨੈਨੋ ਪ੍ਰੋਡਿਊਸ ਹੋਊਗੀ, ਠੀਕ ਹੈ ਜੀ। ਇਹ ਆਪਾਂ ਨੂੰ ਪਤਾ ਹੈ। ਹੁਣ ਬੱਚੇ ਅਗਰ ਆਪਾਂ ਹਰ ਚੀਜ਼ ਦੀ ਵੈਲਿਊ ਐਡ, ਜੇ ਆਪਾਂ ਹੁਣ GDP ਕਾਊਂਟ ਕਰ ਰਹੇ ਹਾਂ, GDP ਦੀ ਡੈਫੀਨੇਸ਼ਨ ਕੀ ਸੀ ਬੱਚੇ, ਵੀ ਹਰ ਚੀਜ਼ ਦੀ ਵੈਲਿਊ ਤੁਸੀਂ ਪ੍ਰਾਈਸਿਸ ਐਡ ਕਰੀ ਚਲੋ, ਅਤੇ ਫਾਈਨਲ ਜੋ ਤੁਹਾਡਾ ਨਿਕਲ ਕੇ ਆਊਗਾ ਬੱਚੇ, ਉਹ ਤੁਹਾਡੀ GDP ਆ ਜਾਊਗੀ। ਇਹ ਆਪਾਂ ਨੇ ਦੇਖਿਆ ਸੀਗਾ। ਬਟ ਆਪਾਂ ਨੇ ਇੱਕ ਚੀਜ਼ ਦੇਖੀ ਹੈ ਵੀ ਆਪਾਂ ਨੇ ਫਾਈਨਲ ਵਰਡ ਯੂਜ਼ ਕੀਤਾ ਸੀਗਾ, ਫਾਈਨਲ ਗੁਡਸ ਐਂਡ ਸਰਵਿਸਿਜ਼। ਉਹਦਾ ਕੀ ਮਤਲਬ ਹੈ? ਮਤਲਬ ਬੱਚੇ ਤੁਸੀਂ ਜਿਹੜੇ ਇਹ ਇੰਟਰਮੀਡੀਏਟਰੀ ਗੁਡਸ ਨੇਗੀਆਂ ਬਣ ਰਹੇ ਨੇ, ਤੁਸੀਂ ਇਹਨਾਂ ਦੀ ਵੈਲਿਊ ਨਹੀਂ ਐਡ ਕਰਨੀ। ਰੀਜ਼ਨ ਇਹੀ ਹੈ ਕਿ ਅਗਰ ਤੁਸੀਂ ਇੱਥੇ ਵੀ ਵੈਲਿਊ ਐਡ ਕਰ ਲਈ, ਠੀਕ ਹੈ, ਇਹਦੀ ਵੀ ਵੈਲਿਊ ਐਡ ਕਰ ਲਈ, ਇਹਦੀ ਵੀ ਕਰ ਲਈ, ਇਹਦੀ ਵੀ ਕਰ ਲਈ, ਐਂਡ ਫਾਈਨਲੀ ਤੁਸੀਂ ਕਾਰ ਦੀ ਵੀ ਐਡ ਕਰ ਲਈ। ਹੁਣ ਇਹ ਮਲਟੀਪਲ ਵਾਰ ਐਡੀਸ਼ਨ ਹੋ ਰਹੀ ਹੈਗੀ, ਠੀਕ ਹੈ। ਸਟੀਅਰਿੰਗ ਦੀ ਵੈਲਿਊ ਇੱਥੇ ਵੀ ਕਾਊਂਟ ਹੋਗੀ, ਕਾਰ ਦੇ ਵਿੱਚ ਵੀ ਕਾਊਂਟ ਹੋ ਜੂਗੀ, ਸਟੀਲ ਰੋਲ ਦੀ ਵੈਲਿਊ ਇੱਥੇ ਵੀ ਕਾਊਂਟ ਹੋਗੀ, ਇੱਥੇ ਵੀ ਕਾਊਂਟ ਹੋ ਜੂਗੀ। ਤਾਂ ਮਤਲਬ ਕੀ ਹੈ ਬੱਚੇ, ਜਿਹੜੇ ਇੰਟਰਮੀਡੀਏਟਰੀ ਗੁਡਸ ਨੇ ਅਸੀਂ ਉਹਨਾਂ ਦੀ ਵੈਲਿਊ GDP ਦੇ ਵਿੱਚ ਕਾਊਂਟ ਨਹੀਂ ਕਰਨੀ, ਅਸੀਂ ਸਿਰਫ ਫਾਈਨਲ ਗੁਡਸ ਹੀ ਦੇਖਣੇ ਨੇ ਜੋ ਕਿ ਆਪਣੇ ਐਕਚੁਅਲ ਦੇ ਵਿੱਚ GDP ਦੇ ਵਿੱਚ ਕਾਊਂਟ ਹੋਣਗੇ, ਠੀਕ ਹੈ। ਤਾਂ ਕਰਕੇ ਆਪਾਂ ਕਹਿ ਰਹੇ ਹਾਂ ਵੀ ਸਿਰਫ ਫਾਈਨਲ ਗੁਡਸ ਐਂਡ ਸਰਵਿਸਿਜ਼ ਹੀ ਇਹਦੇ ਵਿੱਚ ਆਪਾਂ ਕਾਊਂਟ ਕਰਾਂਗੇ, ਠੀਕ ਹੈ ਬੱਚੇ। ਚਲੋ ਇਹ ਚੀਜ਼ ਹੋ ਗਈ। ਹੁਣ ਨੈਕਸਟ ਮੂਵ ਔਨ ਕਰਦੇ ਆਪਾਂ ਪਰਚੇਜ਼ਿੰਗ ਪਾਵਰ ਪੈਰਿਟੀ 'ਤੇ। ਵਾਟ ਇਜ਼ ਦੈਟ? ਦੇਖੋ, ਇੱਕ ਤਾਂ ਹੁੰਦਾ ਐਕਸਚੇਂਜ ਰੇਟ ਸਿੰਪਲ, ਜਿਵੇਂ ਮੰਨ ਲਓ ਵੀ $1 = 70 ਰੁਪਏ ਜਾਂ 75 ਰੁਪਏ, ਜੋ ਵੀ ਆਪਣਾ ਐਕਸਚੇਂਜ ਰੇਟ ਚੱਲ ਰਿਹਾ, ਠੀਕ ਹੈ। ਹੁਣ ਜੇ ਮੰਨ ਲਓ $10 ਅਮਰੀਕਾ ਦੇ, ਠੀਕ ਹੈ, ਆਪਣਾ 700 ਰੁਪਇਆ। ਹੁਣ ਇਹਦੇ ਨਿਕਲ ਕੀ ਆਇਆ, ਆਪਣਾ ਐਕਸਚੇਂਜ ਰੇਟ ਬਣਿਆ ਬੱਚੇ 70 ਰੁਪਏ, ਠੀਕ ਹੈ, ਕਿ $1 = 70 ਰੁਪਏ। ਇਹ ਚੀਜ਼ ਨਿਕਲ ਕੇ ਆ ਗਈ, ਆਪਾਂ ਨੂੰ ਸਮਝ ਆ ਰਹੀ ਹੈ ਚੀਜ਼, ਠੀਕ ਹੈ। ਬਟ ਐਕਚੁਅਲ ਦੇ ਵਿੱਚ ਕੀ ਹੁੰਦਾ ਹੈ, ਜੋ ਮਤਲਬ ਪਰਚੇਜ਼ਿੰਗ ਪਾਵਰ ਪੈਰਿਟੀ ਕੀ ਚੀਜ਼ ਕਹਿੰਦੀ ਹੈ, ਵੀ ਇੱਕ ਸੇਮ ਅਮਾਊਂਟ ਦੀ, ਮੰਨ ਲਓ $10 ਹੈਗਾ, ਮੰਨ ਲਓ ਇੱਕ ਬਾਸਕਟ ਹੈ ਤੁਹਾਡੇ ਰਾਸ਼ਨ ਪਾਣੀ ਦੀ, ਤੁਹਾਡਾ ਇੱਕ ਵੀਕ ਦਾ ਪੂਰਾ ਰਾਸ਼ਨ ਪਾਣੀ ਹੈ ਜੋ ਤੁਸੀਂ ਸੁਪਰ ਮਾਰਕੀਟ ਦੇ ਵਿੱਚੋਂ ਪਰਚੇਜ਼ ਕਰਨ ਜਾ ਰਹੇ ਹੋ, ਠੀਕ ਹੈ। ਤੁਹਾਡੀ ਜੇਬ ਦੇ ਵਿੱਚ $10 ਹੈਗੇ ਨੇ, ਤੁਸੀਂ ਅਮਰੀਕਾ ਦੇ ਵਿੱਚੋਂ $10 ਲੈ ਕੇ ਤੁਸੀਂ ਇਹ ਬਾਸਕਟ ਪਰਚੇਜ਼ ਕਰ ਲਿਆ, ਤੁਹਾਡੇ ਹਫ਼ਤੇ ਦਾ ਰਾਸ਼ਨ ਪਾਣੀ ਚੱਲ ਜਾਏਗਾ, ਓਕੇ, ਗੱਲਬਾਤ ਹੋ ਗਈ, ਠੀਕ ਹੈ। ਹੁਣ ਬੱਚੇ ਇੰਡੀਆ ਦੇ ਵਿੱਚ ਅਗਰ ਇਹੀ ਚੀਜ਼, ਆਪਣੇ ਨੀਡਸ ਤਾਂ ਸੇਮ ਹੀ ਨੇ ਨਾ, ਚਾਹੇ ਆਪਾਂ ਅਮਰੀਕਾ ਦੇ ਵਿੱਚ ਬੈਠ ਗਏ, ਹੈਗੇ ਤਾਂ ਆਪਾਂ ਇੰਡੀਅਨ ਹੀ ਆ, ਚੀਜ਼ਾਂ ਤਾਂ ਆਪਣੀਆਂ ਸੇਮ ਹੀ ਨੇਗੀਆਂ। ਹੁਣ ਜੇ ਉਹੀ ਚੀਜ਼ ਬੰਦਾ NRI ਕੋਈ ਆਪਣੇ ਦੇਸ਼ ਦੇ ਵਿੱਚ ਵਾਪਸ ਆਇਆ ਹੋਇਆ, ਇੰਡੀਆ ਦੇ ਵਿੱਚ ਵਾਪਸ ਆਇਆ ਹੋਇਆ, ਉਹੀ ਚੀਜ਼ਾਂ ਜਦੋਂ ਸੇਮ ਸੁਪਰ ਮਾਰਕੀਟ ਦੇ ਵਿੱਚੋਂ ਉਹ, ਕਿਉਂਕਿ ਹੁਣ ਵਾਲਮਾਰਟ ਤੋਂ ਸਾਰੇ ਕਿਤੇ ਹੀ ਨੇਗੇ, ਠੀਕ ਹੈ, ਵਾਲਮਾਰਟ ਅਮਰੀਕਾ ਦੇ ਵਿੱਚ ਵੀ ਹੈ, ਇੰਡੀਆ ਦੇ ਵਿੱਚ ਵੀ ਹੈ। ਹੁਣ ਜਦੋਂ ਸੇਮ ਵਾਲਮਾਰਟ ਦੇ ਵਿੱਚੋਂ ਉਹ ਸੇਮ ਬਾਸਕਟ, ਜਿਹੜਾ ਸੇਮ ਗੁਡਸ ਉਹ ਬਾਸਕਟ ਬੱਚੇ ਪਰਚੇਜ਼ ਕਰਨ ਜਾਊਗਾ, ਤਾਂ ਉਹਨੇ ਕਿੰਨੇ ਪੈਸੇ ਰੁਪਏ ਸਪੈਂਡ ਕੀਤੇ ਬੱਚੇ? 177। ਤਾਂ ਆਪਾਂ ਨੂੰ ਕੀ ਪਤਾ ਲੱਗ ਰਿਹਾ ਇੱਥੋਂ,
ਵੀ ਜਿਹੜੀ ਚੀਜ਼ਾਂ ਦੀ ਵੈਲਿਊ ਅਮਰੀਕਾ ਦੇ ਵਿੱਚ $10 ਹੈ, ਉਹੀ ਸੇਮ ਚੀਜ਼ਾਂ ਦੀ ਐਗਜ਼ੈਕਟਲੀ ਸੇਮ ਚੀਜ਼ਾਂ ਦੀ ਵੈਲਿਊ ਇੰਡੀਆ ਦੇ ਵਿੱਚ 177 ਰੁਪਈਜ਼ ਹੈਗੀ। ਠੀਕ ਹੈ, ਤਾਂ ਆਪਾਂ ਨੂੰ ਕੀ ਪਤਾ ਲੱਗ ਰਿਹਾ ਬੱਚੇ ਕਿ ਇਸ ਚੀਜ਼ ਨਾਲ ਵੀ ਆਪਾਂ ਉਨੀ ਚੀਜ਼ਾਂ ਖਰੀਦ ਸਕਦੇ ਹਾਂ, ਇੰਨੇ ਵੈਲਿਊ ਨਾਲ, ਇੰਨੀ ਅਮਾਊਂਟ ਨਾਲ, ਔਰ ਇੰਨੀ ਅਮਾਊਂਟ ਨਾਲ ਵੀ ਆਪਾਂ ਸੇਮ ਚੀਜ਼ਾਂ ਖਰੀਦ ਸਕਦੇ ਹਾਂ। ਇਹਨੂੰ ਆਪਾਂ ਕਹਿੰਦੇ ਹਾਂ ਬੱਚੇ ਪਰਚੇਜ਼ਿੰਗ ਪਾਵਰ ਪੈਰਿਟੀ। ਮਤਲਬ ਕਿੰਨੀ ਜੇ ਮੰਨ ਲਓ ਸੇਮ ਵੈਲਿਊ ਹੋ ਰਹੀ ਹੈ ਤਾਂ ਮਤਲਬ ਇਹ ਦੋਨੇ ਵੈਲਿਊ ਇਕੁਅਲ ਨੇਗੀਆਂ, ਕਿਉਂਕਿ ਇਹਨਾਂ ਦੋਨਾਂ ਵੈਲਿਊ ਨਾਲ ਆਪਾਂ ਸੇਮ ਅਮਾਊਂਟ ਆਫ ਗੁੱਡਸ ਖਰੀਦ ਪਾ ਰਹੇ ਹਾਂ। ਠੀਕ ਹੈ, ਤਾਂ ਮਤਲਬ ਆਪਣਾ ਇਹਨਾਂ ਦਾ $10 ਆਪਣੇ 177 ਰੁਪਈਜ਼ ਦੇ ਬਰਾਬਰ ਹੈ, ਯਾਨੀ ਕਿ ਪਰਚੇਜ਼ਿੰਗ ਪਾਵਰ ਪੈਰਿਟੀ ਦੇ ਅਕੋਰਡਿੰਗ $1 ਇਜ਼ ਇਕੁਅਲ ਟੂ 17 ਰੁਪਈਜ਼ ਦੇ ਬਰਾਬਰ ਹੋਣਾ ਚਾਹੀਦਾ ਓਨਲੀ। ਬਟ ਐਕਚੁਅਲ ਦੇ ਵਿੱਚ ਐਕਸਚੇਂਜ ਰੇਟ ਕਿੰਨਾ ਦੇਖੋ ਕਿੰਨਾ ਜ਼ਿਆਦਾ ਹੈਗਾ। ਠੀਕ ਹੈ, ਤਾਂ ਇਹ ਥੋੜ੍ਹਾ ਜਿਹਾ ਪਰਚੇਜ਼ਿੰਗ ਪਾਵਰ ਦਾ ਮਤਲਬ ਕਨਸੈਪਟ ਹੈਗਾ ਜੋ ਕਿ ਐਕਚੁਅਲ ਐਕਸਚੇਂਜ ਰੇਟ ਤੋਂ ਬਿਲਕੁਲ ਡਿਫਰੈਂਟ ਹੈਗਾ। ਠੀਕ ਹੈ, ਤਾਂ ਆਪਾਂ ਕਹਿ ਸਕਦੇ ਵੀ ਆਪਣਾ ਜਿਹੜਾ ਇੰਡੀਅਨ ਰੁਪਈਆ ਕਿਤੇ ਨਾ ਕਿਤੇ ਅੰਡਰ ਵੈਲਿਊ ਕਹਿ ਸਕਦੇ ਆਪਾਂ ਇਹਨੂੰ ਚੀਜ਼, ਹੈ ਨਾ, ਵੀ ਆਪਣਾ ਜਾਣ ਬੁੱਝ ਕੇ ਜਾਂ ਜਿਵੇਂ ਮਰਜ਼ੀ ਆਪਾਂ ਅੰਡਰ ਵੈਲਿਊ ਕਰਕੇ ਰੱਖਦੇ ਹਾਂ ਇਹਨੂੰ। ਐਕਚੁਅਲ ਦੇ ਵਿੱਚ ਆਪਣੀ ਇੰਡੀਅਨ ਰੁਪਏ ਦੀ ਵੈਲਿਊ ਥੋੜ੍ਹੀ ਜਿਹੀ ਜ਼ਿਆਦਾ ਹੋਣੀ ਚਾਹੀਦੀ ਸੀਗੀ। ਠੀਕ ਹੈ, ਕਿਉਂਕਿ ਆਪਾਂ ਸਿਰਫ 177 ਰੁਪਈਜ਼ ਨਾਲ ਆਪਾਂ $10 ਦਾ ਸਮਾਨ ਖਰੀਦ ਪਾ ਰਹੇ ਹਾਂ, ਤਾਂ ਇਹਦੇ ਨਾਲ ਇਸ ਹਿਸਾਬ ਨਾਲ ਸਿਰਫ 17 ਰੁਪਈਜ਼ ਹੀ ਐਕਸਚੇਂਜ ਰੇਟ ਹੋਣਾ ਚਾਹੀਦਾ ਸੀਗਾ, ਬਟ ਐਕਚੁਅਲ ਦੇ ਵਿੱਚ ਇਹ ਹੈਗਾ। ਠੀਕ ਹੈ, ਹੁਣ ਬੱਚੇ ਇਸੇ ਪੈਟਰਨ ਦੇਖੋ ਪੰਜਾਬ ਦੇ ਐਗਜ਼ਾਮ ਲਈ ਜਿੰਨੀ ਕਿ ਰੈਲੀਵੈਂਟ ਚੀਜ਼ ਹੈ ਆਪਾਂ ਉਸ ਤੋਂ ਜ਼ਿਆਦਾ ਹੀ ਪੜ੍ਹ ਰਹੇ ਪਹਿਲੀ ਗੱਲ ਤਾਂ। ਠੀਕ ਹੈ, ਅਗੇਨ ਬਹੁਤ ਜ਼ਿਆਦਾ ਇਹਨੂੰ ਡਿਵੈਲਪ ਕਰਨ ਦੀ ਲੋੜ ਹੈ ਨਹੀਂ, ਬਹੁਤ ਜ਼ਿਆਦਾ ਡਿਗ ਡੀਪ ਕਰਨ ਦੀ ਲੋੜ ਹੈ ਨਹੀਂ। ਠੀਕ ਹੈ, ਸਿਰਫ ਆਪਾਂ ਨੇ ਹੁਣ ਇਹੀ ਚੀਜ਼ ਯਾਦ ਕਰਨੀ ਹੈ MCQ ਵਾਸਤੇ ਕਿ ਪਰਚੇਜ਼ਿੰਗ ਪਾਵਰ ਪੈਰਿਟੀ ਦੇ ਟਰਮ ਦੇ ਵਿੱਚ ਆਪਣਾ ਜਿਹੜਾ ਰੈਂਕਿੰਗ ਹੈ ਇੰਡੀਆ ਦੀ ਉਹ 3rd ਨੰਬਰ 'ਤੇ ਬਣ ਗਈ। ਠੀਕ ਹੈ, ਹੁਣ ਅਗੇਨ ਉਹੀ ਦੇਖੋ ਸਮਝਾਉਣ ਦੀ ਕੋਸ਼ਿਸ਼ ਮੈਂ ਤਾਂ ਕੀਤੀ ਹੈ ਤਾਂ ਕਿ ਮਨ ਦੇ ਵਿੱਚ ਨਾ ਕਨਫਿਊਜ਼ਨ ਆ ਰਿਹਾ ਜੇ ਵੀ ਵਾਟ ਇਜ਼ ਪਰਚੇਜ਼ਿੰਗ ਪਾਵਰ ਪੈਰਿਟੀ। ਐਗਜ਼ਾਮ ਦੇ ਵਿੱਚ ਤੁਹਾਨੂੰ ਕਦੇ ਵੀ ਨਹੀਂ ਆਊਗਾ, ਉਹ ਸਿਰਫ ਤੁਹਾਡੀ ਕਿਉਰਿਓਸਿਟੀ ਨੂੰ ਸੋਲਵ ਕਰਨ ਵਾਸਤੇ ਮੈਨੇ TPP ਦਾ ਕਨਸੈਪਟ ਜਿਹੜਾ ਡਿਸਕਸ ਕੀਤਾ। ਅਦਰਵਾਈਜ਼ ਐਗਜ਼ਾਮ ਦੇ ਵਿੱਚ ਸਿਰਫ ਇਹੀ ਚੀਜ਼ ਆਊਗੀ ਕਿ ਕਿੰਨੀ ਰੈਂਕਿੰਗ ਹੈ। ਤਾਂ 6ਵੇਂ ਨੰਬਰ 'ਤੇ ਆਪਣੀ ਨੋਮੀਨਲ GDP ਦੇ ਟਰਮ ਦੇ ਵਿੱਚ ਹੈ, 3rd ਨੰਬਰ 'ਤੇ ਆਪਣੀ ਪਰਚੇਜ਼ਿੰਗ ਪਾਵਰ ਪੈਰਿਟੀ ਦੇ ਟਰਮ ਦੇ ਵਿੱਚ ਆਪਣੀ ਰੈਂਕਿੰਗ ਹੈਗੀ ਵਿੱਚ। ਠੀਕ ਹੈ, ਚਲੋ ਨੈਕਸਟ ਮੂਵ ਔਨ ਕਰੀਏ। ਇਹ ਕੁਝ ਬੱਚੇ GDP ਦਾ ਗ੍ਰਾਫ ਹੈ ਜੋ ਕਿ ਈਅਰ ਵਾਈਜ਼ ਦਿੱਤਾ ਹੋਇਆ, ਬ੍ਰੇਕਅਪ ਦਿੱਤਾ ਹੋਇਆ 15, 16, 16, 17, 17, 18, 18, 19, 19, 20 ਅਤੇ ਆਪਣਾ ਜਿਹੜਾ 2020-21 ਦਾ ਬੱਚੇ ਦੇਖੋ ਤੁਸੀਂ ਧਿਆਨ ਦੇਣਾ ਹੈ ਨੈਗੇਟਿਵ GDP ਆ ਰਹੀ ਹੈ ਬੱਚੇ। ਠੀਕ ਹੈ, ਇਹ ਰੀਅਲ GDP ਹੈ ਕਿਉਂਕਿ 2011-12 ਦੇ ਪ੍ਰਾਈਸਿਸ ਨੇਗੇ, ਔਰ ਇਹ ਧਿਆਨ ਰੱਖਣਾ ਆਪਣਾ ਬੇਸ ਈਅਰ ਜਿਹੜਾ ਹੈਗਾ ਉਹ 2011-12 ਹੀ ਹੈ। ਇਹ ਵੀ ਐਗਜ਼ਾਮ ਦੇ ਵਿੱਚ ਆ ਜਾਂਦਾ ਹੈ ਕਿ GDP ਕੈਲਕੂਲੇਸ਼ਨ ਦੇ ਵਿੱਚ ਅਸੀਂ ਬੇਸ ਈਅਰ ਕਿਹੜੇ ਸਾਲ ਨੂੰ ਯੂਜ਼ ਕਰਦੇ ਹਾਂ, ਤਾਂ 11-12 ਨੂੰ ਯੂਜ਼ ਕਰਦੇ ਹਾਂ। ਠੀਕ ਹੈ, ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਹੁਣ ਤੁਸੀਂ ਦੇਖੋ ਬੱਚੇ 2020-21 ਦੇ ਵਿੱਚ ਕੋਵਿਡ ਦਾ ਪੂਰਾ ਹੀ ਮਤਲਬ ਇਫੈਕਟ ਸੀਗਾ, ਇਸੇ ਕਰਕੇ ਆਪਣੀ GDP ਬੱਚੇ ਨੈਗੇਟਿਵ ਚਲੀ ਗਈ ਸੀਗੀ। ਦੇਖੋ ਇਹ ਕੀ ਹੈ ਬੱਚੇ ਗ੍ਰਾਫ GDP ਗਰੋਥ ਦਾ। GDP ਗਰੋਥ ਕੀ ਹੁੰਦੀ ਹੈ ਬੱਚੇ। ਠੀਕ ਹੈ, ਦੇਖੋ ਮਤਲਬ 2020 ਦੇ ਵਿੱਚ ਤੁਸੀਂ ਕਿੰਨੀਆਂ ਚੀਜ਼ਾਂ ਪ੍ਰੋਡਿਊਸ ਕਰ ਰਹੇ ਸੀਗੇ। ਠੀਕ ਹੈ, ਔਰ ਉਹਦੇ ਅਗੇਂਸਟ 2021 ਦੇ ਵਿੱਚ ਕਿੰਨੀਆਂ ਚੀਜ਼ਾਂ ਪ੍ਰੋਡਿਊਸ ਕਰ ਰਹੇ ਹੋ। ਠੀਕ ਹੈ, ਇਹ ਹੁੰਦੀ ਆਪਣੀ ਗਰੋਥ। ਓਬਵੀਅਸਲੀ ਗੱਲ ਗਰੋਥ ਵੀ ਪਿਛਲੇ ਸਾਲ ਤੋਂ ਆਪਾਂ ਦੇਖਾਂਗੇ ਵੀ ਪਿਛਲੇ ਸਾਲ ਕਿੰਨੀ ਸੀਗੀ, ਹੁਣ ਆਪਣੀ ਗਰੋਥ ਕਿੰਨੀ ਹੋ ਗਈ ਹੈ। ਪਹਿਲਾਂ ਕਿੰਨੀਆਂ ਚੀਜ਼ਾਂ ਪ੍ਰੋਡਿਊਸ ਕਰ ਰਹੇ ਸੀ, ਹੁਣ ਕਿੰਨੀਆਂ ਚੀਜ਼ਾਂ ਪ੍ਰੋਡਿਊਸ ਕਰ ਰਹੇ ਹਾਂ। ਸਿੰਪਲ ਇਹੀ ਚੀਜ਼ ਹੈ GDP ਗਰੋਥ। ਠੀਕ ਹੈ, ਤਾਂ ਮਤਲਬ 2020-21 ਦੇ ਵਿੱਚ ਅਸੀਂ ਨਵੀਆਂ ਦਾ ਕੀ ਪ੍ਰੋਡਿਊਸ ਕਰਨੀਆਂ ਸੀਗੀਆਂ, ਜਿਹੜੀਆਂ ਪਹਿਲਾਂ 19-20 ਦੇ ਵਿੱਚ ਕਰ ਰਹੇ ਸੀ ਉਦੋਂ ਵੀ ਘੱਟ ਪ੍ਰੋਡਿਊਸ ਕੀਤਾ ਹੈ। ਦੈਟ ਮੀਨ ਇਹਦਾ ਮਤਲਬ ਹੈਗਾ ਆਪਣਾ ਨੈਗੇਟਿਵ ਹੋਣਾ, GDP ਗਰੋਥ ਨੈਗੇਟਿਵ ਹੋਣਾ। ਠੀਕ ਹੈ, ਪੁਆਇੰਟ ਕਿਸੇ ਕਿਤੇ ਤੁਹਾਨੂੰ ਫਿਗਰ ਇਹ 7.53 ਵੀ ਮਿਲ ਜੂਗੀ, -7.3 ਵੀ ਫਿਗਰ ਮਿਲ ਜੂਗੀ ਕਿਤੇ ਨਾ ਕਿਤੇ। ਠੀਕ ਹੈ, ਤਾਂ ਦੋਨੇ ਫਿਗਰਸ ਠੀਕ ਨਹੀਂ ਹੈ, 0.72 ਵੀ ਠੀਕ ਹੈ, 7.3 ਵੀ ਠੀਕ ਹੈ, ਦੋਨੇ ਠੀਕ ਨਹੀਂ ਹੈ। ਜ਼ਿਆਦਾ ਰੈਲੇਵੈਂਟ ਵੈਸੇ 7.3 ਹੈਗੀ। ਠੀਕ ਹੈ, ਨਿਊਜ਼ਪੇਪਰ ਵਗੈਰਾ ਦੇ ਵਿੱਚ ਇਹੀ ਫਿਗਰ ਜ਼ਿਆਦਾ ਕੋਡ ਹੋਈ ਸੀਗੀ। ਠੀਕ ਹੈ, ਉਸ ਟਾਈਮ। ਚਲੋ ਜੀ, ਤਾਂ ਮਤਲਬ ਇਹ ਧਿਆਨ ਰੱਖਣਾ ਪਹਿਲੀ ਗੱਲ ਤਾਂ ਕਿ 2020-21 ਦੇ ਵਿੱਚ ਆਪਣੀ GDP ਗਰੋਥ ਨੈਗੇਟਿਵ ਸੀ ਔਰ ਇਸ ਰੇਂਜ ਦੇ ਵਿੱਚ ਸੀ। ਇਹ ਪੋਸੀਬਲੀ ਨੰਬਰ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ, ਕਿਉਂਕਿ ਪੰਜਾਬ ਦੇ ਐਗਜ਼ਾਮ ਦੇ ਵਿੱਚ ਫੈਕਚੁਅਲ ਚੀਜ਼ਾਂ ਡੈਫੀਨਿਟਲੀ ਪੁੱਛੇ ਜਾਂਦੇ ਨੇਗੀਆਂ। ਠੀਕ ਹੈ, ਚਲੋ ਅਗੇਨ ਬੱਚੇ ਇਹ ਵੀ ਇੱਕ ਟੇਬਲ ਚਾਰਟ ਹੈਗਾ। ਬੇਸਿਕਲੀ ਸਿੰਪਲ ਕੀ ਹੈ, ਇਹਦੇ ਵਿੱਚ ਰੈਂਕਿੰਗ ਦੱਸੀ ਗਈ ਹੈ। ਇੰਡੀਆ ਜਿਹੜਾ ਆਪਣਾ ਹੈਗਾ ਬੱਚੇ 6ਵੇਂ ਨੰਬਰ 'ਤੇ ਹੈ, ਜਿਹੜੀ ਆਪਾਂ ਡਿਸਕਸ ਆਲਰੇਡੀ ਕਰ ਚੁੱਕੇ ਹਾਂ 1 2 3 4 5 6। ਠੀਕ ਹੈ, ਇੰਡੀਆ 66 ਨੰਬਰ 'ਤੇ ਹੈਗਾ, ਬਟ 6th ਨੰਬਰ ਵੀ ਇੱਕ ਇਲੂਜ਼ਨ ਹੈ ਬੱਚੇ। ਠੀਕ ਹੈ, ਕਿਉਂਕਿ ਦੇਖੋ ਗੈਪ ਦੇਖੋ ਕਿੰਨਾ ਹੈਗਾ। ਚਲੋ UK ਨਾਲ ਤਾਂ ਆਪਾਂ ਕੰਪੈਰੇਟਿਵਲੀ ਨੇੜੇ ਤੇੜੇ ਕੋਈ ਜ਼ਿਆਦਾ ਫਰਕ ਨਹੀਂ ਹੈਗਾ, ਬਟ ਚਾਈਨਾ ਨਾਲ USA ਨਾਲ ਕਿੰਨਾ ਫਰਕ ਹੈ ਬੱਚੇ। ਆਪਾਂ ਨੂੰ ਉਮਰ ਭਰ ਲੱਗ ਜੂਗੀ ਇਹਨਾਂ ਦੇ ਬਰਾਬਰ ਪਹੁੰਚਣ ਦੇ, ਅਗਰ ਆਪਾਂ ਇਸੇ ਪੇਸ 'ਤੇ ਗਰੋ ਕਰਦੇ ਰਹੇ। ਠੀਕ ਹੈ, ਤਾਂ ਮਤਲਬ ਮੁਸ਼ਕਿਲ ਆਲਮੋਸਟ ਇੰਪੋਸੀਬਲ ਚੀਜ਼ ਹੈਗੀ ਅਗਰ ਆਪਾਂ ਪ੍ਰੈਜ਼ੈਂਟ ਵਾਲਾ ਪੇਸ ਆਪਣੇ ਜਿਹੜਾ ਕਿ ਮੇਨਟੇਨ ਕਰਕੇ ਰੱਖਿਆ। ਠੀਕ ਹੈ, ਚਾਈਨਾ ਬੱਚੇ ਮੋਸਟ ਲਾਈਕਲੀ ਹੈ ਵੀ ਆਉਣ ਵਾਲੇ 20 ਤੋਂ 25 ਸਾਲਾਂ ਦੇ ਵਿੱਚ ਅਮੈਰੀਕਾ ਨੂੰ ਵੀ ਓਵਰਟੇਕ ਕਰ ਲੂਗਾ, ਕਿਉਂਕਿ ਜਿਹੜੀ ਚਾਈਨਾ ਦੀ ਗਰੋਥ ਹੈ ਉਹ ਅੱਛੀ ਖਾਸੀ ਹੈਗੀ ਹੈ ਇਸ ਟਾਈਮ 'ਤੇ। ਠੀਕ ਹੈ, ਕੰਪੇਅਰ ਟੂ ਦੇਅਰ ਬੇਸ। ਤਾਂ ਮਤਲਬ 20-25 ਸਾਲਾਂ ਦੇ ਵਿੱਚ ਇਹ US ਤੋਂ ਓਵਰਟੇਕ ਕਰਕੇ ਦੁਨੀਆ ਦਾ ਨੰਬਰ 1 ਦੇਸ਼ ਬਣ ਜੂਗਾ ਇਨ ਟਰਮਸ ਆਫ ਨੋਮੀਨਲ GDP ਵਿੱਚ। ਠੀਕ ਹੈ, ਇਹ ਵੀ ਧਿਆਨ ਰੱਖਣਾ ਆਪਣੇ। ਤਾਂ ਗੈਪ ਬਹੁਤ ਜ਼ਿਆਦਾ ਹੈ। ਠੀਕ ਹੈ, ਆਪਣੇ ਤੋਂ ਮੇਬੀ 5 ਗੁਣਾ ਜ਼ਿਆਦਾ, ਦੇਖੋ 5 ਟਾਈਮਸ ਐਟਲੀਸਟ ਜ਼ਿਆਦਾ ਹੈ ਚਾਈਨਾ ਦੀ GDP ਆਪਣੇ ਨਾਲੋਂ। ਚਲੋ ਠੀਕ ਹੈ ਜੀ, ਹੁਣ ਬੱਚੇ ਬੇਸਿਕਲੀ ਕੁਛ ਆਪਾਂ ਥਿਓਰੈਟੀਕਲ ਕਨਸੈਪਟ ਕਰਨੇ ਨੇ ਜਿਹੜੇ ਕਿ ਐਜ਼ ਇਟ ਇਜ਼ ਪੇਪਰ ਦੇ ਵਿੱਚ ਸਟੇਟਮੈਂਟ ਬੇਸਡ ਆਉਂਦੇ ਨੇ ਜਾਂ ਡੈਫੀਨੇਸ਼ਨ ਬੇਸਡ ਕੁਐਸਚਨ ਆਉਂਦੇ ਨੇ, ਉਹਨਾਂ ਬਾਰੇ ਆਪਾਂ ਥੋੜ੍ਹਾ ਜਿਹਾ ਦੇਖਾਂਗੇ ਕੀ ਹੁੰਦਾ ਹੈਗਾ।
ਤਾਂ ਬੱਚੇ ਆਪਾਂ GDP ਕਰ ਲਿਆ ਸੀਗਾ। GDP ਦੀ ਡੈਫੀਨੇਸ਼ਨ ਆਈ ਹੋਪ ਤੁਹਾਨੂੰ ਹੁਣ ਇੰਗਰੇਵ ਹੋ ਜਾਣੀ ਚਾਹੀਦੀ ਤੁਹਾਡੇ ਮਾਈਂਡ ਦੇ ਵਿੱਚ, ਠੀਕ ਹੈ, ਕਿ GDP ਕੀ ਸੀਗਾ। ਬੇਸਿਕਲੀ ਸਾਰੀਆਂ ਚੀਜ਼ਾਂ ਜੋ ਆਪਣੇ ਦੇਸ਼ ਦੇ ਵਿੱਚ ਪ੍ਰੋਡਿਊਸ ਹੋ ਰਹੀਆਂ ਨੇਗੀਆਂ, ਨੋ ਮੈਟਰ ਸਾਡਾ ਇੰਡੀਅਨ ਬਣਾ ਰਿਹਾ, ਕੋਈ ਅਮਰੀਕਨ ਬਣਾ ਰਿਹਾ, ਕਿਸੇ ਮਰਜ਼ੀ ਦੇਸ਼ ਦਾ ਬੰਦਾ ਬਣਾ ਰਿਹਾ, ਬਟ ਅਗਰ ਆਪਣੇ ਦੇਸ਼ ਦੇ ਵਿੱਚ ਬਣਾ ਰਿਹਾ, ਆਪਣੀ ਚਾਰ ਦੀਵਾਰੀ ਦੇ ਵਿੱਚ ਬਣਾ ਰਿਹਾ, ਤਾਂ ਦੈਟ ਮੀਨਸ ਉਹ GDP ਦੇ ਵਿੱਚ ਕਾਊਂਟ ਹੋਏਗਾ, ਠੀਕ ਹੈ। ਹੁਣ ਦੇਖੋ, ਅਸੀਂ ਖੁਸ਼ ਹੋਣਾ ਤਾਂ ਬਹੁਤ ਵਧੀਆ ਜਾਣਦੇ ਹਾਂ ਕਿ ਹਾਂਜੀ ਚੀਜ਼ਾਂ ਪ੍ਰੋਡਿਊਸ ਹੋ ਰਹੀਆਂ ਨੇ, ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ, ਠੀਕ ਹੈ, ਬਟ ਐਕਚੁਅਲ ਦੇ ਵਿੱਚ ਇਕੱਲਾ ਪ੍ਰੋਡਕਸ਼ਨ ਤਾਂ ਨਹੀਂ, ਨਾਲ ਬੱਚੇ ਹੁਣ ਕੋਈ ਚੀਜ਼ ਤੁਸੀਂ ਮਸ਼ੀਨ ਯੂਜ਼ ਕਰ ਰਹੇ ਹੋ, ਠੀਕ ਹੈ, ਕੋਈ ਮਤਲਬ ਰੋਲਿੰਗ ਮਸ਼ੀਨ ਯੂਜ਼ ਕਰ ਰਹੇ ਹੋ, ਬਾਰ-ਬਾਰ ਉਹਨੂੰ ਹਿੱਟ ਕਰ ਰਹੇ ਹੋ ਤੁਸੀਂ, ਠੀਕ ਹੈ, ਕੋਈ ਮਤਲਬ ਇੱਕ ਸਟੀਲ ਦੀ ਸ਼ੀਟ ਬਣਾਉਣੀ ਹੈ, ਠੀਕ ਹੈ, ਇੱਥੇ ਇੱਕ ਹੈਮਰ ਹੈ ਬੱਚੇ ਵੱਡਾ, ਠੀਕ ਹੈ, ਹੈਮਰ ਨੂੰ ਤੁਸੀਂ ਨੀਚੇ ਪ੍ਰੈਸ ਕਰ ਦਿਓ ਅਤੇ ਸ਼ੀਟ ਬਣ ਜਾਂਦੀ ਹੈ, ਹੈਮਰ ਪ੍ਰੈਸ ਕਰ ਦਿਓ ਸ਼ੀਟ ਬਣ ਜਾਂਦੀ ਹੈ। ਹੁਣ ਬੱਚੇ ਇਹ ਹੈਮਰ ਦੀ ਵੀ ਤਾਂ ਕੋਈ ਲਾਈਫ ਹੋਏਗੀ ਨਾ, ਠੀਕ ਹੈ, ਕੋਈ ਪਰਟੀਕੂਲਰ ਲਾਈਫ ਹੋਏਗੀ, ਮੰਨ ਲਓ ਇਹਦੀ 10 ਸਾਲ ਲਾਈਫ ਹੈ, 20 ਸਾਲ ਲਾਈਫ ਹੈਗੀ, ਤਾਂ ਹਰ ਸਾਲ ਇਹਦੀ ਲਾਈਫ ਘੱਟ ਰਹੀ ਹੈ ਨਾ, ਮਤਲਬ ਜਿਹੜੀ ਇਹ ਲਾਈਫ ਘੱਟ ਰਹੀ ਹੈ ਬੱਚੇ, ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਡੈਪਰੀਸੀਏਸ਼ਨ, ਠੀਕ ਹੈ, ਜੋ ਮਤਲਬ ਘਿਸਾਈ, ਬੇਸਿਕਲੀ ਸਿੰਪਲ ਜੀ ਪੰਜਾਬੀ 'ਚ ਆਪਾਂ ਕਹਿ ਸਕਦੇ ਹਾਂ ਘਿਸਾਈ, ਕਿਸੇ ਵੀ ਚੀਜ਼ ਦੀ ਯੂਜ਼ੇਜ ਕਰਨ ਵੇਲੇ ਉਹ ਘੱਸਦੀ ਹੈਗੀ ਹੈ, ਠੀਕ ਹੈ, ਮਤਲਬ ਉਹਦੀ ਵੈਲਿਊ ਥੋੜ੍ਹੀ ਜਿਹੀ ਘੱਟਦੀ ਹੈ। ਅਗਰ ਤੁਸੀਂ ਕਦੇ ਕਾਰ ਦਾ ਇੰਸ਼ੋਰੈਂਸ ਕਰਾਇਆ ਹੋਊਗਾ ਆਪਣੇ ਦਾ, ਤੁਹਾਨੂੰ ਪਤਾ ਹੋਏਗਾ ਹਰ ਸਾਲ ਜਿਹੜੀ ਕਾਰ ਦੀ ਵੈਲਿਊ ਆਪਾਂ ਜਦੋਂ ਵੀ ਇੰਸ਼ੋਰੈਂਸ ਕਰਵਾਉਂਦੇ ਹਾਂ 10% ਆਪਾਂ ਘੱਟ ਕੋਟ ਕਰਦੇ ਹਾਂ, ਕਿਉਂਕਿ ਉਹ 10% ਡੈਪਰੀਸੀਏਸ਼ਨ ਦੇ ਵਿੱਚ ਚਲੀ ਜਾਂਦੀ ਹੈ, ਠੀਕ ਹੈ। ਜੇ ਮੰਨ ਲਓ 10 ਲੱਖ ਦੀ ਕਾਰ ਆ ਤੁਹਾਡੀ, ਇੱਕ ਪਹਿਲੇ ਸਾਲ ਤੁਸੀਂ 10 ਲੱਖ ਦਾ ਇੰਸ਼ੋਰੈਂਸ ਕਰਵਾਓਗੇ, ਨੈਕਸਟ ਟਾਈਮ ਤੁਸੀਂ ਜਦੋਂ ਵੈਲਿਊਏਸ਼ਨ ਕਾਊਂਟ ਕਰੋਗੇ ਤਾਂ 9,10,000 ਕਰੋਗੇ, ਕਿਉਂਕਿ 10% ਬੱਚੇ ਜਾਂ ਫਿਰ 9 ਲੱਖ ਕਰੋਗੇ, ਜਿਹੜੀ 10% ਤੁਹਾਡੀ ਵੈਲਿਊਏਸ਼ਨ ਹੈ ਬੱਚੇ ਉਹ ਘੱਟ ਜੂਗੀ, ਠੀਕ ਹੈ। ਹਰ ਸਾਲ ਜਿਹੜੀ ਕੁਛ ਨਾ ਕੁਛ ਡੈਪਰੀਸੀਏਸ਼ਨ ਆਪਾਂ ਘਟਾ ਦਿੰਦੇ ਹੁੰਦੇ ਹਾਂ, ਤਾਂ ਉਹ ਡੈਪਰੀਸੀਏਸ਼ਨ ਦਾ ਮਤਲਬ ਕੀ ਹੈ, ਘਸਾਈ, ਠੀਕ ਹੈ। ਇਸੇ ਤਰ੍ਹਾਂ ਬੱਚੇ ਆਪਾਂ ਕੀ ਕਰਦੇ ਹਾਂ, ਜਿਹੜੀ GDP ਸੀ ਉਹ ਤਾਂ ਗਰੋਸ ਸੀਗੀ, ਓਵਰਆਲ ਸੀਗੀ, ਠੀਕ ਹੈ। ਜਿਹੜੀ ਹੁਣ NDP ਹੈ ਬੱਚੇ, GDP ਦੇ ਵਿੱਚੋਂ ਜਦੋਂ ਇਹ ਅਸੀਂ GDP ਕੀ ਸੀ, ਗਰੋਥ, ਜਿਹੜੀ ਚੀਜ਼ ਆਪਾਂ ਪ੍ਰੋਡਿਊਸ ਕਰ ਰਹੇ ਹਾਂ ਆਪਾਂ, ਠੀਕ ਹੈ, ਗਰੋਸ ਡੋਮੈਸਟਿਕ ਪ੍ਰੋਡਕਸ਼ਨ, ਜਿਹੜੀਆਂ ਚੀਜ਼ਾਂ ਪ੍ਰੋਡਿਊਸ ਕਰ ਰਹੇ ਹਾਂ, ਬਟ ਪ੍ਰੋਡਕਸ਼ਨ ਦੇ ਨਾਲ ਕੋਈ ਚੀਜ਼ ਘੱਸ ਵੀ ਰਹੀ ਹੈਗੀ, ਠੀਕ ਹੈ, ਤਾਂ ਆਪਾਂ ਨੂੰ ਉਹ ਮਾਈਨਸ ਕਰਨੀ ਪਊਗੀ, ਠੀਕ ਹੈ ਬੱਚੇ। ਜਦੋਂ ਆਪਾਂ ਇਹ ਚੀਜ਼ ਕਰਦੇ ਹਾਂ, ਮਾਈਨਸ ਕਰਦੇ ਹਾਂ, ਆਪਣੇ ਕੋਲ ਨਿਕਲ ਕੇ ਆਉਂਦਾ ਜੀ ਨੈਟ। ਤੁਹਾਨੂੰ ਮੈਂ ਪਹਿਲਾਂ ਜਿਹੜਾ ਦੇਸੀ ਘਿਓ ਦੇ ਡੱਬੇ ਦੀ ਐਗਜ਼ਾਮਪਲ ਦਿੱਤੀ ਸੀ ਕਿ ਜਦੋਂ ਆਪਾਂ ਵਿਦ ਬੌਕਸ ਵੇਟ ਕਰਦੇ ਹਾਂ ਤਾਂ ਉਹ ਗਰੋਸ ਵੇਟ ਹੁੰਦਾ ਹੈ, ਜਦੋਂ ਆਪਾਂ ਸਿਰਫ ਦੇਸੀ ਘੀ ਦੀ ਗੱਲ ਕਰਦੇ ਹਾਂ ਤਾਂ ਉਹ ਨੈਟ ਵੇਟ ਹੁੰਦਾ ਹੈ, ਠੀਕ ਹੈ। ਤਾਂ ਹੁਣ ਇਹ ਤਾਂ ਸੀਗਾ ਗਰੋਸ, ਜਦੋਂ ਆਪਾਂ ਇਹਦੇ ਵਿੱਚੋਂ ਘਸਾਈ ਮਾਈਨਸ ਕਰਤੀ ਤਾਂ ਆਪਣਾ ਨੈਟ ਨਿਕਲ ਕੇ ਆਇਆ ਬੱਚੇ, ਠੀਕ ਹੈ। ਤਾਂ ਹੁਣ ਡੈਫੀਨੇਸ਼ਨ ਦੇਖਦੇ ਹਾਂ, ਇਟ ਇਜ਼ ਅ GDP ਕੈਲਕੂਲੇਟਡ ਆਫਟਰ ਐਡਜਸਟਿੰਗ ਦ ਵੇਟ ਵੈਲਿਊ ਆਫ ਡੈਪਰੀਸੀਏਸ਼ਨ। ਮਤਲਬ ਸਿੰਪਲੀ ਨੈਟ ਡੋਮੈਸਟਿਕ ਪ੍ਰੋਡਕਟ ਕੀ ਹੁੰਦਾ ਬੱਚੇ, ਦੇਖੋ DP ਸੇਮ ਹੈਗਾ GDP ਵਾਲਾ, ਇੱਥੇ ਕੀ ਸੀ ਗਰੋਸ, ਸੇਮ ਡੋਮੈਸਟਿਕ ਪ੍ਰੋਡਕਟ, ਠੀਕ ਹੈ। ਬਸ ਗਰੋਸ ਤੋਂ ਆਪਾਂ ਨੇ ਹੁਣ ਨੈਟ ਬਣਾਉਣਾ ਹੈ। ਨੈਟ ਬਣਾਉਣ ਵਾਸਤੇ ਆਪਾਂ ਨੂੰ ਕੀ ਪਊਗਾ, ਆਪਾਂ ਨੂੰ ਜਿਵੇਂ ਆਪਾਂ ਦੇਸੀ ਘੀ ਦੇ ਡੱਬੇ ਦੇ ਵਿੱਚੋਂ ਜਿਹੜਾ ਬੌਕਸ ਦਾ ਵੇਟ ਸੀ ਉਹ ਮਾਈਨਸ ਕਰਾਂਗੇ। ਦੇਖੋ ਜੀ ਆਹ ਦੇਸੀ ਘੀ ਦਾ ਬੌਕਸ ਹੈਗਾ, ਇਹਦਾ ਗਰੋਸ ਵੇਟ ਹੋਊਗਾ ਬੱਚੇ ਬੌਕਸ ਪਲੱਸ ਘੀ ਦਾ ਵੇਟ, ਠੀਕ ਹੈ। ਜਿਹੜਾ ਇਹਦਾ ਬੱਚੇ ਇਹ ਹੋਊਗਾ ਗਰੋਸ ਵੇਟ, ਜਿਹੜਾ ਦਾ ਨੈਟ ਵੇਟ ਹੋਊਗਾ ਬੱਚੇ ਉਹ ਕੀ ਹੋਊਗਾ, ਗਰੋਸ ਮਾਈਨਸ ਬੌਕਸ ਵਾਲਾ ਵੇਟ, ਠੀਕ ਹੈ। ਇਹ ਆਪਣੇ ਕੋਲ ਨੈਟ ਜਿਹੜਾ ਦੇਸੀ ਘਿਓ ਦਾ ਜਿਹੜਾ ਵੇਟ ਹੈ ਉਹ ਆਪਣੇ ਕੋਲ ਆ ਜਾਏਗਾ, ਠੀਕ ਹੈ। ਇਸੇ ਤਰ੍ਹਾਂ ਨੈਟ GDP ਲੈ ਕੇ ਆਉਣ ਵਾਸਤੇ ਆਪਾਂ ਡੈਪਰੀਸੀਏਸ਼ਨ ਨੂੰ ਮਾਈਨਸ ਕਰਾਂਗੇ, ਠੀਕ ਹੈ। ਇਹ ਡੈਫੀਨੇਸ਼ਨ ਤੁਹਾਡੇ ਹਮੇਸ਼ਾ ਇੰਗਰੇਵ ਹੋਣੀ ਚਾਹੀਦੀ ਹੈਗੀ। ਤਾਂ ਓਬਵੀਅਸਲੀ ਗੱਲ ਬੱਚੇ, ਅਗਰ NDP ਲੈ ਕੇ ਆਉਣ ਵਾਸਤੇ ਆਪਾਂ GDP ਦੇ ਵਿੱਚੋਂ ਕੁਝ ਮਾਈਨਸ ਕਰ ਰਹੇ ਹਾਂ, ਠੀਕ ਹੈ, NDP ਲੈ ਕੇ ਆਉਣ ਵਾਸਤੇ GDP ਦੇ ਵਿੱਚ ਕੁਝ ਮਾਈਨਸ ਕਰ ਰਹੇ ਹਾਂ, ਦੈਟ ਮੀਨਸ NDP ਸ਼ੁੱਡ ਆਲਵੇਜ਼ ਬੀ ਲੈਸਰ ਦੈਨ GDP। ਬਿਲਕੁਲ ਲੌਜੀਕਲ ਗੱਲ ਹੈ, ਕੋਈ ਇਕਨੋਮੀ ਨਹੀਂ ਯੂਜ਼ ਹੋ ਰਹੀ ਇੱਥੇ, ਸਿੰਪਲ ਲੌਜਿਕ ਯੂਜ਼ ਹੋ ਰਿਹਾ ਕਿ NDP ਲੈ ਕੇ ਆਉਣ ਵਾਸਤੇ ਆਪਾਂ GDP ਦੇ ਵਿੱਚੋਂ ਘਟਾ ਰਹੇ ਹਾਂ, ਤਾਂ ਓਬਵੀਅਸਲੀ ਗੱਲ ਹੈ GDP ਦਾ ਨੰਬਰ ਵੱਡਾ ਹੋਊਗਾ NDP ਨਾਲੋਂ, ਠੀਕ ਹੈ। ਜਸਟ ਲੌਜੀਕਲ ਜੀ ਗੱਲ ਹੈ, ਠੀਕ ਹੈ ਬੱਚੇ। ਇਹ ਸੀ ਆਪਣਾ ਨੈਟ ਡੋਮੈਸਟਿਕ ਪ੍ਰੋਡਕਟ। ਨੈਕਸਟ ਮੂਵ ਆਨ ਕਰਦੇ ਹਾਂ ਜੀ। ਨੈਕਸਟ ਹੈਗਾ ਬੱਚੇ ਆਪਣੇ ਕੋਲੇ GNP, ਗਰੋਸ ਨੈਸ਼ਨਲ ਪ੍ਰੋਡਕਟ। ਹੁਣ ਤੱਕ ਆਪਾਂ ਕੀ ਪੜ੍ਹ ਚੁੱਕੇ ਹਾਂ, ਇੱਕ ਤਾਂ GDP ਪੜ੍ਹ ਲਈ ਆਪਾਂ ਨੇ, ਇੱਕ ਪੜ੍ਹ ਲਈ ਆਪਾਂ ਨੇ NDP, ਠੀਕ ਹੈ। ਹੁਣ ਆਪਣਾ ਹੈਗਾ ਬੱਚੇ GNP, ਗਰੋਸ ਨੈਸ਼ਨਲ ਪ੍ਰੋਡਕਟ। ਬੱਚੇ ਹੁਣ ਤੱਕ ਆਪਾਂ ਨੇ ਕੀ ਦੇਖਿਆ ਸੀਗਾ, GDP ਕੀ ਸੀ, ਆਪਣੇ ਦੇਸ਼ ਦੇ ਵਿੱਚ ਜੋ ਵੀ ਚੀਜ਼ਾਂ ਪ੍ਰੋਡਿਊਸ ਹੋ ਰਹੀਆਂ ਸੀ ਆਪਾਂ ਉਹਦੀ ਵੈਲਿਊਏਸ਼ਨ ਕੀਤੀ ਸੀ GDP, ਠੀਕ ਹੈ। ਆਪਾਂ ਨੇ ਕਿਹਾ ਸੀ ਕੋਈ ਚਾਹੇ ਕੋਈ ਫੋਰਨਰ ਬਣਾਵੇ ਚਾਹੇ ਕੋਈ ਇੰਡੀਅਨ ਬਣਾਵੇ, ਜੋ ਮਰਜ਼ੀ ਬਣਾਵੇ, ਬਟ ਅਗਰ ਚਾਰ ਦੀਵਾਰੀ ਦੇ ਵਿੱਚ ਬਣਾ ਰਿਹਾ ਤਾਂ ਉਹ ਆਪਣਾ GDP ਦੇ ਵਿੱਚ ਕਾਊਂਟ ਹੋਊਗਾ। ਬਟ ਹੁਣ ਜਦੋਂ ਬੱਚੇ ਆਪਾਂ ਵਰਡ ਯੂਜ਼ ਕਰਦੇ ਹਾਂ ਨੈਸ਼ਨਲ ਦਾ ਕੀ ਮਤਲਬ ਹੋਇਆ, ਮਤਲਬ ਆਪਣੇ ਦੇਸ਼ ਦਾ ਆਪਣਾ, ਠੀਕ ਹੈ। ਹੁਣ ਥੋੜ੍ਹੇ ਜਿਹੇ ਅਸੀਂ ਰਾਸ਼ਟਰਵਾਦੀ ਬਣਨ ਦੀ ਕੋਸ਼ਿਸ਼ ਕਰਾਂਗੇ, ਹੁਣ ਥੋੜ੍ਹਾ BJP ਸਰਕਾਰ ਵੱਲ ਜਾਵਾਂਗੇ ਆਪਾਂ। ਉਹ ਕਿਵੇਂ ਜਾਵਾਂਗੇ ਬੱਚੇ, ਆਪਾਂ ਦੇਖਾਂਗੇ ਵੀ ਸਾਨੂੰ ਮਤਲਬ ਨਹੀਂ ਹੈਗਾ ਕਿਸੇ ਫੋਰਨਰ ਨੇ ਸਾਡੇ ਦੇਸ਼ ਦੇ ਵਿੱਚ ਆ ਕੇ ਕੁਛ ਬਣਾਇਆ, ਅਸੀਂ ਉਹਨੂੰ ਮੰਨਦੇ ਨਹੀਂ ਹੈਗੇ। ਅਸੀਂ ਉਹ ਮੰਨਾਂਗੇ ਜਿਹੜੇ ਸਾਡੇ ਇੰਡੀਅਨਸ ਨੇ ਬਣਾਇਆ, ਠੀਕ ਹੈ। ਤੁਸੀਂ ਮੈਨੂੰ ਇਮੈਜਿਨ ਕਰੋ, ਮੈਨੇ ਸੈਫਰਨ ਕੱਪੜੇ ਪਾਏ ਹੋਏ ਨੇਗੇ, ਠੀਕ ਹੈ, ਮੈਂ ਰਾਸ਼ਟਰਵਾਦੀ ਗੱਲ ਕਰ ਰਿਹਾ ਬਿਲਕੁਲ, ਵੀ ਮੈਨੂੰ ਮਤਲਬ ਨਹੀਂ ਫੋਰਨ ਕੰਪਨੀ ਨੇ ਕੀ ਬਣਾਇਆ ਹੈਗਾ, ਮੈਨੂੰ ਮਤਲਬ ਹੈ ਮੇਰੇ ਦੇਸ਼ ਦੇ ਲੋਕਾਂ ਨੇ ਕੀ ਬਣਾਇਆ, ਠੀਕ ਹੈ। ਮੈਂ ਬਿਲਕੁਲ ਰਾਸ਼ਟਰਵਾਦੀ ਗੱਲ ਕਰ ਰਿਹਾ ਇਸ ਟਾਈਮ। ਤਾਂ ਉਹ ਜਿਹੜਾ ਪ੍ਰੋਡਕਟ ਹੋਊਗਾ ਬੱਚੇ ਆਪਣਾ, ਉਹ ਹੋਊਗਾ ਗਰੋਸ ਨੈਸ਼ਨਲ ਪ੍ਰੋਡਕਟ। ਸਮਝ ਰਹੇ ਹੋ, ਮੈਂ ਦੁਬਾਰਾ ਸਮਝਾਉਣਾ ਬੱਚੇ। ਦੇਖੋ ਇਹ ਚੀਜ਼ ਹੈਗੀ ਹੈ, ਇਹ ਆਪਣਾ ਹੁਣ ਸਾਰੀਆਂ ਪ੍ਰੋਡਕਸ਼ਨ ਹੋ ਰਹੀਆਂ ਨੇ ਚੀਜ਼ਾਂ ਦੀਆਂ। ਜੇ ਮੈਂ ਹੁਣ ਗੱਲ ਕਰਾਂ ਸੇਮ ਐਗਜ਼ਾਮਪਲ ਜੈਗੁਆਰ ਵਾਲੀ, ਕਿ ਇੰਗਲੈਂਡ ਦੇ ਵਿੱਚ ਜਾ ਕੇ ਰਤਨ ਟਾਟਾ ਨੇ ਜੈਗੁਆਰ ਕੰਪਨੀ ਨੂੰ ਐਕਵਾਇਰ ਕਰ ਲਿਆ, ਠੀਕ ਹੈ। ਇੱਥੇ ਆਪਣਾ ਬੈਂਗਲੋਰ ਦੇ ਵਿੱਚ ਆਈਫੋਨ ਦੀ ਫੈਕਟਰੀ ਹੈਗੀ, ਠੀਕ ਹੈ, ਆਈਫੋਨ ਦੀ।
ਹੁਣ ਬੱਚੇ GNP ਦੇ ਵਿੱਚ ਕੀ ਕਾਊਂਟ ਹੋਣਾ ਚਾਹੀਦਾ ਹੈਗਾ? ਦੇਖੋ GDP ਦੇ ਵਿੱਚ ਤਾਂ ਆਪਾਂ ਨੇ 4 ਦੀਵਾਰੀ ਵਾਲੀ ਚੀਜ਼ ਐਡ ਕਰ ਲਈ ਸੀ, ਬਟ GNP ਦੇ ਵਿੱਚ ਕੀ ਐਡ ਹੋਣਾ ਚਾਹੀਦਾ ਬੱਚੇ? ਸਿਰਫ ਉਹ ਚੀਜ਼ਾਂ ਜਿਹੜੀਆਂ ਆਪਣੇ ਇੰਡੀਅਨਸ ਨੇ ਬਣਾਈਆਂ ਨੇਗੀਆਂ, ਠੀਕ ਹੈ, ਚਾਹੇ ਉਹ ਦੇਸ਼ ਦੇ ਅੰਦਰ ਬਣਾਈਆਂ ਨੇ ਚਾਹੇ ਦੇਸ਼ ਦੇ ਬਾਹਰ ਬਣਾਈਆਂ ਨੇ। ਪਹਿਲਾਂ ਤਾਂ ਤੁਸੀਂ ਪੰਜਾਬੀ ਦੇ ਵਿੱਚ ਇੱਕ ਲੌਜਿਕ ਸਮਝੋ, ਕਨਸੈਪਟ ਸਮਝੋ, ਫਿਰ ਆਪਾਂ ਟੈਕਨੀਕਲ ਲੈਂਗੁਏਜ ਯੂਜ਼ ਕਰਾਂਗੇ, ਠੀਕ ਹੈ। ਪਹਿਲਾਂ ਤੁਸੀਂ ਲੇਮਨ ਲੈਂਗੁਏਜ ਵਿੱਚ ਸਮਝੋ ਇਸ ਚੀਜ਼ ਨੂੰ ਕਿ ਹਾਂਜੀ ਆਪਣੇ ਇੰਡੀਅਨਸ ਨੇ ਜੋ ਵੀ ਚੀਜ਼ਾਂ ਬਣਾਈਆਂ ਨੇ, ਚਾਹੇ ਤਾਂ ਉਹ ਇੰਡੀਆ ਦੇ ਅੰਦਰ ਬਣਾਈਆਂ ਨੇ ਚਾਹੇ ਇੰਡੀਆ ਦੇ ਬਾਹਰ ਬਣਾਈਆਂ ਨੇ। ਮਤਲਬ ਹੁਣ ਜਿਹੜੀਆਂ ਇੰਡੀਆ ਦੇ ਅੰਦਰ ਆਪਣੀ ਇੰਡੀਅਨ ਸਿਟੀਜ਼ਨ ਨੇ ਬਣਾਈਆਂ ਨੇ ਉਹ ਤਾਂ ਆਪਣਾ ਐਡ ਹੋਣਗੀਆਂ। ਇਸ ਦੇ ਨਾਲ ਬੱਚੇ ਜਿਹੜਾ ਇੰਗਲੈਂਡ ਦੇ ਵਿੱਚ ਜੈਗੁਆਰ ਆਪਣੀ ਪ੍ਰੋਡਕਸ਼ਨ ਚੱਲ ਰਹੀ ਹੈ, ਹੁਣ ਉਹ ਵੀ ਤਾਂ ਆਪਣੀ ਇੰਡੀਅਨ ਦੇ ਓਨਰਸ਼ਿਪ ਹੈ ਨਾ, ਤਾਂ ਇਹ ਵਾਲੀ ਵੀ ਆਪਾਂ ਐਡ ਆਪਣੇ GNP ਦੇ ਵਿੱਚ ਕਰਾਂਗੇ, ਬਿਲਕੁਲ ਕਰਾਂਗੇ, ਠੀਕ ਹੈ ਜੀ। ਔਰ ਇਹ ਐਡ ਕਰਾਂਗੇ ਅਤੇ ਜਿਹੜੀ ਬਾਹਰਲੀਆਂ ਕੰਪਨੀਆਂ ਨੇ, ਫੋਰਨ ਕੰਪਨੀਜ਼ ਨੇ ਆਪਣੇ ਦੇਸ਼ ਦੇ ਵਿੱਚ ਕੋਈ ਚੀਜ਼ ਬਣਾਈ ਹੈ ਉਹਨੂੰ ਆਪਾਂ ਮਾਈਨਸ ਕਰਾਂਗੇ, ਠੀਕ ਹੈ, ਕਿਉਂਕਿ ਆਪਾਂ ਸਿਰਫ ਨੈਸ਼ਨਲ ਗੱਲ ਕਰ ਰਹੇ ਹਾਂ ਵੀ ਆਪਣੇ ਇੰਡੀਅਨ ਸਿਟੀਜ਼ਨਸ ਨੇ ਕੀ ਚੀਜ਼ਾਂ ਬਣਾਈਆਂ ਨੇ। ਆਪਾਂ ਨੂੰ ਮਤਲਬ ਨਹੀਂ ਕਿੱਥੇ ਬਣ ਰਹੀ ਹੈ, ਚਾਹੇ ਦੇਸ਼ ਦੇ ਅੰਦਰ ਚਾਹੇ ਦੇਸ਼ ਦੇ ਬਾਹਰ, ਬਟ ਬਣਾਈ ਇੰਡੀਅਨਸ ਨੇ ਹੋਣੀ ਚਾਹੀਦੀ ਹੈ ਉਹ ਚੀਜ਼, ਠੀਕ ਹੈ। ਉਹ ਆਪਣਾ ਹੋਊਗਾ ਬੱਚੇ ਗ੍ਰੋਸ ਨੈਸ਼ਨਲ ਪ੍ਰੋਡਕਟ। ਨਾਮ ਤੋਂ ਹੀ ਕਲੀਅਰ ਹੋ ਰਿਹਾ ਥੋੜ੍ਹਾ ਕਿ ਹਾਂਜੀ ਆਪਣੇ ਨੈਸ਼ਨਲਸ ਨੇ, ਆਪਣੇ ਲੋਕਾਂ ਨੇ ਕਿਹੜੀ ਚੀਜ਼ਾਂ ਬਣਾਈਆਂ ਨੇਗੀਆਂ, ਠੀਕ ਹੈ। ਹੁਣ ਜੇ ਆਪਾਂ ਟੈਕਨੀਕਲ ਲੈਂਗੁਏਜ ਦੀ ਗੱਲ ਕਰੀਏ ਬੱਚੇ, ਜੇ ਡੈਫੀਨੇਸ਼ਨ ਦੀ ਗੱਲ ਕਰੀਏ, ਬੇਸਿਕਲੀ ਫਾਰਮੂਲਾ ਦੀ ਗੱਲ ਕਰੀਏ, ਤਾਂ GNP ਨੂੰ ਕਿਵੇਂ ਕੈਲਕੂਲੇਟ ਕਰਾਂਗੇ? GDP ਕੀ ਸੀ ਬੱਚੇ? ਟੋਟਲ ਚੀਜ਼ਾਂ ਬਣੀਆਂ ਨੇ ਜਿਹੜੀਆਂ, ਠੀਕ ਹੈ, ਇੰਡੀਆ ਦੇ ਵਿੱਚ, ਇਹਦੇ ਵਿੱਚ ਆ ਵੀ ਕਾਊਂਟ ਹੋਊਗਾ, ਇਹ ਸਾਰਾ ਕੁਝ GDP ਦੇ ਵਿੱਚ ਕਾਊਂਟ ਹੋਊਗਾ। GDP ਮਾਈਨਸ ਨੈਟ ਇਨਕਮ ਫਰੋਮ ਐਬਰੋਡ। ਸਮਝੋ ਹੁਣ ਨੈਟ ਇਨਕਮ ਕੀ ਹੁੰਦੀ ਹੈ ਬੱਚੇ? ਨੈਟ ਇਨਕਮ ਦੇਖ ਤੁਸੀਂ ਸਮਝੋ, ਜੈਗੁਆਰ ਦੀ ਜਿਹੜੀ ਇਨਕਮ ਹੋਈ ਉਹ ਮੈਂ ਕਿਵੇਂ ਲਿਖੂੰਗਾ? ਪਲੱਸ ਦੇ ਵਿੱਚ ਲਿਖੂੰਗਾ। ਜਿਹੜੀ ਆਈਫੋਨ ਦੀ ਇਨਕਮ ਉਹਨੂੰ ਮੈਨੇ ਕੀ ਕਰਨਾ ਹੈ? ਉਹਨੂੰ ਮਾਈਨਸ ਕਰਨਾ ਹੈ, ਠੀਕ ਹੈ। ਮੰਨ ਲਓ ਜੈਗੁਆਰ ਤੋਂ ਮੈਨੂੰ 200 ਰੁਪਏ ਬਣੇ, ਠੀਕ ਹੈ। ਆਈਫੋਨ 'ਤੇ ਜਿਹੜੇ ਟਿਮ ਕੁੱਕ ਬਣਾ ਕੇ ਐਪਲ ਬਣਾ ਕੇ ਲੈ ਕੇ ਗਿਆ, ਉਹ ਕਿੰਨੇ ਬਣਾ ਕੇ ਲੈ ਗਿਆ? 300 ਰੁਪਏ ਬਣਾ ਕੇ ਲੈ ਗਿਆ। ਚਾਹੇ ਮੋਬਾਈਲ ਛੋਟੇ ਨੇ ਬਟ ਓਬਵੀਅਸਲੀ ਵੈਲਿਊ ਬਹੁਤ ਜ਼ਿਆਦਾ ਹੈ, ਜੈਗੁਆਰ ਤੋਂ ਵੀ ਜ਼ਿਆਦਾ ਕਮਾਈ ਕਰਦੇ ਨੇ ਉਹ, ਠੀਕ ਹੈ। ਤਾਂ ਮੈਂ ਮੰਨ ਲਿਆ ਜਦੋਂ ਮੈਂ ਨੈਟ ਇਨਕਮ ਪੜ੍ਹਨ ਜਾ ਰਿਹਾ, ਠੀਕ ਹੈ, ਨੈਟ ਇਨਕਮ ਮਤਲਬ ਆਪਣੇ ਦੇਸ਼ ਦੀ ਨੈਟ ਇਨਕਮ ਕਿੰਨੀ ਹੈ ਬਾਹਰੋਂ, ਤਾਂ ਬਾਹਰਲੀ ਕਿੰਨੀ ਇਨਕਮ ਆ ਰਹੀ ਹੈ ਮੇਰੇ ਕੋਲੇ, ਉਸ ਤੋਂ ਮਾਈਨਸ ਕਰੂੰਗਾ ਮੈਂ ਜਿਹੜੀ ਆਪਣੇ ਦੇਸ਼ ਤੋਂ ਬਾਹਰ ਵੀ ਜਾਊਗੀ, ਕਿਉਂਕਿ ਆਈਫੋਨ ਦੀ ਜਿਹੜੀ ਇਨਕਮ ਹੈ ਸਾਰੀ ਬਾਹਰ ਹੀ ਜਾਊਗੀ ਨਾ ਐਪਲ ਦੀ, ਓਬਵੀਅਸਲੀ ਗੱਲ ਹੈ। ਤਾਂ ਮੈਂ ਮਾਈਨਸ ਕਰੂੰਗਾ, ਤਾਂ ਮੇਰੇ ਕੋਲ ਨੈਟ ਆਇਆ ਬੱਚੇ -100, ਠੀਕ ਹੈ। ਮਤਲਬ ਆਪਣੇ ਦੇਸ਼ ਦੀ ਜਿਹੜੀ ਨੈਟ ਇਨਕਮ ਹੈਗੀ ਹੈ ਉਹ ਨੈਗੇਟਿਵ ਹੈਗੀ ਹੈ। ਮਤਲਬ ਕੀ ਹੈ ਕਿ ਆਪਣੇ ਦੇਸ਼ ਦੇ ਜਿਹੜੇ ਕੈਪੀਟਲਿਸਟ ਨੇਗੇ, ਪੂੰਜੀਪਤੀ ਨੇ, ਉਹ ਬਾਹਰ ਘੱਟ ਇਨਵੈਸਟ ਕਰ ਰਹੇ ਨੇ ਬਾਹਰ ਜਾ ਕੇ, ਕਿਉਂਕਿ ਰਤਨ ਟਾਟਾ ਵਰਗੇ ਕੋਈ ਬਹੁਤ ਜ਼ਿਆਦਾ ਲੋਕ ਨਹੀਂ ਹੈਗੇ ਜਾਂ ਅਡਾਨੀ ਵਰਗੇ ਬਹੁਤ ਜ਼ਿਆਦਾ ਲੋਕ ਨਹੀਂ ਹੈਗੇ, ਬਟ ਜਿਹੜੇ ਅਮੈਰੀਕਨਜ਼, ਯੂਰਪੀਅਨਸ, ਉਹ ਆਪਣੇ ਦੇਸ਼ ਦੇ ਵਿੱਚ ਆ ਕੇ ਇਨਵੈਸਟ ਬਹੁਤ ਕਰ ਰਹੇ ਨੇ, ਔਰ ਜਦੋਂ ਇਨਵੈਸਟ ਕਰਨਗੇ ਕਮਾਈ ਵੀ ਕਰਨਗੇ। ਫਿਰ ਜਿਹੜੀ ਸਾਰੀ ਕਮਾਈ ਹੈ ਵਿੱਚ ਪ੍ਰੋਫਿਟਸ ਨੇ, ਡਿਵੀਡੈਂਡ ਹੈ, ਇਹ ਸਾਰਾ ਦੇਸ਼ ਤੋਂ ਬਾਹਰ ਜਾਊਗਾ, ਠੀਕ ਹੈ। ਸਾਰੀ ਇਨਕਮ ਇਹ ਬਾਹਰ ਜਾਊਗੀ ਕਿਉਂਕਿ ਇਹ ਸਾਰੇ ਫੋਰਨ ਨੈਸ਼ਨਲਸ ਨੇਗੇ, ਠੀਕ ਹੈ। ਤਾਂ ਮਤਲਬ ਆਪਣੇ ਦੇਸ਼ ਦੇ ਵਿੱਚੋਂ ਬਾਹਰ ਜਾਣ ਵਾਲੇ ਘੱਟ ਨੇ, ਦੇਸ਼ ਦੇ ਵਿੱਚ ਆਉਣ ਵਾਲੇ ਜ਼ਿਆਦਾ ਨੇ, ਜਦੋਂ ਕਿ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ, ਨਿਵੇਸ਼ ਦੀ ਗੱਲ ਕਰਦੇ ਹਾਂ, ਠੀਕ ਹੈ। ਤਾਂ ਆਪਣੀ ਨੈਟ ਇਨਕਮ ਬੱਚੇ ਹਮੇਸ਼ਾ ਨੈਗੇਟਿਵ ਹੋਊਗੀ, ਇਹ ਗੱਲ ਦਾ ਧਿਆਨ ਰੱਖਣਾ ਹੈਗਾ ਤੁਸੀਂ। ਹੁਣ ਜਿਵੇਂ ਆਪਾਂ ਡੈਫੀਨੇਸ਼ਨ ਦੇ ਵਿੱਚ ਦੁਬਾਰਾ ਜਾਈਏ ਕਿ GNP ਕੀ ਹੈ? GDP ਪਲੱਸ ਨੈਟ ਇਨਕਮ ਫਰੋਮ ਐਬਰੋਡ, ਇਹ ਚੀਜ਼ ਸੀਗੀ, ਠੀਕ ਹੈ। ਤਾਂ ਹੁਣ ਬੱਚੇ ਇਹ ਆਪਣਾ ਧਿਆਨ ਰੱਖਣਾ ਹੈਗਾ, ਇਨਕਮ ਫਰੋਮ ਐਬਰੋਡ ਕਿਹੜੀ ਹੋ ਸਕਦੇ ਬੱਚੇ? ਇੱਕ ਤਾਂ ਦੇਖੋ ਟ੍ਰੇਡ ਬੈਲੈਂਸ, ਮਤਲਬ ਜੋ ਵੀ ਆਪਾਂ ਆਯਾਤ ਨਿਰਯਾਤ ਕਰ ਰਹੇ ਹਾਂ, ਇੰਪੋਰਟ ਐਕਸਪੋਰਟ ਕਰ ਰਹੇ ਹਾਂ, ਹੈ ਨਾ, ਤਾਂ ਉੱਥੋਂ ਕਿੰਨੀ ਇਨਕਮ ਬਣੀ ਆਪਣੀ ਨੈਟ, ਠੀਕ ਹੈ। ਜਾਂ ਫਿਰ ਇੰਟਰਸਟ ਆਪਣਾ ਕੀ ਆ ਰਿਹਾ, ਆਪਾਂ ਇਹ ਚੀਜ਼ ਆਪਾਂ ਬਜਟ ਵਾਲੇ ਚੈਪਟਰ ਦੇ ਵਿੱਚ ਕੀਤਾ ਸੀ ਆਪਣੇ, ਕਿ ਕਿੰਨਾ ਆਪਣੇ ਲੋਨ ਦਿੱਤਾ ਹੋਇਆ ਉਹਦਾ ਇੰਟਰਸਟ ਆ ਰਿਹਾ, ਇਨਵੈਸਟਮੈਂਟ ਕੀਤੀ ਹੋਈ ਉਹਦਾ ਡਿਵੀਡੈਂਡ ਆ ਰਿਹਾ, ਇਹ ਸਭ ਆਪਣੇ ਕੀਤਾ ਹੋਇਆ, ਪ੍ਰਾਈਵੇਟ ਰੈਮਿਟੈਂਸਿਸ ਆ ਰਹੇ ਨੇ। ਤਾਂ ਮਤਲਬ ਇਹ ਸਭ ਕੁਝ ਬੱਚੇ ਇਨਕਮ ਦੇ ਵਿੱਚ ਐਡ ਹੋਏਗਾ, ਠੀਕ ਹੈ। ਨਾ ਕਿ ਸਿਰਫ ਜੈਗੁਆਰ ਦੀ ਇਨਕਮ, ਬਟ ਹੋਰ ਵੀ ਜਿਹੜੀ ਆਪਣੀ ਕਮਾਈ ਆ ਰਹੀ ਹੈ ਇਨਵੈਸਟਮੈਂਟ ਦੀ, ਕੋਈ ਰੈਮਿਟੈਂਸਿਸ ਆ ਰਹੇ ਨੇ, ਕੋਈ ਗਿਫਟ ਆ ਰਿਹਾ, ਉਹ ਵੀ ਸਭ ਆਪਾਂ ਨੈਟ ਇਨਕਮ ਦੇ ਵਿੱਚ ਐਡ ਕਰ ਲਾਂਗੇ, ਠੀਕ ਹੈ ਬੱਚੇ। ਹੁਣ ਜੇ ਆਪਾਂ ਗੱਲ ਕਰੀਏ ਵਿੱਚ ਇੰਡੀਆ ਦਾ ਕੇਸ ਹੈਗਾ, ਆਪਾਂ ਨੇ ਕਿਹਾ ਕਿ ਆਪਣੀ ਇਨਕਮ ਜਿਹੜੀ ਨੈਟ ਹੈ ਉਹ ਨੈਗੇਟਿਵ ਹੈਗੀ। ਮਤਲਬ ਕੀ ਹੈ ਵੀ ਆਪਣੇ ਦੇਸ਼ ਦੇ ਵਿੱਚ ਪੈਸਾ ਆ ਘੱਟ ਰਿਹਾ, ਜ਼ਿਆਦਾ ਰਹੇਗਾ, ਠੀਕ ਹੈ। ਇਹ ਪੈਸਾ ਜਾ ਰਿਹਾ ਬਾਹਰ, ਇਹ ਪੈਸਾ ਬਾਹਰ ਜਾ ਰਿਹਾ, ਅਤੇ ਆ ਘੱਟ ਰਿਹਾ ਬੱਚੇ, ਤਾਂ ਮਤਲਬ ਨੈਟ ਇਨਕਮ ਨੈਗੇਟਿਵ ਹੋਊਗੀ। ਹੁਣ ਫਾਰਮੂਲਾ ਕੀ ਸੀ? GDP ਪਲੱਸ ਨੈਟ ਇਨਕਮ, ਬਟ ਆਪਣੀ ਨੈਟ ਇਨਕਮ ਨੈਗੇਟਿਵ ਹੈ, ਤਾਂ ਮਤਲਬ ਕੀ ਬਣਿਆ ਵਿੱਚ ਇੱਥੋਂ ਕਿ GDP ਮਾਈਨਸ ਸਮਥਿੰਗ ਹੋਊਗਾ, ਠੀਕ ਹੈ। ਤਾਂ ਇੰਡੀਆ ਦੇ ਕੇਸ ਦੇ ਵਿੱਚ ਆਪਣਾ GNP ਬੱਚੇ GDP ਤੋਂ ਘੱਟ ਹੋਊਗਾ, ਹਮੇਸ਼ਾ ਨਹੀਂ ਹੁੰਦਾ ਇਹ ਜਸਟ ਇੰਡੀਆ ਦੇ ਕੇਸ ਦੇ ਵਿੱਚ ਹੋ ਰਿਹਾ। ਮੰਨ ਲਓ ਇਹੀ ਚੀਜ਼ ਮੈਂ ਆਇਰਲੈਂਡ ਦੀ ਗੱਲ ਕਰ ਰਿਹਾ ਜਾਂ ਅਮਰੀਕਾ ਦੀ ਗੱਲ ਕਰਾਂ ਮੈਂ, ਤਾਂ ਅਮਰੀਕਾ ਦੇ ਵਿੱਚ ਪੋਸੀਬਲੀ ਬੱਚੇ ਉਹਨਾਂ ਦੀ GNP GDP ਤੋਂ ਵੱਡੀ ਹੋ ਸਕਦੀ ਹੈ, ਉਹਨਾਂ ਦੀ GNP GDP ਤੋਂ ਵੱਡੀ ਹੋ ਸਕਦੀ ਹੈ। ਉਹਦਾ ਕਾਰਨ ਕੀ ਹੋਊਗਾ? ਰੀਜ਼ਨ ਇਹ ਹੋਊਗਾ ਕਿਉਂਕਿ ਅਮਰੀਕਨ ਨੈਸ਼ਨਲਸ, ਅਮਰੀਕਨ ਕੰਪਨੀਜ਼ ਵਰਲਡ ਓਵਰ ਸਾਰੇ ਕਿਤੇ ਫੈਲੀਆਂ ਹੋਈਆਂ ਨੇਗੀਆਂ, ਅਤੇ ਉਹਨਾਂ ਦੀ ਇਨਕਮ ਵਰਲਡ ਓਵਰ ਤੋਂ ਆ ਰਹੀ ਹੈਗੀ, ਠੀਕ ਹੈ। ਇਨਕਮ ਕਿਹਦੀ ਆ ਰਹੀ ਹੈ? ਅਮਰੀਕਨ ਨੈਸ਼ਨਲਸ ਦੀ। ਅਮਰੀਕਨ ਨੈਸ਼ਨਲਸ ਚਾਹੇ ਕਿੱਥੇ ਮਰਜ਼ੀ ਬੈਠੇ ਹੋਏ ਨੇ, ਬਟ GNP ਦੇ ਵਿੱਚ ਉਹ ਐਡ ਕਰਨਗੇ, ਕਿਉਂਕਿ ਆਪਾਂ ਨੇ GNP ਦੀ ਡੈਫੀਨੇਸ਼ਨ ਹੀ ਇਹ ਦੇਖੀ ਹੈ ਵੀ ਉਸ ਦੇਸ਼ ਦੇ ਬੰਦੇ ਨੈਸ਼ਨਲਸ ਜਿੱਥੋਂ ਮਰਜ਼ੀ ਕਮਾਈ ਕਰਨ ਕੋਈ ਦਿੱਕਤ ਨਹੀਂ ਹੈਗੀ, ਬਟ ਉਹ ਦੇਸ਼ ਦੇ ਬੰਦੇ ਹੋਣੇ ਚਾਹੀਦੇ ਨੇ, ਦੇਸ਼ ਦੇ ਸਿਟੀਜ਼ਨਸ ਹੋਣੇ ਚਾਹੀਦੇ ਨੇ, ਠੀਕ ਹੈ। ਤਾਂ ਅਮਰੀਕਨ ਕੰਪਨੀਜ਼ ਦੁਨੀਆ ਭਰ ਤੋਂ ਕਮਾਈ ਕਰਦੀਆਂ ਨੇ, ਇਸ ਕਰਕੇ ਉਹ ਆਪਣੇ GNP ਦੇ ਵਿੱਚ ਐਡ ਕਰਨਗੀਆਂ ਫਸਟ ਆਫ ਆਲ, ਠੀਕ ਹੈ। ਹੁਣ ਜਦੋਂ GNP ਦੇ ਵਿੱਚ ਐਡ ਕਰਨਗੀਆਂ ਤਾਂ ਇਹਨਾਂ ਦੀ GNP ਕਿਤੇ ਕੰਪੈਰੀਟਿਵਲੀ ਵੱਡੀ ਜਾਊਗੀ, ਠੀਕ ਹੈ। ਤਾਂ ਇਹਨਾਂ ਦੀ ਨੈਟ ਇਨਕਮ ਪੋਜ਼ੀਟਿਵ ਹੋਊਗੀ ਅਮਰੀਕਾ ਦੀ। ਕੀ ਮਤਲਬ ਹੈ ਵੀ ਅਮਰੀਕਾ ਦੇ ਵਿੱਚ
ਪੈਸਾ ਆਊਗਾ ਜ਼ਿਆਦਾ ਜਾਊਗਾ ਘੱਟ, ਠੀਕ ਹੈ। ਤਾਂ ਇਹਨਾਂ ਦੀ ਨੈਟ ਇਨਕਮ ਪੋਜ਼ਿਟਿਵ ਹੋਊਗੀ। ਔਰ ਫਾਰਮੂਲਾ ਕੀ ਹੈ, GDP ਪਲੱਸ ਨੈਟ ਇਨਕਮ। ਤਾਂ ਓਬਵੀਅਸ ਜੀ ਗੱਲ ਹੈ ਵੀ ਜਿਹੜਾ ਇਹਦਾ GNP ਹੋਊਗੀ ਉਹ GDP ਤੋਂ ਵੱਡੀ ਹੋਊਗੀ, ਕਿਉਂਕਿ ਇਹ ਪੋਜ਼ਿਟਿਵ ਟਰਮ ਆ ਰਹੀ ਹੈ ਉਹਨਾਂ ਦੀ। ਆਪਣੇ ਕੇਸ ਦੇ ਵਿੱਚ GNP ਲੈਸ ਦੈਨ GDP ਹੈ, ਉਹਨਾਂ ਦੇ ਕੇਸ ਦੇ ਵਿੱਚ ਹੋ ਸਕਦਾ GNP ਗ੍ਰੇਟਰ ਦੈਨ GDP ਹੋਵੇ, ਠੀਕ ਹੈ। ਇਹੀ ਫਰਕ ਹੈ, ਬਸ ਫਰਕ ਕਿੱਥੇ ਆਊਗਾ, ਨੈਟ ਇਨਕਮ ਦਾ। ਆਪਣੀ ਨੈਟ ਇਨਕਮ ਨੈਗੇਟਿਵ ਹੈ, ਉਹਨਾਂ ਦੀ ਨੈਟ ਇਨਕਮ ਪੋਜ਼ਿਟਿਵ ਹੈ, ਇਹੀ ਡਿਫਰੈਂਸ ਹੈ ਬਸ, ਠੀਕ ਹੈ ਬੱਚੇ। ਚਲੋ ਥੋੜੀ ਜਿਹੀ ਹੋਰ ਇੱਕ ਇਲਸਟ੍ਰੇਸ਼ਨ ਹੈਗੀ ਹੈ ਉਹ GNP ਵਰਸਸ GDP ਦੀ। ਉਹ ਕੀ ਹੈ ਬੱਚੇ, ਦੇਖ ਲੈਂਦੇ ਆਪਾਂ। GNP ਅਗੇਨ ਕੀ ਹੈ ਬੱਚੇ, ਕਿ ਅਮਰੀਕਨ ਸਿਟੀਜ਼ਨ ਦੀ ਹੋਣੀ ਚਾਹੀਦੀ ਹੈ, ਨੋ ਮੈਟਰ ਕਿੱਥੇ ਮਰਜ਼ੀ ਹੈ, ਚਾਹੇ ਇੰਡੀਆ ਦੇ ਵਿੱਚ ਆ ਕੇ ਕਰ ਰਿਹਾ ਬੰਦਾ, ਚਾਹੇ ਯੂਰਪ ਦੇ ਵਿੱਚ ਆ ਕੇ ਕਰ ਰਿਹਾ, ਜਿੱਥੇ ਮਰਜ਼ੀ ਕਰ ਰਿਹਾ। ਹੁਣ ਗੂਗਲ ਤਾਂ ਸਾਰੀ ਕੀਤੀ ਹੈ ਨਾ, ਐਪਲ ਸਾਰੀ ਕੀਤੀ ਹੈ, ਟੈਸਲਾ ਸਾਰੀ ਕੀਤੀ ਹੈ, ਬਟ ਹੈਗੀ ਕੰਪਨੀ ਕਿੱਥੇ, ਉਹ ਅਮਰੀਕਾ ਦੇ ਵਿੱਚ ਹੈਗੀ। ਤਾਂ ਉਹ ਸਭ ਜਿਹੜਾ ਜਿੰਨੀ ਵੀ ਪ੍ਰੋਡਕਸ਼ਨ ਹੋ ਰਹੀ ਹੈ ਉਹ ਸਭ ਉਹ GNP ਦੇ ਵਿੱਚ ਐਡ ਕਰਨਗੇ, ਠੀਕ ਹੈ। ਚਾਹੇ ਜਿੱਥੇ ਮਰਜ਼ੀ ਹੈ, ਚਾਹੇ ਅਫਰੀਕਾ ਦੇ ਵਿੱਚ ਹੈ, ਚਾਹੇ ਸਾਊਥ ਅਮਰੀਕਾ ਦੇ ਵਿੱਚ, ਜਿੱਥੇ ਮਰਜ਼ੀ ਹੈਗਾ, ਠੀਕ ਹੈ। ਹੁਣ GDP ਦੀ ਆਪਾਂ ਗੱਲ ਕਰੀਏ, GDP ਦੇ ਵਿੱਚ ਕੀ ਆਏਗਾ, ਉਹ ਚੀਜ਼ਾਂ ਆਉਣਗੀਆਂ ਜਿਹੜੀਆਂ ਕਿ ਅਮਰੀਕਾ ਦੇ ਬਾਊਂਡਰੀਜ਼ ਅੰਦਰ ਹੋ ਰਹੀਆਂ ਨੇ, ਠੀਕ ਹੈ। ਚਾਈਨਾ ਵੀ ਇਨਵੈਸਟ ਕਰ ਰਿਹਾ, ਫਰਾਂਸ ਵੀ ਇਨਵੈਸਟ ਕਰ ਰਿਹਾ ਹੈ ਨਾ, ਜਾਪਾਨ ਵੀ ਇਨਵੈਸਟ ਕਰ ਰਿਹਾ, ਚਾਈਨਾ ਵੀ ਕਰ ਰਿਹਾ, ਸਾਰੇ ਕਰ ਰਹੇ ਨੇਗੇ। ਤਾਂ ਜਿਹੜੇ ਮਰਜ਼ੀ ਦੇਸ਼ ਤੋਂ ਇਨਵੈਸਟ ਕਰੋ ਤੁਸੀਂ ਅੱਗੇ, ਬਟ ਅਗਰ ਅਮਰੀਕਾ ਦੀ ਚਾਰ ਦੀਵਾਰੀ ਦੇ ਵਿੱਚ ਚੀਜ਼ਾਂ ਬਣਾ ਰਹੇ ਹੋ ਤਾਂ ਤੁਹਾਡੀ ਪ੍ਰੋਡਕਸ਼ਨ GDP ਦੀ, ਉਹਨਾਂ ਦੀ ਅਮਰੀਕਾ ਦੀ GDP ਦੇ ਵਿੱਚ ਕਾਊਂਟ ਹੋਊਗੀ, ਠੀਕ ਹੈ। ਤੁਸੀਂ ਪਲੀਜ਼ ਇੱਕ ਵਾਰੀ ਇਹ ਪੜ੍ਹ ਲਓ ਜੋ ਲਿਖਿਆ ਹੋਇਆ, ਸੇਮ ਚੀਜ਼ ਲਿਖੀ ਹੋਈ ਹੈ, ਕੋਈ ਫਰਕ ਨਹੀਂ ਹੈਗਾ ਇਹਦੇ ਵਿੱਚ। ਆਪਾਂ ਆਲਰੇਡੀ ਕਰ ਚੁੱਕੇ ਹਾਂ, ਜਸਟ ਰਿਟਨ ਫਾਰਮ ਦੇ ਵਿੱਚ ਹੈ। ਚਲੋ ਠੀਕ ਹੈ, ਚੱਲਦੇ ਅੱਗੇ। ਇੱਕ ਹੋਰ ਨਵੀਂ ਟਰਮ ਆਉਂਦੀ ਆਪਣੇ ਕੋਲੇ, ਨੈਟ ਨੈਸ਼ਨਲ ਪ੍ਰੋਡਕਟ, NNP। ਨੈਟ ਨੈਸ਼ਨਲ ਪ੍ਰੋਡਕਟ ਬੱਚੇ ਆਪਾਂ ਕੀ ਕੁਛ ਪੜ੍ਹਦੇ, ਆਪਾਂ ਨੇ GDP ਪੜ੍ਹੀ ਸੀ, ਆਪਾਂ ਨੇ ਓਵਰਆਲ ਚੀਜ਼ਾਂ ਸਾਰੀਆਂ ਬਣੀਆਂ ਸੀ। GDP ਦੇ ਵਿੱਚੋਂ ਆਪਣੇ ਡੈਪਰੀਸੀਏਸ਼ਨ ਮਾਈਨਸ ਕੀਤੀ, ਆਪਣਾ ਕੀ ਬਣਾ ਸੀ ਬੱਚੇ, NDP, ਨੈਟ ਡੋਮੈਸਟਿਕ ਪ੍ਰੋਡਕਟ। ਫਿਰ ਆਪਾਂ ਪੜ੍ਹਿਆ ਬੱਚੇ GNP ਦੀ ਫੁੱਲ ਕੀ ਆਇਆ ਸੀ ਬੱਚੇ, ਆਪਣੇ ਕੋਲ ਫਾਰਮੂਲਾ ਕੀ ਆਇਆ ਸੀ, GDP ਪਲੱਸ ਨੈਟ ਇਨਕਮ ਫਰੋਮ ਐਬਰੋਡ, ਹੈ ਨਾ, ਇਹ ਚੀਜ਼ ਆਈ ਸੀ ਆਪਣੀ। ਜੇ ਆਪਾਂ ਗੱਲ ਕਰੀਏ ਬੱਚੇ GDP, ਹੁਣ GNP ਆ ਗਈ ਆਪਣੀ, ਹੁਣ ਇਹ ਅਗੇਨ ਗਰੋਸ ਹੈਗੀ। ਹੁਣ ਗਰੋਸ ਦੇ ਵਿੱਚ ਜੇ ਆਪਾਂ ਨੇ ਨੈਟ ਲੈ ਕੇ ਆਉਣਾ ਬੱਚੇ, ਅਗੇਨ ਆਪਾਂ ਕੀ ਕਰਾਂਗੇ, ਮਾਈਨਸ ਡੈਪਰੀਸੀਏਸ਼ਨ ਕਰਾਂਗੇ। ਤਾਂ ਬੱਚੇ NNP ਅਗਰ ਲੈ ਕੇ ਆਣੀ ਆਪਣੇ GNP ਦੇ ਵਿੱਚੋਂ, ਜਿਹੜੀ GNP ਆਪਾਂ ਇੱਥੇ ਪਿੱਛੇ ਕੈਲਕੂਲੇਟ ਕਰਕੇ ਆਏ ਹਾਂ, GNP ਦੇ ਵਿੱਚੋਂ ਆਪਾਂ ਡੈਪਰੀਸੀਏਸ਼ਨ ਅਗੇਨ ਮਾਈਨਸ ਕਰਾਂਗੇ, ਕਿਉਂਕਿ ਇਹ ਕੀ ਸੀ ਬੱਚੇ, ਇਹ ਵੀ ਇੱਕ ਤਰ੍ਹਾਂ ਦਾ GNP ਵੀ ਕੀ ਸੀ, ਇੱਕ ਤਰ੍ਹਾਂ ਦਾ ਪ੍ਰੋਡਕਟ ਸੀਗਾ ਜਿਹੜੀ ਆਪਾਂ ਪ੍ਰੋਡਕਸ਼ਨ ਕਰ ਰਹੇ ਸੀਗੇ, ਠੀਕ ਹੈ। ਹੁਣ ਕਿਸਾਈ ਤਾਂ ਇਹਦੇ ਵਿੱਚ ਵੀ ਹੋਊਗੀ, ਓਬਵੀਅਸਲੀ ਗੱਲ ਹੈ, ਡੈਪਰੀਸੀਏਸ਼ਨ ਇਹਦੇ ਵਿੱਚ ਵੀ ਹੋਏਗੀ। ਤਾਂ ਅਗੇਨ ਗਰੋਸ ਤੋਂ ਨੈਟ ਬਣਾਉਣ ਵਾਸਤੇ ਆਪਾਂ ਨੇ ਸਿੰਪਲੀ ਡੈਪਰੀਸੀਏਸ਼ਨ ਮਾਈਨਸ ਕਰਤੀ, ਆਪਣਾ ਬੱਚੇ ਕੀ ਆ ਗਿਆ, NNP ਆ ਗਿਆ, ਨੈਟ ਨੈਸ਼ਨਲ ਪ੍ਰੋਡਕਟ। ਇਹ ਚੀਜ਼ ਆ ਗਈ ਆਪਣੀ, ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ। ਹੁਣ ਬੱਚੇ ਇੱਕ ਚੀਜ਼ ਹੁੰਦੀ ਹੈ, ਇਹਦੇ ਕੋਲ ਪਹਿਲਾਂ ਤਾਂ ਸਭ ਤੋਂ ਪਹਿਲਾਂ ਫਾਰਮੂਲਾ ਤੁਹਾਡੇ ਟਿਪਸ 'ਤੇ ਹੋਣੇ ਚਾਹੀਦੇ ਨੇ, ਠੀਕ ਹੈ। ਤੁਹਾਨੂੰ ਪੇਪਰ ਦੇ ਵਿੱਚ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਵੀ ਕਿਹੜਾ ਕਿਵੇਂ ਬਣੂਗਾ, ਠੀਕ ਹੈ। ਤਾਂ ਤੁਸੀਂ ਪਲੀਜ਼ ਕੀ ਕਰਨਾ ਹੈ ਆਪਣੇ ਐਂਡ ਤੋਂ, ਇਹਨਾਂ ਸਾਰੇ ਫਾਰਮੂਲਾਜ਼ ਨੂੰ ਤੁਸੀਂ ਆਪਣੀ ਹੈਂਡ ਰਾਈਟਿੰਗ ਦੇ ਨਾਲ ਆਪਣੀ ਕਾਪੀ ਦੇ ਵਿੱਚ ਲਿਖਣਾ ਹੈ, ਔਰ ਇਹਨੂੰ ਰੂਟੀਨ ਬੇਸਿਸ 'ਤੇ ਰਿਵਾਈਜ਼ ਕਰਨੀ ਹੈ ਚੀਜ਼ ਨੂੰ, ਠੀਕ ਹੈ, ਤਾਂ ਕਿ ਤੁਸੀਂ ਇਹਨੂੰ ਅੱਛੀ ਤਰ੍ਹਾਂ ਫੈਮੀਲੀਅਰ ਹੋ ਜਾਓ ਕਿ ਹਾਂ ਕੀ ਕਨਫਿਊਜ਼ਨ ਹੈ, ਕੋਈ ਕਨਫਿਊਜ਼ਨ ਨਾ ਰਹੇ ਇਹਦੇ ਵਿੱਚ, ਕਨਸੈਪਟ ਕਲੀਅਰ ਹੋ ਜਾਏ ਇਸ ਚੀਜ਼ ਦਾ, ਠੀਕ ਹੈ। ਤੁਸੀਂ ਇੱਕ ਵਾਰ ਸੁਣ ਰਹੇ ਹੋ, ਤੁਹਾਨੂੰ ਸਮਝ ਆ ਰਿਹਾ, ਠੀਕ ਹੈ, ਬਟ ਇਹਦੇ ਵਿੱਚ ਟੈਂਡੈਂਸੀ ਹੁੰਦੀ ਹੈ, ਪ੍ਰੋਬੇਬਿਲਿਟੀ ਹੁੰਦੀ ਹੈ ਕਿ ਤੁਸੀਂ ਕਨਫਿਊਜ਼ ਹੋ ਜਾਓਗੇ ਡਿਫਰੈਂਟ ਟਰਮ ਦੇ ਵਿੱਚ, ਕਿਉਂਕਿ ਸਾਰੀਆਂ ਟਰਮਸ ਇੱਕ ਦੂਸਰੇ ਨਾਲ ਮਿਲਦੀਆਂ ਜੁਲਦੀਆਂ ਨੇਗੀਆਂ, ਠੀਕ ਹੈ। ਤਾਂ ਤੁਸੀਂ ਆਪਣੇ ਹੈਂਡ ਦੇ ਨਾਲ ਜਦੋਂ ਲਿਖੋਗੇ ਫਿਰ ਤੁਹਾਨੂੰ ਜ਼ਿਆਦਾ ਕਲੈਰਿਟੀ ਇਹਦੇ ਵਿੱਚੋਂ ਆ ਜੂਗੀ, ਠੀਕ ਹੈ। ਚਲੋ ਨੈਕਸਟ ਮੂਵ ਔਨ ਕਰਦੇ ਹਾਂ। ਹੁਣ NNP ਕਾਊਂਟ ਕਰ ਲਿਆ, ਨੈਟ ਨੈਸ਼ਨਲ ਪ੍ਰੋਡਕਟ ਆਪਣੇ ਕਾਊਂਟ ਕਰ ਲਿਆ ਜੀ, ਠੀਕ ਹੈ। ਹੁਣ ਇਹਦੇ ਵਿੱਚ ਹੀ ਹੋਰ ਥੋੜ੍ਹੀ ਜਿਹੀ ਕਲਾਸੀਫਿਕੇਸ਼ਨ ਆਪਾਂ ਦੇਖਦੇ ਹਾਂ। ਦੇਖੋ ਬੱਚੇ, ਇਹ ਤੋਂ ਪਹਿਲਾਂ ਇੱਕ ਥੋੜ੍ਹਾ ਜਿਹਾ ਬੈਕਗਰਾਊਂਡ ਕਲੀਅਰ ਕਰਨਾ ਚਾਹੁੰਦਾ ਕੋਸਟ ਬਾਰੇ। ਇੱਕ ਹੁੰਦੀ ਆਪਣੇ ਕੋਲ ਫੈਕਟਰ ਕੋਸਟ ਬੱਚੇ, ਇੱਕ ਹੁੰਦੀ ਹੈ ਮਾਰਕੀਟ ਪ੍ਰਾਈਸਿਸ। ਦੇਖਦੇ ਹਾਂ ਕੀ ਹੁੰਦਾ ਹੈਗਾ। ਦੇਖੋ ਕੋਈ ਵੀ ਚੀਜ਼ ਹੈਗੀ ਹੈ, ਮੰਨ ਲਓ ਇੱਥੇ ਇਹ ਫੈਕਟਰੀ ਹੈਗੀ ਹੈ, ਇੱਥੇ ਕੋਈ ਚੀਜ਼ ਪ੍ਰੋਡਿਊਸ ਹੋ ਰਹੀ ਹੈ, ਕੋਈ ਗੁੱਡ ਪ੍ਰੋਡਿਊਸ ਹੋ ਰਹੀ ਹੈ, ਅਤੇ ਇਹ ਜਿਹੜਾ ਜਦੋਂ ਫੈਕਟਰੀ ਦੇ ਗੇਟ ਦੇ ਵਿੱਚ ਨਿਕਲੂਗੀ ਬੱਚੇ, ਇਹਦਾ ਕੁਛ ਪ੍ਰਾਈਸ ਹੋਊਗਾ, ਐਕਸ ਪ੍ਰਾਈਸ ਹੋਊਗਾ ਮੰਨ ਲਓ, ਠੀਕ ਹੈ। ਹੁਣ ਇਹ ਜਿਹੜਾ ਪ੍ਰਾਈਸ ਹੈ ਬੱਚੇ, ਇਹ ਕਿਸੇ ਵੱਡੇ ਡਿਸਟਰੀਬਿਊਟਰ ਕੋਲ ਜਾਊਗਾ, ਠੀਕ ਹੈ। ਫੈਕਟਰੀ ਤੋਂ ਸਿੱਧਾ ਕੋਈ ਆਮ ਛੋਟਾ ਮੋਟਾ ਦੁਕਾਨਦਾਰ ਤਾਂ ਨਹੀਂ ਖਰੀਦ ਸਕਦਾ, ਓਬਵੀਅਸ ਜੀ ਗੱਲ ਹੈ, ਕੋਈ ਵੱਡਾ ਡਿਸਟਰੀਬਿਊਟਰ ਹੀ ਖਰੀਦੇਗਾ। ਤਾਂ ਇੱਥੋਂ ਬੱਚੇ ਕੋਈ ਡਿਸਟਰੀਬਿਊਟਰ ਖਰੀਦ ਕੇ ਇੱਕ ਵੱਡਾ ਲੋਟ ਮਤਲਬ ਪੂਰੇ ਕੰਟੇਨਰ ਭਰ ਕੇ ਫੈਕਟਰੀ ਦੇ ਵਿੱਚੋਂ ਇਹ ਸਮਾਨ ਲੈ ਗਿਆ ਐਕਸ ਪ੍ਰਾਈਸ 'ਤੇ, ਠੀਕ ਹੈ। ਇਹ ਜਿਹੜਾ ਪ੍ਰਾਈਸ ਹੋਊਗਾ ਬੱਚੇ, ਆਪਾਂ ਇਹਨੂੰ ਕਹਾਂਗੇ ਫੈਕਟਰ ਪ੍ਰਾਈਸ, ਫੈਕਟਰ ਕੋਸਟ। ਹੁਣ ਬੱਚੇ ਇਸ ਫੈਕਟਰ ਕੋਸਟ ਦੇ ਉੱਪਰ, ਠੀਕ ਹੈ, 100 ਤਰ੍ਹਾਂ ਦੇ ਖਰਚੇ ਹੋਰ ਲੱਗਣਗੇ। ਸਭ ਤੋਂ ਪਹਿਲਾਂ ਤਾਂ ਕੀ ਲੱਗੂ ਬੱਚੇ, ਇਹਦੇ ਉੱਪਰ ਕੋਈ ਨਾ ਕੋਈ ਟੈਕਸਿਸ ਲੱਗਣਗੇ, ਇਨਡਾਇਰੈਕਟ ਟੈਕਸਿਸ ਲੱਗਣਗੇ, ਠੀਕ ਹੈ। ਹੁਣ ਬੱਚੇ ਹੋ ਸਕਦਾ ਹੈ ਕੋਈ ਐਸੀ ਚੀਜ਼ ਹੋਵੇ ਜਿਹੜੀ ਕਿ ਸਰਕਾਰ ਨੇ ਇਹਦੇ ਉੱਪਰ ਸਬਸਿਡੀ ਵੀ ਦਿੱਤੀ ਹੋਵੇ, ਠੀਕ ਹੈ। ਤਾਂ ਮਤਲਬ ਫੈਕਟਰ ਕੋਸਟ ਪਹਿਲਾਂ ਤਾਂ ਫੈਕਟਰੀ ਦੀ ਕੋਸਟ ਹੋ ਗਈ, ਫਿਰ ਉਹਦੇ ਉੱਪਰ ਇਨਡਾਇਰੈਕਟ ਟੈਕਸਿਸ ਹੋ ਗਏ, ਮਤਲਬ ਐਕਸਾਈਜ਼ ਡਿਊਟੀ ਵਗੈਰਾ ਇਹ ਜਿਹਾ ਕੁਛ ਹੋ ਗਿਆ, ਹੈ ਨਾ। ਵੈਸੇ ਐਕਸਾਈਜ਼ ਤਾਂ ਨਹੀਂ ਹੈਗੀ, GST ਆਪਾਂ ਕਹਿ ਸਕਦੇ ਹਾਂ। ਤਾਂ GST ਲੱਗਣ ਤੋਂ ਬਾਅਦ ਬੱਚੇ ਹੋ ਸਕਦਾ ਕੋਈ ਇਹੋ ਜਿਹੀ ਚੀਜ਼ ਹੋਵੇ ਜਿਹਦੇ ਉੱਪਰ ਸਬਸਿਡੀ ਵੀ ਦਿੱਤੀ ਹੋਵੇ। ਤਾਂ ਫੈਕਟਰ ਕੋਸਟ ਦਾ ਜੇ ਅਸਲੀ ਪ੍ਰਾਈਸ ਨਹੀਂ ਹੈਗਾ ਜਿਹੜਾ ਕੰਜ਼ਿਊਮਰ ਕੋਲ ਪਹੁੰਚਦਾ। ਆਪਣਾ ਕੰਸਰਨ ਕੀ ਹੁੰਦਾ ਜ਼ਿਆਦਾ, ਕੰਜ਼ਿਊਮਰ ਵਾਲਾ ਪ੍ਰਾਈਸ ਕੀ ਹੈ, ਵੀ ਕੰਜ਼ਿਊਮਰ ਨੂੰ ਕਿਹੜੇ ਪ੍ਰਾਈਸ 'ਤੇ ਚੀਜ਼ ਮਿਲ ਰਹੀ ਹੈ। ਕੀ ਫੈਕਟਰ ਕੋਸਟ 'ਤੇ ਮਿਲੂਗੀ? ਓਬਵੀਅਸਲੀ ਨਹੀਂ ਮਿਲੂਗੀ। ਇਹ ਤਾਂ ਫੈਕਟਰੀ ਤੋਂ ਹਲੇ ਫੈਕਟਰੀ ਵਾਲਾ ਪ੍ਰਾਈਸ ਹੈ, ਜਿਹੜੀ ਕਿ ਮੰਨ ਲਓ ਜਿਹੜਾ ਫੈਕਟਰੀ ਦਾ ਓਨਰ ਹੈ ਉਹਨੂੰ ਕੋਸਟਿੰਗ ਪੈ ਰਹੀ ਹੈ ਉਸ ਚੀਜ਼ ਦੀ। ਤਾਂ ਓਬਵੀਅਸਲੀ ਗੱਲ ਹੈ ਕੰਜ਼ਿਊਮਰ ਨੂੰ ਕੁਛ ਜ਼ਿਆਦਾ ਪ੍ਰਾਈਸ 'ਤੇ ਮਿਲੂਗੀ ਚੀਜ਼, ਠੀਕ ਹੈ। ਤਾਂ ਫੈਕਟਰ ਕੋਸਟ
प्लस कोई ਉਹਦੇ ਉੱਪਰ ਟੈਕਸਿਸ ਲੱਗਦੇ ਨੇ ਜਿਹੜੇ, ਮਾਈਨਸ ਆਪਾਂ ਕਰਾਂਗੇ ਬੱਚੇ ਕੋਈ ਸਬਸਿਡੀਜ਼, ਠੀਕ ਹੈ, ਕਿਉਂਕਿ ਕੰਜ਼ਿਊਮਰ ਨੂੰ ਬਚਾਉਣ ਵਾਸਤੇ ਸਰਕਾਰਾਂ ਸਬਸਿਡੀਜ਼ ਲੈ ਕੇ ਆਉਂਦੀਆਂ ਨੇਗੀਆਂ, ਠੀਕ ਹੈ। ਇਹ ਤਾਂ ਚਲੋ ਫੈਕਟਰੀਜ਼ ਦੇ ਖਰਚੇ ਹੋ ਗਏ, ਠੀਕ ਹੈ, ਬਟ ਹੁਣ ਕੰਜ਼ਿਊਮਰ ਨੂੰ ਬਚਾਉਣ ਵਾਸਤੇ ਸਰਕਾਰਾਂ ਕੀ ਕਰਦੀਆਂ ਨੇ, ਇਹਨਾਂ ਖਰਚਿਆਂ ਦਾ ਕੁਝ ਪੋਰਸ਼ਨ ਖੁਦ ਪੇ ਕਰ ਦਿੰਦੇ ਨੇ, ਮਤਲਬ ਉਹਨੂੰ ਆਪਾਂ ਕੀ ਕਹਿੰਦੇ ਨੇ, ਸਬਸਿਡੀਜ਼ ਕਹਿੰਦੇ ਨੇ ਆਮ ਭਾਸ਼ਾ ਦੇ ਵਿੱਚ, ਠੀਕ ਹੈ, ਮਾਈਨਸ ਸਬਸਿਡੀ। ਤਾਂ ਹੁਣ ਜਿਹੜਾ ਵੈਲਿਊ ਆਊਗੀ ਬੱਚੇ, ਇਹ ਕੰਜ਼ਿਊਮਰ ਪ੍ਰਾਈਸ ਆਊਗਾ, ਜਿਹੜਾ ਕਿ ਕੰਜ਼ਿਊਮਰ ਨੇ ਪੇ ਕਰਨਾ, ਜਾਂ ਫਿਰ ਮਾਰਕੀਟ ਪ੍ਰਾਈਸ ਕਹਿ ਦੇਣਾ ਆਪਾਂ ਇਹਨੂੰ, ਮਾਰਕੀਟ ਪ੍ਰਾਈਸ, ਠੀਕ ਹੈ, ਮਾਰਕੀਟ ਪ੍ਰਾਈਸ ਇਹਨੂੰ ਕਹਿ ਸਕਦੇ ਆਪਾਂ, ਠੀਕ ਹੈ ਜੀ। ਹੁਣ ਇਹ ਦੋ ਤਰ੍ਹਾਂ ਦੇ ਪ੍ਰਾਈਸ ਹੋ ਗਏ ਆਪਣੇ ਕੋਲੇ, ਇੱਕ ਹੋ ਗਿਆ ਫੈਕਟਰ ਪ੍ਰਾਈਸ ਹੋ ਗਿਆ ਬੱਚੇ, ਇੱਕ ਹੋ ਗਿਆ ਮਾਰਕੀਟ ਪ੍ਰਾਈਸ, ਠੀਕ ਹੈ। ਹੁਣ ਆਪਣੇ ਬੈਕਗਰਾਊਂਡ ਸਮਝ ਲਿਆ, ਹੁਣ ਤੁਸੀਂ ਆਓ ਵਾਪਸ ਕਨਸੈਪਟ ਦੇ ਉੱਪਰ। ਹੁਣ ਬੱਚੇ ਇੱਕ ਤਾਂ ਹੈਗਾ ਦੇਖੋ NNP ਐਟ ਫੈਕਟਰ ਕੋਸਟ। ਹੁਣ ਜਿਹੜੀ ਵੀ ਆਪਾਂ NNP ਕਾਊਂਟ ਕਰਾਂਗੇ, ਕੋਈ ਵੀ ਫਿਗਰ ਹੈ NNP GDP ਐਨੀਥਿੰਗ, ਆਪਾਂ ਦੋਨਾਂ ਫਿਗਰਸ 'ਤੇ ਕਾਊਂਟ ਕਰ ਸਕਦੇ ਹਾਂ, ਫੈਕਟਰ ਕੋਸਟ 'ਤੇ ਵੀ ਕਾਊਂਟ ਕਰ ਸਕਦੇ ਹਾਂ ਔਰ ਮਾਰਕੀਟ ਪ੍ਰਾਈਸ 'ਤੇ ਵੀ ਕਾਊਂਟ ਕਰ ਸਕਦੇ ਹਾਂ, ਠੀਕ ਹੈ। ਹੁਣ NCERT ਦੇ ਵਿੱਚ ਜੋ ਫਾਰਮੂਲਾ ਹੈਗਾ, ਆਪਾਂ ਉਹਦੇ ਬੇਸ 'ਤੇ ਗੱਲ ਕਰ ਰਹੇ ਹਾਂ ਆਪਾਂ, ਕਿ ਜਿਹੜੀ ਇੰਡੀਆ ਦੀ ਨੈਸ਼ਨਲ ਇਨਕਮ, ਜੇ ਤੁਸੀਂ ਮੈਨੂੰ ਪੁੱਛੋ ਇੰਡੀਆ ਦੀ ਨੈਸ਼ਨਲ ਇਨਕਮ ਕਿੰਨੀ ਹੈਗੀ ਹੈ, ਤਾਂ ਆਪਾਂ ਕਹਾਂਗੇ ਬੱਚੇ NNP ਐਟ ਫੈਕਟਰ ਕੋਸਟ, ਬਸ ਹੋਰ ਕੁਛ ਨਹੀਂ, ਠੀਕ ਹੈ। ਮਤਲਬ ਆਪਣੇ ਜਿੰਨੀਆਂ ਮਰਜ਼ੀ ਫਾਰਮੂਲੇਸ ਪੜ੍ਹ ਲਏ, ਬਟ ਐਕਚੁਅਲ ਦੇ ਵਿੱਚ ਜੋ ਨੈਸ਼ਨਲ ਇਨਕਮ ਇੰਡੀਆ ਦੀ ਹੈਗੀ ਆ, ਉਹ NCERT ਦੇ ਅਕੋਰਡਿੰਗ ਆਪਣੀ NNP ਐਟ ਫੈਕਟਰ ਕੋਸਟ ਹੈ। NCERT ਤੋਂ ਬਾਹਰ ਕੁਛ ਵੀ ਨਹੀਂ ਹੈਗਾ ਬੱਚੇ, ਜੋ NCERT ਨੇ ਕਹਿਤਾ ਉਹੀ ਰੱਬ ਹੈਗਾ, ਠੀਕ ਹੈ। ਆਪਾਂ ਉਹਨੂੰ ਹੀ ਮੰਨਾਂਗੇ, ਉਹਨੂੰ ਹੀ ਅਸਲੀ ਸੱਚ ਮੰਨਾਂਗੇ ਆਪਾਂ, ਠੀਕ ਹੈ। ਤਾਂ ਓਬਵੀਅਸਲੀ ਜੋ NCERT ਦੇ ਵਿੱਚ ਲਿਖਿਆ ਉਹਨੂੰ ਹੀ ਆਪਾਂ ਇੱਥੇ ਡਿਸਕਸ ਕਰ ਰਹੇ ਹਾਂ। NNP ਐਟ ਫੈਕਟਰ ਕੋਸਟ ਇਜ਼ ਇਕੁਅਲ ਟੂ ਇੰਡੀਆਜ਼ ਨੈਸ਼ਨਲ ਇਨਕਮ, ਠੀਕ ਹੈ। ਹੁਣ NNP ਐਟ ਫੈਕਟਰ ਕੋਸਟ ਕੱਢੀ ਕਿਵੇਂ ਬੱਚੇ ਆਪਾਂ ਨੇ, ਦੇਖੋ ਜਿਵੇਂ ਫੈਕਟਰ ਕੋਸਟ ਤੋਂ ਆਪਾਂ ਮਾਰਕੀਟ ਪ੍ਰਾਈਸ 'ਤੇ ਗਏ, ਉਸੇ ਤਰ੍ਹਾਂ ਹੁਣ ਦੇਖੋ ਆਪਾਂ ਨੂੰ, ਤੁਹਾਨੂੰ ਕੋਈ ਮਾਰਕੀਟ ਦੇ ਵਿੱਚੋਂ ਕੋਈ ਚੀਜ਼ ਖਰੀਦਣ ਜਾ ਰਹੇ ਹੋ, ਠੀਕ ਹੈ। ਇੱਕ ਮੰਨ ਲਓ ਕੋਈ ਲੋਕਲ ਜਿਹੜਾ ਕੀ ਹੈ ਨਮਕੀਨ ਦਾ ਪੈਕਟ ਖਰੀਦ ਰਹੇ ਹੋ ਤੁਸੀਂ, ਕੋਈ ਹਲਦੀਰਾਮ ਦਾ ਨਹੀਂ ਮੈਂ ਕਹਿ ਰਿਹਾ, ਕੋਈ ਲੋਕਲ ਜਿਹੜਾ ਟਰਾਂਸਪੇਰੈਂਟ ਪੰਨੀ ਦੇ ਵਿੱਚ ਹੁੰਦਾ ਹੈ ਨਾ, ਉੱਦਾਂ ਦਾ ਪੈਕਟ, ਤਾਂ ਉਹ ਬੱਚੇ ਤੁਹਾਨੂੰ ਮਾਰਕੀਟ ਪ੍ਰਾਈਸ ਦੇ ਵਿੱਚ ਮੰਨ ਲਓ 30 ਰੁਪਈਸ ਦਾ ਮਿਲ ਰਿਹਾ ਹੈਗਾ, ਠੀਕ ਹੈ। ਹੁਣ ਓਬਵੀਅਸਲੀ ਗੱਲ ਹੈ, ਫੈਕਟਰੀ ਨੂੰ ਜਿਹੜਾ ਓਨਰ ਹੈਗਾ ਉਹਨੂੰ ਕੁਝ ਘੱਟ ਕੋਸਟਿੰਗ 'ਤੇ ਪਿਆ ਹੋਊਗਾ, ਉਹਨੂੰ ਮੇ ਬੀ 20 ਰੁਪਏ ਦਾ ਪਿਆ ਹੋਵੇ, 20 ਰੁਪਈਸ ਦਾ ਪਿਆ ਹੋਵੇ, ਠੀਕ ਹੈ। ਹੁਣ ਜਿਹੜੀ ਇਹ ਚੀਜ਼ ਹੈ, ਆਪਾਂ ਮਾਰਕੀਟ ਪ੍ਰਾਈਸ ਆਪਾਂ ਨੂੰ ਪਤਾ ਹੈ, ਬਟ ਮਾਰਕੀਟ ਪ੍ਰਾਈਸ ਤੋਂ ਆਪਾਂ ਫਿਰ ਜਦੋਂ ਫੈਕਟਰੀ ਪ੍ਰਾਈਸ 'ਤੇ ਜਾਣਾ ਹੈ, ਆਪਾਂ ਨੂੰ ਪਤਾ ਆਪਾਂ ਨੂੰ ਕੀ ਕਰਨਾ ਪੈਣਾ, ਆਪਾਂ ਨੂੰ ਸਬਸਿਡੀਜ਼ ਪਲੱਸ ਕਰਨੀਆਂ ਪੈਣੀਆਂ ਨੇ ਤੇ ਇਨਡਾਇਰੈਕਟ ਟੈਕਸਿਸ ਮਾਈਨਸ ਕਰਨੇ ਪੈਣੇ ਨੇ, ਠੀਕ ਹੈ। ਤਾਂ ਆਪਾਂ ਕੀ ਕਰਾਂਗੇ, ਮਾਰਕੀਟ ਪ੍ਰਾਈਸ ਦੇਖਾਂਗੇ, ਉਹਦੇ ਵਿੱਚੋਂ ਇਨਡਾਇਰੈਕਟ ਟੈਕਸਿਸ ਮਾਈਨਸ ਕਰ ਦਾਂਗੇ, ਸਬਸਿਡੀਜ਼ ਪਲੱਸ ਕਰ ਦਾਂਗੇ, ਆਪਣੇ ਕੋਲ ਕੀ ਨਿਕਲ ਕੇ ਆਊਗਾ ਬੱਚੇ, ਫੈਕਟਰ ਪ੍ਰਾਈਸ। ਤਾਂ ਜਿਹੜਾ NNP ਐਟ ਫੈਕਟਰ ਕੋਸਟ ਹੈ, ਉਹ ਆਪਣਾ ਇੰਡੀਆਜ਼ ਨੈਸ਼ਨਲ ਇਨਕਮ ਹੈਗੀ, ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ, ਠੀਕ ਹੈ। ਫਾਰਮੂਲਾ ਜਸਟ ਇਹੀ ਹੈ। ਹੁਣ ਦੇਖੋ ਸਾਰੀ ਸਟੋਰੀ ਸਮਝਾਉਣ ਦਾ ਪਰਪਸ ਇਹੀ ਹੈ ਵੀ ਯਾਦ ਕਰਨਾ ਸੌਖਾ ਹੋ ਜੇ, ਠੀਕ ਹੈ। ਸਟੋਰੀ ਤਾਂ ਓਬਵੀਅਸਲੀ ਪੇਪਰ ਦੇ ਵਿੱਚ ਨਹੀਂ ਪੁੱਛੀ ਜਾਂਦੀ, ਆਪਣਾ ਆਬਜੈਕਟਿਵ ਪੇਪਰ ਹੈ, ਆਪਣਾ ਸਬਜੈਕਟਿਵ ਪੇਪਰ ਨਹੀਂ ਹੈਗਾ, ਠੀਕ ਹੈ। ਬਟ ਸਟੋਰੀ ਸਮਝਾਉਣ ਦਾ ਇਹੀ ਪਰਪਸ ਹੁੰਦਾ ਕਿ ਚੀਜ਼ਾਂ ਨੂੰ ਆਪਾਂ ਬੈਟਰ ਸਮਝ ਪਾਈਏ, ਠੀਕ ਹੈ, ਉਹਨਾਂ ਨਾਲ ਜਲਦੀ ਆਪਾਂ ਕਨਵਿੰਸ ਕਰ ਪਾਈਏ ਚੀਜ਼ਾਂ ਨੂੰ। ਚਲੋ ਹੁਣ ਬੱਚੇ ਆਹੀ ਸਾਰੀ ਸਮਰੀ ਹੈ ਜੋ ਆਪਾਂ ਹੁਣ ਤੱਕ ਪੜ੍ਹੀ ਹੈ, ਸਾਰੇ ਹੀ ਕਨਸੈਪਟ ਮੈंने ਇੱਕ ਜਿਸਟ ਬਣਾ ਕੇ ਲਿਖਤਾ, ਤੁਸੀਂ ਉਹਨਾਂ ਨੂੰ ਰੀਡ ਕਰ ਲਓ। ਸੇਮ ਚੀਜ਼ਾਂ ਨੂੰ ਜੋ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ, NDP ਪੜ੍ਹ ਲਈ, GDP ਪੜ੍ਹ ਲਈ, ਪਹਿਲਾਂ GDP ਪੜ੍ਹੀ ਸੀ, ਉਹਦੇ ਵਿੱਚ ਡੈਪਰੀਸੀਏਸ਼ਨ ਮਾਈਨਸ ਕੀਤੀ, NDP ਆ ਗਈ। ਫਿਰ ਆਪਣੇ ਬੱਚੇ GNP ਕੈਲਕੂਲੇਟ ਕੀਤੀ ਸੀ, GNP ਕਿਵੇਂ ਕੀਤੀ ਸੀ, GDP ਪਲੱਸ ਨੈਟ ਇਨਕਮ ਜਿਹੜੀ ਐਬਰੋਡ ਤੋਂ ਆਈ ਸੀਗੀ, ਫਿਰ ਠੀਕ ਹੈ ਬੱਚੇ। ਫਿਰ ਜਿਹੜੀ ਆਪਣੀ ਵਿੱਚ GNP ਸੀਗੀ, ਉਹ ਆਪਣੀ ਕਿਵੇਂ ਕਾਊਂਟ ਕੀਤੀ ਸੀਗੀ, ਇੱਧਰ ਆ ਗਈ ਸੀਗੀ GDP ਵਾਲੀ। ਹੁਣ NNP ਕਿਵੇਂ ਕਰਾਂਗੇ ਆਪਾਂ, NNP ਇਜ਼ ਇਕੁਅਲ ਟੂ GNP ਮਾਈਨਸ ਡੈਪਰੀਸੀਏਸ਼ਨ, ਮਤਲਬ ਜੋ ਵੀ ਆਪਾਂ ਹੁਣ ਤੱਕ ਪੜ੍ਹਿਆ ਸੇਮ ਉਹਦੀ ਹੀ ਸਮਰੀ ਹੈਗੀ ਹੈ ਇੱਕ ਤਰ੍ਹਾਂ ਦੀ, ਠੀਕ ਹੈ, ਸੇਮ ਹੈ। ਚਲੋ ਇਹ ਵੀ ਅਗੇਨ ਬੱਚੇ NCERT ਦੀ ਇਮੇਜ ਹੈਗੀ ਹੈ, ਜ਼ਿਆਦਾ ਕੁਝ ਸਮਝਣ ਵਾਲਾ ਹੈ ਨਹੀਂ ਇਹਦੇ ਵਿੱਚ, ਜਿੰਨਾ ਕਿ ਸਮਝ ਆਉਂਦਾ ਤੁਸੀਂ ਦੇਖ ਲਿਓ, ਬਾਕੀ ਉਹੀ ਚੀਜ਼ਾਂ ਜਿਹੜੀਆਂ ਆਪਾਂ ਪੜ੍ਹ ਚੁੱਕੇ ਹਾਂ, ਠੀਕ ਹੈ। ਜਿਵੇਂ ਬੱਚੇ GDP ਦੇ ਵਿੱਚੋਂ ਡੈਪਰੀਸੀਏਸ਼ਨ ਮਾਈਨਸ ਕੀਤੀ, ਆਪਣੀ NDP ਆ ਗਈ, ਤਾਂ ਆਲਮੋਸਟ ਸੇਮ ਚੀਜ਼ਾਂ ਨੇਗੀਆਂ। ਕੁਛ ਚੀਜ਼ਾਂ ਐਡੀਸ਼ਨਲ ਨੇ, ਉਹ ਤੁਸੀਂ ਛੱਡ ਦਿਓ, ਉਹਦੀ ਲੋੜ ਨਹੀਂ ਹੈਗੀ। ਜਿਹੜੀ ਚੀਜ਼ ਆਪਣੇ ਪੜ੍ਹੀਆਂ ਨੇ ਬਸ ਉਹੀ ਹੈ। ਇਮੇਜ ਮੈंने ਤਾਂ ਪਾਤੀ ਤਾਂ ਕਿ ਤੁਸੀਂ ਜਦੋਂ ਬੁੱਕ ਦੇ ਵਿੱਚ ਪੜ੍ਹੋਗੇ ਤੁਸੀਂ ਕਨਫਿਊਜ਼ ਨਾ ਹੋ ਜਾਓ ਵੀ ਆ ਕੀ ਦੇ ਰੱਖਿਆ, ਹੈ ਨਾ। ਇਹ ਤਾਂ ਕੁਛ ਖਾਸ ਨਹੀਂ ਹੈਗਾ, ਜਿਹੜੀ ਚੀਜ਼ ਆਪਾਂ ਨੇ ਪੜ੍ਹੀਆਂ ਉਹੀ ਚੀਜ਼ਾਂ ਨੇ ਬਸ। ਹੁਣ ਬੱਚੇ ਕੁਛ ਦੇਖ ਲੈਣਾ ਆਪਾਂ ਕੈਲਕੂਲੇਸ਼ਨ ਦੇ ਮੈਥਡਸ, GDP ਕੈਲਕੂਲੇਸ਼ਨ ਦੇ ਮੈਥਡ ਆਪਾਂ ਦੇਖ ਲੈਂਦੇ ਹਾਂ। ਹਾਂਜੀ, ਤਾਂ ਬੱਚੇ ਆਪਣੇ ਕੋਲ 3 ਮੈਥਡਸ ਨੇ ਬੇਸਿਕਲੀ। ਅਗੇਨ ਆਪਾਂ ਥੋੜ੍ਹਾ ਰਿਵਾਈਜ਼ ਕਰੀਏ, GDP ਕੀ ਸੀ ਆਪਣੀ, ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੋਡਿਊਸ ਹੋ ਰਹੀਆਂ ਨੇ ਇੰਡੀਆ ਦੇ ਵਿੱਚ, ਉਹਦਾ ਸਮ ਐਡੀਸ਼ਨ, ਸਮ ਟੋਟਲ ਉਹਦਾ, ਠੀਕ ਹੈ। ਇਹ ਚੀਜ਼ ਆਪਾਂ GDP ਪੜ੍ਹੀ ਸੀਗੀ। ਹੁਣ ਜੇ ਇਹਦੇ 3 ਮੈਥਡਸ ਨੇ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਤੁਸੀਂ ਜ਼ਿਆਦਾ ਫੈਮੀਲੀਅਰ ਹੋ ਜਿਹਦੇ ਨਾਲ, ਉਹ ਹੈਗਾ ਪ੍ਰੋਡਕਸ਼ਨ ਮੈਥਡ, ਜੋ ਆਪਾਂ ਹੁਣੀ ਪੜ੍ਹਿਆ ਵੀ ਦੇਸ਼ ਦੇ ਵਿੱਚ ਜੋ ਵੀ ਚੀਜ਼ਾਂ ਪ੍ਰੋਡਿਊਸ ਹੋ ਰਹੀਆਂ ਨੇ, ਬਟ ਫਾਈਨਲ ਚੀਜ਼ਾਂ, ਧਿਆਨ ਦੇਣਾ, ਫਾਈਨਲ ਚੀਜ਼ਾਂ, ਠੀਕ ਹੈ। ਜਿਵੇਂ ਸਿਰਫ ਕਾਰ, ਨਾ ਕਿ ਸਟੀਲ, ਸਿੱਧੀ ਕਾਰ ਨਾ ਕਿ ਰਬੜ, ਸਿੱਧੀ ਕਾਰ ਨਾ ਕਿ ਟਾਇਰ, ਠੀਕ ਹੈ। ਤਾਂ ਮਤਲਬ ਫਾਈਨਲ ਗੁੱਡਸ, ਤਾਂ ਉਹਨਾਂ ਜਿਹੜੀ ਫਾਈਨਲ ਗੁੱਡਸ ਦੀ ਪ੍ਰੋਡਕਸ਼ਨ ਹੋ ਰਹੀ ਹੈ, ਜੇ ਆਪਾਂ ਉਹਨਾਂ ਸਾਰੀਆਂ ਨੈਨੋ ਕਾਰਾਂ ਦੀਆਂ, ਸਾਰੀਆਂ ਹੋਰ ਵੀ ਜਿਹੜੀ ਕਾਰਾਂ ਬਣ ਰਹੀਆਂ ਨੇ, ਹੋਰ ਵੀ ਜਿਹੜੀ ਵੀ ਚੀਜ਼ ਬਣ ਰਹੀ ਹੈ, ਅਗਰ ਸਾਰਿਆਂ ਦੇ ਪ੍ਰਾਈਸਿਸ ਐਡ ਕਰ ਦਾਂਗੇ ਆਪਣੇ ਕੋਲੇ GDP ਨਿਕਲ ਕੇ ਆ ਜੂਗੀ। ਹੁਣ ਤੱਕ ਆਪਾਂ ਨੇ ਇਹ ਚੀਜ਼ ਪੜ੍ਹੀ ਹੈ ਔਰ ਇਹੀ ਪ੍ਰੋਡਕਸ਼ਨ ਮੈਥਡ ਵੀ ਕਹਿ ਰਿਹਾ, ਆਪਾਂ ਇਹ ਚੀਜ਼ ਹੁਣ ਤੱਕ ਸਮਝਦੇ ਹਾਂ ਇਸ ਚੀਜ਼ ਨੂੰ, ਠੀਕ ਹੈ ਬੱਚੇ। ਹੁਣ ਥੋੜ੍ਹਾ ਜਿਹਾ ਮੇਰੇ ਨਾਲ ਬਣੇ ਰਹਿਣਾ। ਹੁਣ ਜਿਹੜੀ ਵੀ ਚੀਜ਼ ਬੱਚੇ ਫੈਕਟਰੀ ਦੇ ਵਿੱਚ ਬਣ ਰਹੀ ਹੈ, ਪ੍ਰੋਡਕਸ਼ਨ ਹੋ ਰਹੀ ਹੈ, ਆਪਾਂ ਉਹਦੀ ਵੈਲਿਊ ਕਹਿ ਰਹੇ ਹਾਂ ਵੀ ਉਹਦੀ ਵੈਲਿਊ ਐਡੀਸ਼ਨ ਕਰ ਦਿਓ, ਆਪਣੀ GDP ਨਿਕਲ ਆਊਗੀ। ਕਿਸੇ ਵੀ ਫੈਕਟਰੀ ਦੇ ਵਿੱਚ ਆਪਣੇ ਕੋਲ ਹਜ਼ਾਰਾਂ ਲੱਖਾਂ ਤਰ੍ਹਾਂ ਦੀਆਂ ਫੈਕਟਰੀਜ਼ ਨੇਗੀਆਂ, ਹਜ਼ਾਰਾਂ ਲੱਖਾਂ ਤਰ੍ਹਾਂ ਦੇ ਪ੍ਰੋਡਕਟਸ ਬਣ ਰਹੇ ਨੇ, ਸਾਰੇ ਪ੍ਰੋਡਕਟਸ ਦੇ ਜਿਹੜੇ ਪ੍ਰਾਈਸਿਸ ਉਹਨਾਂ ਐਡ ਕਰਾਂਗੇ ਆਪਣਾ, ਤਾਂ ਆਪਣਾ GDP ਨਿਕਲ ਕੇ ਆ ਜੂਗੀ। ਹੁਣ ਬੱਚੇ ਮੰਨ ਲਓ ਕਿਸੇ ਫੈਕਟਰੀ ਦੇ ਵਿੱਚ, ਫੈਕਟਰੀ ਨੂੰ ਕਿਸੇ ਨੂੰ ਬੱਚੇ ਟੋਟਲ ਮੁਨਾਫਾ ਹੋਇਆ 1000 ਰੁਪਏ ਦਾ,
ठीक है, ਆਪਾਂ ਛੋਟੀ ਫਿਗਰ ਲੈ ਕੇ ਚੱਲਦੇ ਹਾਂ, ਆਪਾਂ ਨੂੰ ਸਮਝਣਾ ਸੌਖਾ ਹੋ ਜਾਏਗਾ। ਮੰਨ ਲਓ ਇੱਕ ਫੈਕਟਰੀ ਨੂੰ 1000 ਰੁਪਏ ਦਾ ਬੈਨੀਫਿਟ ਹੋਇਆ ਟੋਟਲ, ਮਤਲਬ ਬੈਨੀਫਿਟ ਨਹੀਂ, ਟੋਟਲ ਜਿਹੜਾ ਉਹਦੇ ਕੋਲ ਇਨਕਮ ਆਈ, ਟੋਟਲ ਇਨਕਮ ਆਈ। ਹੁਣ ਬੱਚੇ ਇਹ 1000 ਰੁਪਏ ਜਿਹੜਾ ਹੈਗਾ ਇਹ ਕਿੱਥੇ ਕਿੱਥੇ ਜਾਊਗਾ? ਸਭ ਤੋਂ ਪਹਿਲਾਂ ਤਾਂ ਜਿਹੜੇ ਰॉ ਮਟੀਰੀਅਲ ਵਗੈਰਾ ਖਰੀਦੇ ਹੋਏ ਸੀ ਬੱਚੇ ਬੰਦੇ ਨੇ ਫੈਕਟਰੀ ਦੇ ਵਿੱਚ, ਉਹਦੇ ਕੋਲ ਜਾਊਗਾ, ਠੀਕ ਹੈ। ਜਿਹੜੇ ਐਮਪਲੋਈਜ਼ ਸੀ ਉਹਦੇ ਕੋਲ ਜਾਊਗਾ ਕੁਛ ਪੈਸਾ, ਜਿਹੜੀ ਸੈਲਰੀ ਜਾਣਗੀਆਂ। ਜਿਹੜਾ ਮਾਲਿਕ ਹੈ ਉਹਦਾ ਕੁਛ ਪ੍ਰੋਫਿਟ ਜਨਰੇਟ ਹੋਊਗਾ, ਠੀਕ ਹੈ। ਅਗਰ ਕੋਈ ਮਸ਼ੀਨ ਕੋਈ ਜਾਂ ਕੋਈ ਲੈਂਡ ਰੈਂਟ ਦਿੱਤੀ ਹੋਈ ਹੈ ਤਾਂ ਉਹਦਾ ਰੈਂਟ ਜਾਊਗਾ। ਤਾਂ ਮਤਲਬ ਜਿਹੜੇ ਵੀ ਖਰਚੇ ਨੇ ਜਾਂ ਪ੍ਰੋਫਿਟਸ ਨੇ ਉਹਦੇ ਵਿੱਚ ਜਾਊਗਾ। ਮਤਲਬ ਫੈਕਟਰੀ ਕੋਲ ਜਿਹੜਾ ਵੀ ਪੈਸਾ ਆ ਰਿਹਾ ਹੈਗਾ, ਫੈਕਟਰੀ ਨੇ ਕੋਈ ਚੀਜ਼ ਸੇਲ ਕੀਤੀ ਹੈ, ਠੀਕ ਹੈ, ਕੋਈ ਚੀਜ਼ ਪ੍ਰੋਡਿਊਸ ਕੀਤੀ ਹੈ, ਉਹਦੇ ਪ੍ਰਾਈਸਿਸ ਆਪਾਂ ਕਹਿ ਰਹੇ ਹਾਂ ਵੀ GDP ਹੁੰਦੀ ਹੈ। ਹੁਣ ਉਹ ਪ੍ਰਾਈਸਿਸ ਬੱਚੇ ਕਿਤੇ ਤਾਂ ਜਾ ਰਹੇ ਨੇ ਨਾ, ਪੈਸਾ ਕਿਤੇ ਖੂਚ ਤਾਂ ਜਾ ਨਹੀਂ ਰਿਹਾ, ਪੈਸਾ ਕਿਸੇ ਲੋਕਾਂ ਕੋਲ ਜਾ ਰਿਹਾ। ਤਾਂ ਉਹਨਾਂ ਪੈਸੇ ਨੂੰ ਆਪਾਂ ਲੇਬਰ ਨੂੰ ਵੇਜਿਸ ਵੀ ਦੇਵਾਂਗੇ, ਠੀਕ ਹੈ। ਆਪਣੇ ਜਿਹੜੇ ਅੰਤਰਪ੍ਰੈਨਿਓਰਸ ਨੇਗੇ ਉਹਨਾਂ ਨੂੰ ਆਪਾਂ ਪੈਸੇ ਵੀ ਦੇਵਾਂਗੇ, ਜਿਹੜੇ ਮਤਲਬ ਕੀ ਹੈ ਜਿਨ੍ਹਾਂ ਦੇ ਫੈਕਟਰੀ ਓਨਰਸ ਨੇਗੇ, ਉਹ ਆਪਣਾ ਪ੍ਰੋਫਿਟ ਵੀ ਰੱਖਣਗੇ। ਬੈਂਕ ਦੇ ਵਿੱਚੋਂ ਰਾਜੇ ਕੁਛ ਨਾ ਕੁਛ ਉਹ ਵਿਆਜ 'ਤੇ ਪੈਸੇ ਲੈ ਕੇ ਆਏ ਹੋਣੇ, ਠੀਕ ਹੈ, ਤਾਂ ਉਹਨਾਂ ਨੂੰ ਬੈਂਕ ਨੂੰ ਇੰਟਰਸਟ ਵੀ ਪੇ ਕਰਨਾ ਪਊਗਾ। ਅਗਰ ਉਹਨਾਂ ਨੇ ਲੈਂਡ ਕੋਈ ਰੈਂਟ 'ਤੇ ਲਈ ਹੋਈ ਹੈ ਤਾਂ ਉਹਦਾ ਰੈਂਟ ਵੀ ਪੇ ਕਰਨਾ ਪਊਗਾ। ਤਾਂ ਮਤਲਬ ਕੋਈ ਵੀ ਫੈਕਟਰੀ ਬੱਚੇ ਆਪਣੇ ਖਰਚੇ ਜਿਹੜੇ ਕੀ ਹੈ ਸਾਰਿਆਂ ਦੇ ਵਿੱਚ ਡਿਸਟਰੀਬਿਊਟ ਕਰੂਗੀ, ਠੀਕ ਹੈ, ਓਬਵੀਅਸ ਜੀ ਗੱਲ ਹੈ। ਤਾਂ ਹੁਣ ਆਪਾਂ ਦੇਖ ਰਹੇ ਹਾਂ ਬੱਚੇ ਕਿ ਜਿਹੜੇ ਪ੍ਰੋਡਕਸ਼ਨ ਵਾਲਾ ਪ੍ਰਾਈਸ ਸੀਗਾ, ਆਪਾਂ ਕੀ ਦੇਖਿਆ ਸੀ ਕਿ ਜਿਹੜੀ ਸਾਰੀਆਂ ਚੀਜ਼ਾਂ ਪ੍ਰੋਡਿਊਸ ਹੋ ਰਹੀਆਂ ਨੇਗੀਆਂ ਉਹਨਾਂ ਦਾ ਸਮ ਟੋਟਲ ਆਪਣਾ GDP ਹੁੰਦਾ। ਇਹ ਆਪਣੀ ਚੀਜ਼ ਦੇਖੀ ਸੀਗੀ, ਠੀਕ ਹੈ। ਹੁਣ ਆਪਾਂ ਇਹ ਵੀ ਚੀਜ਼ ਦੇਖ ਰਹੇ ਹਾਂ ਵੀ ਉਹੀ ਪ੍ਰਾਈਸ ਹੈ। ਮੰਨ ਲਓ ਹੁਣ ਪ੍ਰੋਡਕਸ਼ਨ ਕੀ ਮਤਲਬ ਜਿਹੜੀਆਂ ਫੈਕਟਰੀ ਨੇ ਪ੍ਰੋਡਿਊਸ ਕੀਤੇ ਸੀ ਸਾਰੀ ਉਹਦੀ ਵੈਲਿਊ ਹੈਗੀ ਸੀ ਬੱਚੇ 1000 ਰੁਪਏ। ਮਤਲਬ ਇੱਕ ਜੇ ਫੈਕਟਰੀ ਦੀ GDP ਦੀ ਗੱਲ ਕਰਾਂ, ਮੈਂ ਇੱਕ ਪੂਰੀ ਫੈਕਟਰੀ ਦੀ GDP ਦੀ ਗੱਲ ਕਰਾਂ ਤਾਂ ਉਹ 1000 ਰੁਪਏ ਹੈਗੀ, ਠੀਕ ਹੈ। ਇਹੀ ਚੀਜ਼ ਹੋਈ ਹੈਗੀ, ਕਿਉਂਕਿ ਆਪਾਂ ਕੀ ਕਹਿ ਰਹੇ ਹਾਂ, ਪ੍ਰੋਡਕਸ਼ਨ ਦੀ ਵੈਲਿਊ, ਟੋਟਲ ਪ੍ਰੋਡਕਸ਼ਨ ਦੀ ਵੈਲਿਊ ਜੋ ਹੈਗੀ ਆ ਉਹ GDP ਹੈ। ਤਾਂ ਮੈਂ ਇੱਕ ਫੈਕਟਰੀ ਦੀ ਟੋਟਲ ਪ੍ਰੋਡਕਸ਼ਨ ਦੀ ਵੈਲਿਊ ਕਹਿ ਰਿਹਾ ਵੀ 1000 ਰੁਪਏ ਹੈ, ਵੀ ਟੋਟਲ ਉਹਨੇ 1000 ਰੁਪਏ ਦਾ ਸਮਾਨ ਬਣਾਇਆ, 1000 ਰੁਪਏ ਦਾ ਸਮਾਨ ਬਣਾਇਆ ਅਤੇ ਉਹ ਸੇਲ ਕਰਤਾ। ਹੁਣ ਜਿਹੜਾ 1000 ਰੁਪਏ ਆਇਆ ਇਹ ਕਿਸੇ ਨਾ ਕਿਤੇ ਜਾ ਰਿਹਾ ਹੈਗਾ, ਇਹ ਸਭ ਕੋਲ ਜਾ ਰਿਹਾ, ਐਮਪਲੋਈਜ਼ ਕੋਲ ਜਾ ਰਿਹਾ, ਉਹਨਾਂ ਕੋਲ ਆਪਣੇ ਕੋਲ ਜਾ ਰਿਹਾ ਹੈ ਨਾ, ਬੈਂਕ ਦਾ ਇੰਟਰਸਟ ਪੇ ਕਰਨਾ ਹੈਗਾ, ਲੈਂਡ ਦੀ ਰੈਂਟ ਪੇ ਕਰਨਾ ਹੈ। ਤਾਂ ਸਾਰੇ ਕਿਤੇ ਖਰਚੇ ਜਿਹੜੇ ਮੈਨੇਜ ਹੋ ਰਹੇ ਨੇਗੇ, ਠੀਕ ਹੈ। ਤਾਂ ਆਪਾਂ ਨੂੰ ਸਮਝ ਆ ਰਹੀ ਹੈ ਬੱਚੇ ਕਿ ਚਾਹੇ ਜਿਹੜੀ ਪ੍ਰੋਡਕਸ਼ਨ ਵਾਲੀ ਚੀਜ਼ ਸੀ ਉਹ ਸਾਰਾ ਪੈਸਾ, ਉਹ ਸੇਮ ਵੈਲਿਊ ਆਪਣਾ ਇਹਨਾਂ ਕੋਲ ਜਾ ਰਿਹਾ, ਇਹਨਾਂ ਦੀ ਕੀ ਬਣੂਗੀ, ਇਹ ਇਨਕਮ ਬਣੂਗੀ, ਠੀਕ ਹੈ। ਜਿਹੜੀ ਲੇਬਰ ਦੀ ਵੇਜਿਸ ਨੇ, ਲੇਬਰ ਦੀ ਇਨਕਮ ਹੈ। ਜਿਹੜੇ ਐਂਟਰਪ੍ਰੈਨਿਓਰਸ ਨੇਗੇ, ਮਤਲਬ ਜਿਹੜੇ ਮਾਲਿਕ ਨੇ ਫੈਕਟਰੀ ਦੇ, ਉਹਨਾਂ ਦੀ ਜਿਹੜਾ ਪ੍ਰੋਫਿਟ ਬਣੂ ਉਹ ਵੀ ਉਹਨਾਂ ਦੀ ਇਨਕਮ ਹੈਗੀ। ਬੈਂਕ ਦੇ ਜਿਹੜਾ ਇੰਟਰਸਟ ਹੈ ਉਹ ਬੈਂਕ ਦੀ ਇਨਕਮ ਹੈ। ਲੈਂਡ ਦਾ ਜਿਹੜਾ ਰੈਂਟ ਜਾਊ ਉਹ ਲੈਂਡ ਓਨਰ ਦੀ, ਜਿਹੜਾ ਲੈਂਡਲੋਡ ਹੈ ਉਹਦੀ ਇਨਕਮ ਹੋਊਗੀ। ਤਾਂ ਮਤਲਬ ਜਿੰਨੀ ਚੀਜ਼ ਆਪਾਂ ਪ੍ਰੋਡਿਊਸ ਕਰ ਰਹੇ ਹਾਂ ਉਹ ਸੇਮ ਵੈਲਿਊ ਕਿਸੇ ਨਾ ਕਿਸੇ ਦੀ ਇਨਕਮ ਬਣ ਰਹੀ ਕਿਤੇ ਨਾ ਕਿਤੇ ਜਾ ਕੇ, ਠੀਕ ਹੈ। ਆਪਾਂ ਬੱਚੇ GDP ਦੇ ਵਿੱਚ ਕੀ ਕੀਤਾ ਹੈ ਵੀ ਜਿਹੜੀਆਂ ਚੀਜ਼ਾਂ ਆਪਾਂ ਪ੍ਰੋਡਿਊਸ ਕਰ ਰਹੇ ਹਾਂ ਉਹਦੀ ਵੈਲਿਊ ਆਪਾਂ ਐਡ ਕਰਕੇ GDP ਬਣਾਤੀ। ਹੁਣ ਆਪਾਂ ਨੇ ਇਹ ਚੀਜ਼ ਦੇਖੀ ਹੈ ਵੀ ਜਿੰਨੀ ਸੇਮ ਵੈਲਿਊ ਦੀ ਜਿਹੜੀ ਪ੍ਰੋਡਕਸ਼ਨ ਕਰ ਰਹੇ ਆਪਾਂ, ਉਹ ਵੈਲਿਊ ਕਿਸੇ ਨਾ ਕਿਸੇ ਦੀ ਇਨਕਮ ਬਣ ਰਹੀ ਕਿਤੇ ਨਾ ਕਿਤੇ ਜਾ ਕੇ, ਠੀਕ ਹੈ। ਤਾਂ ਆਪਾਂ ਅਗੇਨ ਜਿਹੜਾ ਦੂਸਰਾ ਮੈਥਡ ਯੂਜ਼ ਕਰ ਸਕਦੇ ਹਾਂ ਵੀ ਚਾਹੇ ਤਾਂ ਆਪਾਂ ਪ੍ਰੋਡਕਸ਼ਨ ਮੈਥਡ ਯੂਜ਼ ਕਰ ਲਈਏ ਵੀ ਚੀਜ਼ਾਂ ਦੀ ਜਿਹੜੀ ਐਡੀਸ਼ਨ ਹੋਈ ਹੈਗੀ, ਪ੍ਰੋਡਕਸ਼ਨ ਹੋਈ ਹੈ ਉਹਨਾਂ ਦੀ ਵੈਲਿਊ ਐਡ ਕਰਕੇ GDP ਕੱਢ ਲਈਏ, ਜਾਂ ਫਿਰ ਜਿੰਨੇ ਆਪਣੇ ਫੈਕਟਰ ਆਫ ਪ੍ਰੋਡਕਸ਼ਨ ਨੇ, ਜਿਹੜੇ ਆਪਣੇ 4 ਫੈਕਟਰ ਆਫ ਪ੍ਰੋਡਕਸ਼ਨ ਨੇ, ਇਹਨਾਂ ਦੀ ਆਪਾਂ ਇਨਕਮ ਐਡ ਕਰ ਲਈਏ ਤਾਂ ਵੀ ਆਪਣੇ ਕੋਲ ਸੇਮ ਵੈਲਿਊ ਹੀ ਆਊਗੀ। ਇੱਥੋਂ ਆਪਣੇ ਨਿਕਲ ਕੇ ਆਉਂਦਾ ਬੱਚੇ ਸੈਕਿੰਡ ਮੈਥਡ, ਜਿਹੜਾ ਕਿ ਆਪਾਂ ਕਹਿੰਦੇ ਹਾਂ ਇਨਕਮ ਮੈਥਡ। ਹੁਣ ਅਗੇਨ ਬੱਚੇ ਇਹ ਤੁਹਾਨੂੰ ਪੇਪਰ ਦੇ ਵਿੱਚ ਨਹੀਂ ਪੁੱਛਿਆ ਜਾਂਦਾ ਹੈਗਾ, ਬਟ ਕਨਸੈਪਚੁਅਲ ਕਲੈਰਿਟੀ ਰਿਕੁਆਇਰਡ ਹੈਗੀ ਹੈ, ਕਨਫਿਊਜ਼ਨ ਨਹੀਂ ਰਹਿਣੀ ਚਾਹੀਦੀ ਕੋਈ ਦਿਮਾਗ ਦੇ ਵਿੱਚ, ਠੀਕ ਹੈ। ਤਾਂ ਹੁਣ ਸੇਮ ਚੀਜ਼ ਹੈ, ਜਿਹੜੀ ਵੈਲਿਊ ਇੱਥੇ ਆਈ ਸੀ ਪ੍ਰੋਡਕਸ਼ਨ ਦੇ ਵਿੱਚ ਉਹੀ ਵੈਲਿਊ ਆਲਮੋਸਟ ਇਨਕਮ ਮੈਥਡ ਦੇ ਵਿੱਚ ਆਲਮੋਸਟ ਮੈਂ ਕਿਉਂ ਕਿਹਾ, ਕਿਉਂਕਿ ਐਕਚੁਅਲ ਇੰਨੀ ਪ੍ਰੀਸਾਈਜ਼ ਹੋਣਾ ਬਹੁਤ ਮੁਸ਼ਕਿਲ ਹੈਗਾ ਵੀ ਸੇਮ ਵੈਲਿਊ ਆਉਣਾ। ਕਿਤੇ ਨਾ ਕਿਤੇ ਦੇਖੋ ਕਲੈਰੀਕਲ ਮਿਸਟੇਕ ਹੋਊਗੀ, ਕੋਈ ਨਾ ਕੋਈ ਅਕਾਊਂਟਿੰਗ ਪ੍ਰੋਬਲਮ ਹੋਊਗੀ ਡੈਫੀਨਿਟਲੀ, ਤਾਂ ਉਹ ਪ੍ਰੋਬਲਮ ਹੋਊਗੀ। ਤਾਂ ਠੀਕ ਹੈ ਬੱਚੇ, ਆਪਣੇ ਕੋਲ 2 ਮੈਥਡ ਆ ਗਏ ਆਪਣੇ ਕੋਲ, ਇੱਕ ਹੈਗਾ ਪ੍ਰੋਡਕਸ਼ਨ ਮੈਥਡ, ਇੱਕ ਹੈਗਾ ਇਨਕਮ ਮੈਥਡ। ਦੋਨਾਂ ਮੈਥਡਸ ਨਾਲ ਆਪਣੀ GDP ਕੈਲਕੂਲੇਟ ਹੋ ਰਹੀ ਹੈ। ਹੁਣ ਨੈਕਸਟ ਮੂਵ ਔਨ ਕਰਦੇ ਹਾਂ ਬੱਚੇ ਆਪਾਂ ਐਕਸਪੈਂਡੀਚਰ ਮੈਥਡ ਦੇ। ਸਮਝੋ ਦੁਬਾਰਾ, ਜਿਹੜੀ ਹੁਣ ਇਹ ਇਨਕਮ ਹੈ ਬੱਚੇ, ਇਨਕਮ ਹੈ, ਜਾਂ ਫਿਰ ਆਪਾਂ ਕਹਿ ਰਹੇ ਹਾਂ ਵੀ ਜਿਹੜੀ ਚੀਜ਼ ਪ੍ਰੋਡਿਊਸ ਕੀਤੀ ਹੈ, ਮੰਨ ਲਓ ਕੋਈ ਬਿਸਕਿਟ ਬਣਾਇਆ, ਕੋਈ ਨਮਕੀਨ ਬਣਾਤੀ ਹੈ ਨਾ, ਕੋਈ ਵੀ ਚੀਜ਼ ਕਾਰ ਪ੍ਰੋਡਿਊਸ ਕਰਤੀ, ਜਿਹੜੀ n ਨੰਬਰ ਆਫ ਚੀਜ਼ਾਂ ਆਪਾਂ ਨੇ ਪ੍ਰੋਡਿਊਸ ਕਰਤੀਆਂ। ਹੁਣ ਉਹ ਪ੍ਰੋਡਿਊਸ ਕਰਨ ਦਾ ਕੀ ਮਤਲਬ ਹੈ ਬੱਚੇ, ਕੀ ਮਤਲਬ ਬਣਾ ਕੇ ਛੱਡਦੀਆਂ ਬਸ ਨਿਬੜ ਗਿਆ ਕੰਮ? ਨਹੀਂ, ਓਬਵੀਅਸਲੀ ਗੱਲ ਸੇਲ ਹੋਊਗੀ ਉਸ ਚੀਜ਼ਾਂ ਦੀ, ਠੀਕ ਹੈ ਨਾ। ਕਿਸੇ ਲੋਕਾਂ ਵਾਸਤੇ ਜੇ ਬਣਾਈ ਹੈ ਤਾਂ ਸੇਲ ਤਾਂ ਕਰਾਂਗੇ ਨਾ, ਫੇਰ ਹੀ ਫਾਇਦਾ ਹੋਊਗਾ, ਫੇਰ ਹੀ ਕਿਤੇ ਨਾ ਕੋਈ ਕੰਮ ਚੱਲੂਗਾ ਆਪਣਾ, ਇੱਦਾਂ ਕਿਵੇਂ ਕੰਮ ਚੱਲੂਗਾ। ਤਾਂ ਮਤਲਬ ਹੈ ਜਿਹੜੀ ਵੀ ਚੀਜ਼ ਇਕਨੋਮੀ ਦੇ ਵਿੱਚ ਪ੍ਰੋਡਿਊਸ ਹੋ ਰਹੀ ਹੈ ਉਹ ਕਿਤੇ ਨਾ ਕਿਤੇ ਕੋਈ ਖਰੀਦ ਵੀ ਰਿਹਾ ਹੈਗਾ, ਠੀਕ ਹੈ। ਤਾਂ ਅਗਰ ਆਪਾਂ ਲੋਕਾਂ ਦੀਆਂ ਸਾਰਿਆਂ ਦੀ ਜਿਹੜੀ ਐਕਸਪੈਂਡੀਚਰਸ ਨੇ ਅਗਰ ਉਹ ਵੀ ਕਾਊਂਟ ਕਰੀਏ, ਮੰਨ ਲਓ ਇੱਥੇ ਮੈਂ ਬੈਠਾ, ਇੱਥੇ ਤੁਸੀਂ ਬੈਠੇ ਹੋ, ਹੈ ਨਾ, ਇਹ ਸਾਰੇ ਆਪਾਂ ਬੈਠੇ ਹਾਂ। ਤਾਂ ਇੱਥੇ ਕੀ ਹੋ ਰਿਹਾ, ਆਪਾਂ ਲੋਕ ਕੀ ਕਰ ਰਹੇ ਹਾਂ ਬੱਚੇ, ਆਪਾਂ ਕੰਜ਼ਿਊਮਰਸ ਹਾਂ, ਠੀਕ ਹੈ, ਆਪਾਂ ਖਰੀਦਦਾਰੀ ਕਰ ਰਹੇ ਹਾਂ। ਤਾਂ ਜਿਹੜੀ ਚੀਜ਼ ਫੈਕਟਰੀ ਦੇ ਵਿੱਚ ਪ੍ਰੋਡਿਊਸ ਹੋ ਰਹੀ ਹੈ ਉਹ ਆਪਾਂ ਖਰੀਦ ਵੀ ਰਹੇ ਹਾਂ, ਆਪਾਂ ਮਤਲਬ ਆਪਣਾ ਖਰਚਾ ਵੀ ਕਰ ਰਹੇ ਹਾਂ, ਆਪਣਾ ਐਕਸਪੈਂਡੀਚਰ ਕਰ ਰਹੇ ਹਾਂ, ਠੀਕ ਹੈ। ਤਾਂ ਜਿੰਨੀ ਵੈਲਿਊ ਪ੍ਰੋਡਿਊਸ ਹੋਈ ਹੈ ਬੱਚੇ, ਉਹੀ ਵੈਲਿਊ ਆਪਾਂ ਐਕਸਪੈਂਡੀਚਰ ਦੇ ਵਿੱਚ ਵੀ ਐਡ ਕਰ ਦੇਖ ਸਕਦੇ ਹਾਂ, ਰਿਫਲੈਕਟ ਕਰ ਸਕਦੇ ਹਾਂ, ਠੀਕ ਹੈ। ਤਾਂ ਜਿੰਨੀ ਹੀ ਵੈਲਿਊ ਦੀ ਚੀਜ਼ ਫੈਕਟਰੀ ਦੇ ਵਿੱਚ ਪ੍ਰੋਡਿਊਸ ਹੋਈ ਹੈ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਖਰੀਦ ਰਿਹਾ ਹੈਗਾ ਬੰਦਾ, ਠੀਕ ਹੈ। ਤਾਂ ਅਗਰ ਆਪਾਂ ਸਾਰਿਆਂ ਦੇ ਜਿਹੜੇ ਖਰਚੇ ਨੇ ਉਹ ਐਡ ਕਰ ਦਈਏ ਤਾਂ ਵੀ ਆਪਣੇ ਕੋਲੇ ਆਲਮੋਸਟ ਸੇਮ ਵੈਲਿਊ ਹੀ ਆਊਗੀ। ਤਾਂ ਇੱਥੋਂ ਆਪਣੇ ਕੋਲ ਨਿਕਲ ਕੇ ਆਉਂਦਾ ਬੱਚੇ ਤੀਜਾ ਮੈਥਡ, ਜਿਹੜਾ ਕਿ ਐਕਸਪੈਂਡੀਚਰ ਮੈਥਡ ਹੈ।
ਤਾਂ ਕਿ ਮਤਲਬ ਲੋਕਾਂ ਦੇ ਖਰਚੇ ਤਾਂ ਹੋ ਰਹੇ ਨੇ ਨਾ, ਲੋਕ ਖਰਚਾ ਕਿੱਥੇ ਕਰਨਗੇ? ਓਬਵੀਅਸਲੀ ਜਿਹੜੀ ਚੀਜ਼ ਪ੍ਰੋਡਿਊਸ ਹੋਈ ਹੈ, ਹੁਣ ਆਪਾਂ ਕਹਿ ਰਹੇ ਵੀ ਪ੍ਰੋਡਕਸ਼ਨ ਵਾਲੀ ਚੀਜ਼ ਨੂੰ ਆਪਾਂ GDP ਕਹਿੰਦੇ ਆ, ਤਾਂ ਖਰਚੇ ਵਾਲੀ ਚੀਜ਼ ਨੂੰ ਵੀ GDP ਕਹਿ ਦਾਂਗੇ ਆਪਾਂ, ਠੀਕ ਹੈ। ਤਾਂ ਤੀਜਾ ਮੈਥਡ ਇੱਥੋਂ ਹੀ ਆਉਂਦਾ ਹੈ ਕਿ ਸਾਰੇ ਲੋਕਾਂ ਦੇ ਖਰਚੇ ਮਿਲਾ ਲਓ ਜੀ ਤੁਸੀਂ, ਤਾਂ ਤੁਹਾਡੀ ਵੈਲਿਊ ਜਿਹੜੀ ਆਊਗੀ ਉਹ ਵੀ ਆਲਮੋਸਟ ਸੇਮ ਆਊਗੀ, ਜਿਹਨੂੰ ਆਪਾਂ GDP ਕਹਿ ਸਕਦੇ ਹਾਂ, ਠੀਕ ਹੈ। ਹੁਣ ਇਸ ਮੈਥਡ ਨੂੰ ਥੋੜ੍ਹਾ ਜਿਹਾ ਆਪਾਂ ਡਿਟੇਲ ਦੇ ਵਿੱਚ ਦੇਖਦੇ ਹਾਂ। ਜਿਹੜਾ ਐਕਚੁਅਲ ਦੇ ਵਿੱਚ ਆਪਾਂ ਮੈਥਡ ਯੂਜ਼ ਕਰਦੇ ਹਾਂ ਬੱਚੇ, ਉਹ ਪ੍ਰੋਡਕਸ਼ਨ ਮੈਥਡ ਹੀ ਹੈ, ਠੀਕ ਹੈ। ਇਹ ਸਭ ਤੋਂ ਰਿਲਾਇਬਲ ਮੈਥਡ ਹੈ, ਇਹਦੇ ਵਿੱਚ ਗਲਤੀ ਹੋਣ ਦੇ ਚਾਂਸਸ ਮਿਨੀਮਮ ਹੁੰਦੇ ਨੇਗੇ, ਠੀਕ ਹੈ। ਪ੍ਰੋਡਕਸ਼ਨ ਮੈਥਡ ਆਪਾਂ ਜਨਰਲੀ ਯੂਜ਼ ਕਰਦੇ ਹਾਂ, ਜਿਹਨੂੰ ਆਪਾਂ ਵੈਲਿਊ ਐਡੀਸ਼ਨ ਮੈਥਡ ਵੀ ਕਹਿ ਦਿੰਦੇ ਹਾਂ, ਵੈਲਿਊ ਐਡਡ ਮੈਥਡ, ਠੀਕ ਹੈ। ਚਲੋ ਹੁਣ ਐਕਸਪੈਂਡੀਚਰ ਮੈਥਡ ਥੋੜ੍ਹਾ ਕੁਐਸਚਨ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਬਣ ਜਾਂਦਾ, ਤਾਂ ਆਪਾਂ ਥੋੜ੍ਹਾ ਜਿਹਾ ਇਹਨੂੰ ਹੋਰ ਡਿਟੇਲ ਦੇ ਵਿੱਚ ਦੇਖਦੇ ਹਾਂ। ਹੁਣ ਐਕਸਪੈਂਡੀਚਰ ਦੀ ਗੱਲ ਕਰ ਰਹੇ ਹਾਂ ਬੱਚੇ, ਖਰਚਿਆਂ ਦੀ ਗੱਲ ਕਰ ਰਹੇ ਹਾਂ। ਕਿਹਦੇ ਖਰਚੇ? ਅਲੱਗ-ਅਲੱਗ ਲੋਕਾਂ ਦੇ ਖਰਚੇ, ਕਿਹਦੇ ਪ੍ਰਾਈਵੇਟ ਇੰਡੀਵਿਜੂਅਲਸ ਦੇ, ਤੁਹਾਡੇ ਮੇਰੇ ਖਰਚੇ, ਬਿਜ਼ਨਸਿਸ ਦੇ ਜਿਹੜੇ ਵੱਡੇ ਕਾਰਪੋਰੇਟਸ ਨੇ, ਕੋਈ ਮਸ਼ੀਨ ਐਕਵਾਇਰ ਕਰਦੇ ਨੇ, ਕੋਈ ਲੈਂਡ ਐਕਵਾਇਰ ਕਰਦੇ ਨੇ, ਕੋਈ ਫੈਕਟਰੀ ਐਕਵਾਇਰ ਕਰਦੇ ਨੇ, ਤਾਂ ਉਹ ਵੀ ਖਰਚਾ ਕਰ ਰਹੇ ਨੇ। ਤਾਂ ਬਿਜ਼ਨਸ ਦੀ ਜਿਹੜੀ ਇਨਵੈਸਟਮੈਂਟਸ ਹੋ ਰਹੀਆਂ ਨੇਗੀਆਂ, ਠੀਕ ਹੈ, ਕੋਈ ਵੱਡੀ ਮਸ਼ੀਨ ਲਿਆਏ ਬਾਹਰੋਂ ਲਿਆਏ, ਹੈ ਨਾ, ਕੁਛ ਵੀ, ਜਾਂ ਫਿਰ ਜਿਹੜਾ ਕੀ ਹੈ ਬੱਚੇ ਹੁਣ ਆਪਾਂ ਕਹਿ ਰਹੇ ਵੀ ਕੋਈ ਚੀਜ਼ ਪ੍ਰੋਡਿਊਸ ਹੋ ਰਹੀ ਹੈ, ਉਹ ਹਰ ਸੇਲ ਹੋ ਰਹੀ ਹੈ, ਬਟ ਜ਼ਰੂਰੀ ਨਹੀਂ ਹੈਗਾ ਵੀ ਹਰ ਚੀਜ਼ ਨਾਲ ਦੀ ਨਾਲ ਸੇਲ ਹੋ ਜੇ। ਕੋਈ ਚੀਜ਼ ਸ਼ੋਰੂਮ ਦੇ ਵਿੱਚ ਵੀ ਪਈ ਹੋ ਸਕਦੀ ਹੈ, ਕੋਈ ਕਾਰ ਸ਼ੋਰੂਮ ਦੇ ਵਿੱਚ ਵੀ ਲੱਗੀ ਹੋ ਸਕਦੀ ਹੈ, ਤਾਂ ਉਹ ਵੀ ਕਿਸੇ ਨਾ ਕਿਸੇ ਉਹ ਬੰਦੇ ਦੀ ਕਿਹਦੀ ਹੋਊਗੀ? ਇਨਵੈਸਟਮੈਂਟ ਹੋਊਗੀ, ਤਾਂ ਉਹ ਆਪਾਂ ਇੱਥੇ ਐਡ ਕਰ ਲਾਂਗੇ। ਉਹ ਆਪਾਂ ਪ੍ਰਾਈਵੇਟ ਇੰਡੀਵਿਜੂਅਲ ਦੇ ਖਰਚੇ ਦੇ ਵਿੱਚ ਐਡ ਨਹੀਂ ਕਰਾਂਗੇ, ਆਪਾਂ ਉਹ ਬੱਚੇ ਬਿਜ਼ਨਸ ਦੀ ਇਨਵੈਸਟਮੈਂਟ ਦੇ ਵਿੱਚ ਐਡ ਕਰ ਲਾਂਗੇ, ਕਿਉਂਕਿ ਉਹ ਕਿਸੇ ਨਾ ਕਿਸੇ ਦੀ ਲਾਗਤ ਲੱਗੀ ਪਈ ਹੈ, ਪੂੰਜੀ ਲੱਗੀ ਹੋਈ ਹੈ ਉੱਥੇ, ਠੀਕ ਹੈ। ਜਦੋਂ ਆਪਾਂ ਖਰੀਦ ਲਾਂਗੇ ਤਾਂ ਆਪਣੇ ਖਰਚੇ ਦੇ ਵਿੱਚ ਐਡ ਹੋ ਜਾਊਗਾ ਉਹ, ਠੀਕ ਹੈ। ਤਾਂ ਮਤਲਬ ਇੱਕ ਚੀਜ਼ ਇੱਕੋ ਵਾਰੀ ਐਡ ਹੋਊਗੀ, ਠੀਕ ਹੈ। ਓਬਵੀਅਸਲੀ ਹੋਣਾ ਵੀ ਇੱਦਾਂ ਹੀ ਚਾਹੀਦਾ। ਹੋਰ ਕਿਹਦੇ ਖਰਚੇ ਨੇ ਬੱਚੇ? ਸਰਕਾਰ ਦੇ ਖਰਚੇ, ਸਰਕਾਰ ਵੀ ਬਹੁਤ ਖਰਚੇ ਕਰਦੀ ਹੈ। ਇਸ ਤੋਂ ਇਲਾਵਾ ਬੱਚੇ ਐਕਸਪੋਰਟ ਅਤੇ ਇੰਪੋਰਟ ਦਾ ਨੈਟ, ਠੀਕ ਹੈ। ਤਾਂ ਮਤਲਬ ਆਪਣੇ ਕੋਲ ਜਿਹੜਾ ਨਿਮੋਨਿਕ ਨਿਕਲ ਕੇ ਆਉਂਦਾ ਬੱਚੇ, ਕੰਜ਼ੰਪਸ਼ਨ ਬਾਏ ਪ੍ਰਾਈਵੇਟ ਇੰਡੀਵਿਜੂਅਲਸ C ਆ ਗਿਆ, ਇਨਵੈਸਟਮੈਂਟ ਬਾਏ ਬਿਜ਼ਨਸਿਸ I ਆ ਗਿਆ, ਗਵਰਨਮੈਂਟ ਦੇ ਐਕਸਪੈਂਡੀਚਰ ਉਹ ਆ ਗਿਆ G, ਐਕਸਪੋਰਟ ਮਾਈਨਸ ਇੰਪੋਰਟ X ਮਾਈਨਸ M, ਠੀਕ ਹੈ। ਤਾਂ ਮਤਲਬ ਨੈੱਟ ਕਿੰਨੇ ਖਰਚੇ ਹੋਏ ਨੇ ਆਪਣੇ, ਉਹਨੂੰ ਆਪਾਂ ਉਹ ਵੀ ਆਪਾਂ ਕੀ ਕਰ ਸਕਦੇ ਹਾਂ, ਉਹਦੀ ਸੇਮ ਵੈਲਿਊ ਹੈਗੀ ਹੈ GDP ਦੀ, ਠੀਕ ਹੈ। ਤਾਂ GDP ਦੀ ਵੈਲਿਊ ਆਪਣੇ ਕੋਲ ਨਿਕਲ ਕੇ ਆਉਂਦੀ ਹੈ ਬੱਚੇ C + I + G + X - M, ਐਕਸਪੋਰਟ ਮਾਈਨਸ ਇੰਪੋਰਟ, ਠੀਕ ਹੈ। ਇਹ ਆਪਣਾ ਨੈੱਟ ਬੱਚੇ ਖਰਚਾ ਹੋਊਗਾ, ਠੀਕ ਹੈ। ਇਹ ਵੈਲਿਊ ਬਹੁਤ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਐਜ਼ ਇਟ ਇਜ਼ ਸੇਮ ਫਾਰਮੂਲਾ ਆ ਜਾਂਦਾ, ਠੀਕ ਹੈ। ਪੇਪਰ ਦੇ ਵਿੱਚ ਤੁਹਾਨੂੰ ਕੀ ਆਊਗਾ ਬੱਚੇ? C-I-G-X-M, ਤੁਸੀਂ ਪਲੱਸ ਮਾਈਨਸ ਦੇਖਣਾ ਕਿਤੇ ਆਊਗਾ, ਤਾਂ ਤੁਸੀਂ ਇੱਥੇ ਪਲੱਸ ਕਰੋਗੇ, ਇੱਥੇ ਪਲੱਸ ਕਰੋਗੇ, ਇੱਥੇ ਪਲੱਸ ਕਰੋਗੇ, ਇੱਥੇ ਮਾਈਨਸ ਕਰੋਗੇ, ਠੀਕ ਹੈ। ਤਾਂ ਇਹ ਐਜ਼ ਇਟ ਇਜ਼ ਕੁਐਸਚਨ ਕਈ ਵਾਰੀ ਐਗਜ਼ਾਮ ਦੇ ਵਿੱਚ ਰਿਪੀਟ ਹੋਇਆ ਕੁਐਸਚਨ ਇਹ, ਠੀਕ ਹੈ। ਤਾਂ ਆਪਣਾ ਸਿਗਜ਼ਮ ਤੁਸੀਂ ਯਾਦ ਰੱਖਣਾ ਹੈ, ਨਿਮੋਨਿਕ ਜਿਹੜਾ ਸਿਗਜ਼ਮ, ਜਿਹਦੇ ਵਿੱਚ ਇਹ ਐਕਸਪੈਂਡੀਚਰ ਮੈਥਡ ਦੇ ਵਿੱਚ। ਚਲੋ ਇਹ ਆਪਣੇ 4 ਫੈਕਟਰ ਪ੍ਰੋਡਕਸ਼ਨ ਦੇ, ਤੁਸੀਂ ਇਹ ਵੀ ਤੁਸੀਂ ਨੋਟ ਕਰ ਸਕਦੇ ਬੱਚੇ ਕਿ ਆਪਣੇ 4 ਫੈਕਟਰਸ ਆਫ ਪ੍ਰੋਡਕਸ਼ਨ ਨੇ, ਕਿਹੜੇ ਨੇ ਉਹ? ਲੈਂਡ, ਲੇਬਰ, ਕੈਪੀਟਲ, ਐਂਟਰਪ੍ਰੀਨਿਓਰਸ਼ਿਪ। ਇਹ ਆਪਣੇ 4 ਫੈਕਟਰਸ ਆਫ ਪ੍ਰੋਡਕਸ਼ਨ ਨੇਗੇ, ਠੀਕ। ਹੁਣ ਗੱਲ ਕਰਦੇ ਹਾਂ ਬੱਚੇ ਆਪਾਂ ਸੈਕਟਰਸ ਆਫ ਇਕਨੋਮੀ ਦੇ। ਇਕਨੋਮੀ ਦੇ ਕੁਝ ਸੈਕਟਰਸ ਨੇ, ਕਿਹੜੇ ਪ੍ਰਾਇਮਰੀ ਸੈਕਟਰ ਹੋ ਗਿਆ, ਸੈਕੰਡਰੀ ਹੋ ਗਿਆ, ਟਰਸ਼ਰੀ ਹੋ ਗਿਆ, ਹੈ ਨਾ। ਪ੍ਰਾਇਮਰੀ ਦੇ ਵਿੱਚ ਕਿਹੜੇ ਆ ਗਏ ਬੱਚੇ? ਪ੍ਰਾਇਮਰੀ ਵਿੱਚ ਬੇਸਿਕਲੀ ਉਹ ਆ ਗਏ ਜਿਹੜੇ ਕਿ ਆਪਾਂ ਨੇਚਰ ਤੋਂ ਮਿਲਦੇ ਨੇ, ਆਪਾਂ ਨੂੰ ਕੁਦਰਤ ਤੋਂ ਮਿਲਦੇ ਨੇ। ਜਿਵੇਂ ਆਪਾਂ ਐਗਰੀਕਲਚਰ ਹੈ, ਕੋਈ ਖੇਤੀਬਾੜੀ ਕਰਦੇ ਹਾਂ, ਉਹ ਜਿਹੜੀ ਕੁਦਰਤ ਨੇ ਆਪਾਂ ਨੂੰ ਜ਼ਮੀਨ ਦਿੱਤੀ ਹੈ ਬੱਚੇ, ਜ਼ਮੀਨ ਤੋਂ ਉਗਾਉਣੇ ਆਪਾਂ, ਠੀਕ ਹੈ। ਮਾਈਨਿੰਗ ਹੈ, ਨੈਚੁਰਲ ਰਿਸੋਰਸਿਸ ਤੋਂ ਮਿਲਦੀ ਹੈ ਆਪਾਂ ਨੂੰ। ਆਇਲ ਐਕਸਪਲੋਰੇਸ਼ਨ ਹੈ, ਨੇਚਰ ਤੋਂ ਮਿਲਦਾ ਆਪਾਂ ਨੂੰ। ਤਾਂ ਜੋ ਚੀਜ਼ਾਂ ਨੇਚਰ ਤੋਂ ਮਿਲਦੀਆਂ ਨੇ ਆਪਾਂ ਨੂੰ ਆਲਮੋਸਟ, ਉਹ ਆਪਾਂ ਪ੍ਰਾਇਮਰੀ ਸੈਕਟਰ ਦੇ ਵਿੱਚ ਐਡ ਕਰ ਲੈਂਦੇ ਹਾਂ, ਠੀਕ ਹੈ। ਇਹਦੇ ਵਿੱਚ ਗਿਣਦੇ ਹਾਂ। ਜੇ ਗੱਲ ਕਰੀਏ ਸੈਕੰਡਰੀ ਦੇ ਬੱਚੇ, ਹੁਣ ਜਿਹੜੀਆਂ ਚੀਜ਼ਾਂ ਆਪਾਂ ਪ੍ਰਾਇਮਰੀ ਦੇ ਵਿੱਚੋਂ ਲੈ ਕੇ ਆਏ ਹਾਂ, ਮਤਲਬ ਮਾਈਨਿੰਗ ਦੇ ਵਿੱਚੋਂ ਆਪਾਂ ਆਇਰਨ ਔਰ ਨਿਕਾਲ ਲਈ, ਠੀਕ ਹੈ। ਹੁਣ ਉਸ ਆਇਰਨ ਔਰ ਤੋਂ ਆਪਾਂ ਨੇ ਸਟੀਲ ਦੀਆਂ ਸ਼ੀਟਸ ਬਣਾਉਣੀਆਂ ਨੇਗੀਆਂ, ਜਿਹੜੀਆਂ ਸਟੀਲ ਦੀਆਂ ਸ਼ੀਟਸ ਬਣਨਗੀਆਂ ਉਹ ਬਣਨਗੀਆਂ ਆਪਣੀਆਂ ਇੰਡਸਟਰੀਜ਼ ਦੇ ਵਿੱਚ, ਠੀਕ ਹੈ। ਤਾਂ ਉਹ ਆਪਾਂ ਗਿਣਾਂਗੇ ਸੈਕੰਡਰੀ ਸੈਕਟਰ ਦੇ ਵਿੱਚ। ਰॉ ਮਟੀਰੀਅਲ ਐਕਸਟਰੈਕਟਡ ਆਊਟ ਆਫ ਪ੍ਰਾਇਮਰੀ ਸੈਕਟਰ ਆਰ ਪ੍ਰੋਸੈਸਡ, ਠੀਕ ਹੈ। ਹੁਣ ਜਦੋਂ ਇਹ ਰॉ ਮਟੀਰੀਅਲ ਨੂੰ ਆਪਾਂ ਪ੍ਰੋਸੈਸ ਕਰਾਂਗੇ, ਕੋਈ ਚੀਜ਼ ਬਣਾਵਾਂਗੇ, ਉਹਦੀ ਕੋਈ ਪ੍ਰੋਡਕਸ਼ਨ ਕਰਾਂਗੇ, ਉਹ ਆਪਣਾ ਸੈਕੰਡ ਸੈਕਟਰ ਦੇ ਵਿੱਚ ਐਡ ਹੋਊ, ਜਿਹੜਾ ਕਿ ਆਪਣਾ ਸੈਕੰਡਰੀ ਸੈਕਟਰ ਜਾਂ ਫਿਰ ਇੰਡਸਟਰੀਅਲ ਸੈਕਟਰ ਵੀ ਕਹਿ ਦਿੰਦੇ ਹਾਂ, ਕਿਉਂਕਿ ਇੱਥੇ ਆਪਾਂ ਹੁਣ ਫੈਕਟਰੀ ਦੇ ਵਿੱਚ ਕੋਈ ਨਾ ਕੋਈ ਚੀਜ਼ ਪ੍ਰੋਡਿਊਸ ਕਰਾਂਗੇ ਆਪਾਂ, ਠੀਕ ਹੈ। ਥਰਡ ਆਪਣੇ ਕੋਲ ਆ ਜਾਂਦਾ ਬੱਚੇ ਟਰਸ਼ਰੀ ਸੈਕਟਰ। ਇਹਦੇ ਵਿੱਚ ਕੀ ਹੈ ਬੇਸਿਕਲੀ? ਇਹਦੇ ਵਿੱਚ ਸਿੰਪਲੀ ਸਰਵਿਸਿਜ਼ ਨੇਗੀਆਂ, ਠੀਕ ਹੈ। ਸਰਵਿਸਿਜ਼ ਕਿਵੇਂ ਨੇ? ਜਿਵੇਂ ਆਪਣੀ ਕੋਈ ਐਜੂਕੇਸ਼ਨ ਹੋ ਗਈ, ਹੈਲਥ ਕੇਅਰ ਹੋ ਗਈ, ਬੈਂਕਿੰਗ ਸਰਵਿਸਿਜ਼ ਹੋ ਗਈਆਂ, ਕਮਿਊਨੀਕੇਸ਼ਨ, ਮਤਲਬ ਕੋਈ ਚੀਜ਼ ਪ੍ਰੋਡਕਸ਼ਨ ਨਹੀਂ ਹੋ ਰਹੀ, ਜਿਹੜੀ ਆਪਣੇ ਕੋਲੇ ਗੁਡਸ ਦੀ ਪ੍ਰੋਡਕਸ਼ਨ ਨਹੀਂ ਹੋ ਰਹੀ, ਸਿੰਪਲੀ ਮਤਲਬ ਆਪਾਂ ਕੀ ਹੈ ਸਰਵਿਸ ਪ੍ਰੋਵਾਈਡ ਕਰ ਰਹੇ ਆਪਾਂ, ਠੀਕ ਹੈ। ਤਾਂ ਇਹ ਵਾਲਾ ਸੈਕਟਰ ਜਿਹੜਾ ਹੈਗਾ ਇਹਨੂੰ ਆਪਾਂ ਟਰਸ਼ਰੀ ਸੈਕਟਰ ਜਾਂ ਫਿਰ ਸਰਵਿਸ ਸੈਕਟਰ ਕਹਿ ਦਿੰਦੇ ਹੁੰਦੇ, ਠੀਕ ਹੈ। ਇਹ ਆਪਣੇ ਸੈਕਟਰਸ ਆਫ ਇਕਨੋਮੀ ਨੇ, ਠੀਕ ਹੈ। ਹੁਣ ਇਹਨਾਂ ਦੀ ਕੰਟਰੀਬਿਊਸ਼ਨ ਦੀ ਗੱਲ ਕਰਦੇ ਆਪਾਂ ਵੀ ਕਿਹੜਾ ਸੈਕਟਰ ਕਿੰਨਾ ਕੰਟਰੀਬਿਊਟ ਕਰਦਾ ਹੈ GDP ਦੇ ਵਿੱਚ। ਤੇ ਜੇ ਆਪਾਂ ਗੱਲ ਕਰੀਏ ਬੱਚੇ ਸਰਵਿਸ ਸੈਕਟਰ ਦੀ, ਸਭ ਤੋਂ ਜ਼ਿਆਦਾ GDP ਦੇ ਵਿੱਚ ਆਪਣੀ ਜਿਹੜੀ ਗਰੋਥ ਹੈ, ਆਪਣਾ ਜਿਹੜਾ ਇਨਕਮ ਆਪਣੀ ਹੋ ਰਹੀ ਹੈ ਇੰਡੀਆ ਦੀ, ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਸਰਵਿਸ ਸੈਕਟਰ ਦੀ ਹੀ ਹੈਗੀ ਹੈ, ਜਿਹੜੀ ਕਿ ਆਲਮੋਸਟ ਹਾਫ ਹੈ, 49% ਹੈਗੀ, ਠੀਕ ਹੈ। ਐਗਰੀਕਲਚਰ ਦੀ ਕੰਟਰੀਬਿਊਸ਼ਨ GDP ਦੇ ਵਿੱਚ ਆਪਣੀ ਕਮਾਈ ਦੇ ਵਿੱਚ ਬੇਸਿਕਲੀ ਸਭ ਤੋਂ ਘੱਟ ਹੈ, ਜਿਹੜੀ ਕਿ ਆਲਮੋਸਟ 20% ਤੋਂ ਵੀ ਘੱਟ ਹੈਗੀ ਹੈ, ਠੀਕ ਹੈ। ਇੰਡਸਟਰੀ ਦੀ ਜਾਂ ਫਿਰ ਜਿਹੜਾ ਸੈਕੰਡਰੀ ਸੈਕਟਰ ਆਪਣਾ, ਉਹਦੀ ਆਪਣੀ ਜਿਹੜੀ ਹੈਗੀ ਹੈ ਬੱਚੇ ਪ੍ਰੋਡਕਸ਼ਨ GDP ਦੇ ਵਿੱਚ ਕੰਟਰੀਬਿਊਸ਼ਨ 31.7% ਹੈਗੀ ਹੈ, ਠੀਕ ਹੈ। ਇਹ ਸਾਰੇ ਨੰਬਰ ਇੰਪੋਰਟੈਂਟ ਨੇ ਔਰ ਹਾਇਰਾਰਕੀ ਵੀ ਇੰਪੋਰਟੈਂਟ ਹੈ, ਵੀ ਪਹਿਲੇ ਨੰਬਰ 'ਤੇ ਕੌਣ ਹੈ, ਦੂਜੇ 'ਤੇ ਕੌਣ ਹੈ, ਤੇ ਤੀਜੇ 'ਤੇ ਕੌਣ ਹੈ ਇਨ ਟਰਮਸ ਆਫ GDP ਕੰਪੋਜੀਸ਼ਨ, ਠੀਕ ਹੈ ਜੀ।
ਇੱਕ ਹੋਰ ਆਉਂਦਾ ਬੱਚੇ ਆਪਣੇ ਕੋਲ ਐਮਪਲੋਇਮੈਂਟ ਦੇ ਵਿੱਚ ਕਿ ਚਲੋ ਕਮਾਈ ਤਾਂ ਠੀਕ ਹੈ, ਪੈਸਾ ਤਾਂ ਠੀਕ ਹੈ, ਬਟ ਐਮਪਲੋਇਮੈਂਟ ਵੀ ਕੋਈ ਚੀਜ਼ ਹੈ ਨਾ ਬੱਚੇ, ਲੋਕਾਂ ਨੂੰ ਜੋਬਸ ਮਿਲ ਰਹੀਆਂ ਨੇ ਕਿ ਨਹੀਂ ਮਿਲ ਰਹੀਆਂ। ਤਾਂ ਸਭ ਤੋਂ ਜ਼ਿਆਦਾ ਜੋਬ ਜਿਹੜਾ ਦਿੰਦਾ ਬੱਚੇ, ਉਹ ਐਮਪਲੋਇਮੈਂਟ ਦਿੰਦਾ ਉਹ ਐਗਰੀਕਲਚਰ ਹੀ ਦਿੰਦਾ ਹੈਗਾ, ਠੀਕ ਹੈ। ਚਾਹੇ ਕਮਾਈ ਸਭ ਤੋਂ ਘੱਟ ਕਰ ਰਿਹਾ ਐਗਰੀਕਲਚਰ, ਬਟ ਐਮਪਲੋਇਮੈਂਟ ਸਭ ਤੋਂ ਜ਼ਿਆਦਾ ਦੇ ਰਿਹਾ। ਔਰ ਇਸੇ ਕਰਕੇ ਆਪਾਂ ਡਿਸਗਾਈਜ਼ਡ ਕਨਸੈਪਟ ਅਨਐਮਪਲੋਇਮੈਂਟ ਦਾ ਜਿਹੜਾ ਕਨਸੈਪਟ ਹੈ ਉਹ ਵੀ ਆਪਣਾ ਐਗਰੀਕਲਚਰ ਦੇ ਵਿੱਚ ਆਪਾਂ ਨੂੰ ਕਾਫੀ ਦੇਖਣ ਨੂੰ ਮਿਲਦਾ ਹੈ। ਆਪਾਂ ਇੱਕ ਪੜ੍ਹਦੇ ਹੁੰਦੇ ਹਾਂ ਡਿਸਗਾਈਜ਼ਡ ਇੰਪਲੋਇਮੈਂਟ, ਅੱਗੇ ਪੜ੍ਹਾਂਗੇ ਆਪਾਂ ਅਨਐਮਪਲੋਇਮੈਂਟ, ਉਹ ਵੀ ਇੱਕ ਚੀਜ਼ ਅੱਛੀ ਚੀਜ਼, ਅੱਛਾ ਇੱਕ ਕੁਐਸਚਨ ਬਣਦਾ ਹੈ, ਉਹ ਵੀ ਆਪਾਂ ਦੇਖਾਂਗੇ, ਠੀਕ ਹੈ। ਤਾਂ ਇਹ ਆਪਾਂ ਕਰ ਰਹੇ ਹਾਂ ਬੱਚੇ ਕਿ ਇੰਪਲੋਇਮੈਂਟ ਦੇ ਵਿੱਚ ਵੀ ਡਿਫਰੈਂਟ ਸੈਕਟਰ, ਕਿਹੜਾ ਸੈਕਟਰ ਕਿੰਨੀ ਇੰਪਲੋਇਮੈਂਟ ਦੇ ਰਿਹਾ ਲੋਕਾਂ ਨੂੰ। ਤਾਂ ਐਗਰੀਕਲਚਰ ਕਿੰਨੀ ਇੰਪਲੋਇਮੈਂਟ ਦੇ ਰਿਹਾ ਬੱਚੇ, 49% ਦੇ ਰਿਹਾ। ਸਰਵਿਸ ਕਿੰਨੀ ਦੇ ਰਿਹਾ ਬੱਚੇ, 27% ਇੰਪਲੋਇਮੈਂਟ ਦੇ ਰਿਹਾ ਲੋਕਾਂ ਨੂੰ, ਠੀਕ ਹੈ। ਇੰਡਸਟਰੀਅਲ ਸੈਕਟਰ ਵਿੱਚ 24% ਇੰਪਲੋਇਮੈਂਟ ਦੇ ਰਿਹਾ ਹੈਗਾ, ਠੀਕ ਹੈ। ਤਾਂ ਇਹ ਸਾਰਾ ਇੱਕ ਸੈਕਟੋਰਲ ਕੰਟਰੀਬਿਊਸ਼ਨ ਹੈ ਐਮਪਲੋਇਮੈਂਟ ਦੇ ਵਿੱਚ, ਠੀਕ ਹੈ। ਇਹ ਸੀ ਬੱਚੇ ਆਪਣੀ GDP ਦੇ ਵਿੱਚ, ਇਹ ਆਪਣੀ ਹੈਗੀ ਹੈ ਐਮਪਲੋਇਮੈਂਟ ਦੇ ਵਿੱਚ। ਦੋਨੋਂ ਨੰਬਰ ਇੰਪੋਰਟੈਂਟ ਨੇ, ਧਿਆਨ ਦੇਣਾ ਬੱਚੇ। ਸਰਵਿਸ ਸੈਕਟਰ ਚਾਹੇ ਕਮਾਈ ਸਭ ਤੋਂ ਵੱਧ ਕਰ ਰਿਹਾ, ਬਟ ਸਭ ਤੋਂ ਘੱਟ ਬੱਚੇ ਮਤਲਬ ਬਹੁਤ ਮਿਨੀਮਮ ਜਿਹੜੀ ਕੀ ਹੈ ਦੀ ਕੰਟਰੀਬਿਊਸ਼ਨ ਹੈ ਇਨ ਟਰਮਸ ਆਫ ਐਮਪਲੋਇਮੈਂਟ, ਠੀਕ ਹੈ। ਇਹ ਥੋੜ੍ਹਾ ਜਿਹਾ ਧਿਆਨ ਰੱਖਣਾ ਤੁਸੀਂ। ਕਮਾਈ ਸਭ ਤੋਂ ਵੱਧ ਸਰਵਿਸ ਕਰ ਰਿਹਾ ਅਤੇ ਐਮਪਲੋਇਮੈਂਟ ਸਭ ਤੋਂ ਵੱਧ ਜਿਹੜਾ ਕੀ ਹੈ ਐਗਰੀਕਲਚਰ ਕਰ ਰਿਹਾ। ਔਰ ਇਸੇ ਕਰਕੇ ਆਪਾਂ ਜਿਹੜੀ ਆਪਣੀ ਇਕਨੋਮੀ ਹੈ ਬੱਚੇ, ਇਹਨੂੰ ਐਗਰੇਰੀਅਨ ਇਕਨੋਮੀ ਕਹਿ ਦਿੰਦੇ ਹਾਂ। ਐਗਰੇਰੀਅਨ ਕਿਉਂਕਿ ਆਪਣੇ ਅੱਧੀ ਜਨਤਾ ਦਾ ਬੱਚੇ ਐਗਰੀਕਲਚਰ ਦੇ ਉੱਪਰ ਹੀ ਡਿਪੈਂਡੈਂਟ ਹੈਗੀ ਹੈ, ਇਸ ਕਰਕੇ ਆਪਣੀ ਇਕਨੋਮੀ ਐਗਰੇਰੀਅਨ ਇਕਨੋਮੀ ਹੈਗੀ, ਠੀਕ ਹੈ। ਇਹ ਵੀ ਧਿਆਨ ਰੱਖਣਾ ਸੀ। ਚਲੋ ਨੈਕਸਟ ਟੌਪਿਕ ਆ ਬੱਚੇ ਇਕਨੋਮਿਕ ਪਲੈਨਿੰਗ ਆਫ ਇੰਡੀਆ। ਹੁਣ ਇਹਦੇ ਵਿੱਚ ਕੋਈ ਬਹੁਤਾ ਸਮਝਾਉਣ ਵਾਲੀ ਚੀਜ਼ ਨਹੀਂ ਹੈਗੀ, ਜਸਟ ਰੀਡ ਕਰਨ ਵਾਲੀ ਚੀਜ਼, ਆਪਾਂ ਥੋੜ੍ਹਾ ਬਸ ਰੀਡ ਆਊਟ ਹੀ ਕਰੂੰਗਾ, ਮੈਂ ਜ਼ਿਆਦਾ ਕੁਛ ਨਹੀਂ ਕਰਦਾ, ਠੀਕ ਹੈ। ਇਹ ਜਿਹੜਾ ਨੀਤੀ ਆਯੋਗ ਵਾਲਾ ਪੋਰਸ਼ਨ ਹੈ ਆਪਾਂ ਕੱਲ੍ਹ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ, ਠੀਕ ਹੈ। ਤਾਂ ਆਪਾਂ ਇੱਥੇ ਤੱਕ ਕਵਰ ਕਰਾਂਗੇ ਸਾਰਾ 5 ਈਅਰ ਪਲਾਨਸ। ਤਾਂ ਗੱਲ ਕਰਨਾ ਵਿੱਚ ਇਕਨੋਮਿਕ ਪਲੈਨਿੰਗ ਦੀ। ਦੇਖੋ ਕੋਈ ਵੀ ਦੇਸ਼ ਨੇ ਜਦੋਂ ਡਿਵੈਲਪ ਹੋਣਾ ਹੈ ਨਾ, ਕੁਛ ਵੀ ਕਰਨਾ ਹੈ ਤਾਂ ਪਲੈਨਿੰਗ ਤਾਂ ਚਾਹੀਦੀ, ਓਬਵੀਅਸ ਗੱਲ ਹੈ, ਪਲਾਨ ਕਰਕੇ ਆਪਾਂ ਚੀਜ਼ਾਂ ਕਰਾਂਗੇ, ਠੀਕ ਹੈ। ਬਟ ਇਹ ਜਿਹੜਾ ਐਕਚੁਅਲ ਦੇ ਵਿੱਚ ਪਲੈਨਿੰਗ ਵਾਲਾ ਕੋਰ ਕਨਸੈਪਟ ਹੈਗਾ, ਇਹ ਰਸ਼ੀਆ ਦੇ ਵਿੱਚ ਇਵੋਲਵ ਹੋਇਆ ਬੱਚੇ, ਠੀਕ ਹੈ। ਮਤਲਬ ਕੀ ਸੀ, ਇੱਕ ਟਾਰਗੇਟ ਰੱਖ ਲਿਆ ਜਾਂਦਾ ਸੀ ਵੀ ਹਾਂਜੀ ਅਸੀਂ ਅਗਲੇ 10 ਸਾਲਾਂ ਦੇ ਵਿੱਚ ਆਹ ਚੀਜ਼ਾਂ ਕਰਾਂਗੇ, ਠੀਕ ਹੈ। ਇੱਕ ਵੱਡਾ ਜਿਹਾ ਪਲਾਨ ਬਣਾ ਲਿਆ ਵੀ ਹਾਂਜੀ ਆਪਾਂ ਇਹਦੇ ਉੱਪਰ ਡਟੇ ਰਹਾਂਗੇ, ਆਪਾਂ ਇਹਦੋਂ ਹਿੱਲਦੇ ਨਹੀਂ ਹੈਗੇ, ਠੀਕ ਹੈ। ਜੋ ਮਰਜ਼ੀ ਹੋ ਜੇ, ਇਹਦੇ ਆਪਣੇ ਫਾਇਦੇ ਵੀ ਨੇ ਇਸ ਚੀਜ਼ ਦੇ, ਆਪਣੇ ਨੁਕਸਾਨ ਵੀ ਨੇ। ਫਾਇਦੇ ਤਾਂ ਆਪਾਂ ਨੂੰ ਹੈਗੇ ਨੇ ਵੀ ਹਾਂ ਆਪਣੇ ਟਾਰਗੇਟ ਅਚੀਵ ਹੋਣ ਦੇ ਵਿੱਚ ਹੈਲਪ ਹੁੰਦੀ ਹੈ ਵੀ ਹਾਂਜੀ ਜੋ ਮਰਜ਼ੀ ਹੋ ਜੇ ਆਪਾਂ ਨੇ ਇਹ ਅਚੀਵ ਕਰਕੇ ਹੀ ਰਹਿਣਾ, ਠੀਕ ਹੈ। ਤਾਂ ਟਾਰਗੇਟ ਅਚੀਵ ਹੁੰਦੇ ਨੇਗੇ। ਨੁਕਸਾਨ ਕੀ ਹੈ ਬੱਚੇ, ਆਪਾਂ ਜਿਹੜੀਆਂ ਵੇਲੇ ਦੀਆਂ ਜਿਹੜੀਆਂ ਐਮਰਜੈਂਸੀਜ਼ ਨੇਗੀਆਂ, ਕੋਈ ਹੋਰ ਆਪਦਾ ਆ ਸਕਦੀ ਹੈ, ਕੋਈ ਚੇਂਜ ਆ ਸਕਦਾ ਹੈ, ਟੈਕਨੋਲੋਜੀ ਚੇਂਜ ਆ ਸਕਦਾ ਹੈ, ਤਾਂ ਉਦੋਂ ਮੇਰੇ ਆਪਾਂ ਨੂੰ ਬੱਚੇ ਕੀ ਹੁੰਦਾ ਹੈ ਵੀ ਆਪਾਂ ਨੂੰ ਆਪਣਾ ਪਲਾਨ ਦੇ ਆਪਾਂ ਨੂੰ ਆਰਡੈਂਟ ਨਹੀਂ ਰਹਿਣਾ ਚਾਹੀਦਾ, ਸਟਬਨ ਨਹੀਂ ਹੋਣਾ ਚਾਹੀਦਾ, ਠੀਕ ਹੈ। ਕੱਟੜ ਨਹੀਂ ਹੋਣਾ ਚਾਹੀਦਾ, ਆਪਾਂ ਨੂੰ ਫਲੈਕਸੀਬਲ ਹੋਣਾ ਚਾਹੀਦਾ ਵੀ ਕੋਈ ਗੱਲ ਨਹੀਂ, ਚਲੋ ਹੁਣ ਕੋਈ ਚੇਂਜ ਸਟਰਕਚਰ ਦੇ ਵਿੱਚ ਚੇਂਜ ਆ ਗਿਆ ਤਾਂ ਆਪਾਂ ਆਪਣੇ ਪਲਾਨ ਨੂੰ ਚੇਂਜ ਕਰ ਲੈਂਦੇ ਹਾਂ, ਠੀਕ ਹੈ। ਤਾਂ ਇਹ ਜਿਹੜਾ ਇਕਨੋਮਿਕ ਪਲੈਨਿੰਗ ਹੈ ਇਹਦੇ ਵਿੱਚ ਰਿਜਿਡਿਟੀ ਹੁੰਦੀ ਹੈ, ਇਹਦੇ ਵਿੱਚ ਸਟਬਨਨੈਸ ਹੁੰਦੀ ਹੈ ਵੀ ਕੋਈ ਬੰਦਾ ਚੇਂਜ ਨਹੀਂ ਕਰ ਸਕਦਾ ਇਸ ਚੀਜ਼ ਨੂੰ, ਤਾਂ ਇਹ ਇਹਦਾ ਨੁਕਸਾਨ ਹੈਗਾ ਇੱਕ ਵਾਰ, ਠੀਕ ਹੈ। ਤਾਂ ਆਪਾਂ ਦੇਖਦੇ ਹਾਂ ਵਿੱਚ ਪਲੈਨਿੰਗ ਦਾ ਕਿੱਥੋਂ ਇਵੋਲਵ, ਕਿੱਥੋਂ ਬਰਥ ਹੋਇਆ, ਕਿੱਥੋਂ ਇਵੋਲਵ ਹੋਇਆ, ਠੀਕ ਹੈ। ਐਵੋਲੂਸ਼ਨ ਦੀ ਗੱਲ ਕਰਦੇ ਹਾਂ, ਐਵੋਲੂਸ਼ਨ ਆਫ ਪਲੈਨਿੰਗ। ਸਭ ਤੋਂ ਪਹਿਲਾਂ ਜਿਹੜਾ ਕਨਸੈਪਟ ਆਫ ਇਕਨੋਮਿਕ ਪਲੈਨਿੰਗ ਹੈ ਇਹ ਸਟਾਰਟ ਕਿੱਥੋਂ ਹੋਇਆ ਬੱਚੇ, ਇਹ ਰਸ਼ੀਆ ਤੋਂ ਹੀ ਆਪਾਂ ਨੇ ਡਰਾਈਵ ਕੀਤਾ ਹੈਗਾ। ਰਸ਼ੀਆ ਤੋਂ ਦੇਖ ਇੰਡੀਆ ਨੇ ਚੀਜ਼ਾਂ ਸਿੱਖੀਆਂ ਨੇ ਵੀ ਹਾਂਜੀ ਜਦੋਂ ਰਸ਼ੀਅਨ ਰੈਵੋਲੂਸ਼ਨ ਆਈ ਸੀ ਉਦੋਂ ਬਾਅਦ 'ਚੋਂ ਬੱਚੇ ਇਕਨੋਮਿਕ ਪਲੈਨਿੰਗ ਉਹਨਾਂ ਨੇ ਕੀਤੀ ਅਤੇ ਕਾਫੀ ਅੱਛੇ ਰਿਜ਼ਲਟ ਉਹਨੂੰ ਦੇਖਣ ਨੂੰ ਮਿਲੇ। 1920s ਦੇ ਵਿੱਚ ਬਹੁਤ ਅੱਛੇ ਰਿਜ਼ਲਟ ਰਸ਼ੀਆ ਨੂੰ ਦੇਖਣ ਨੂੰ ਮਿਲੇ, ਜਿੱਥੋਂ ਕਿ ਇੰਡੀਅਨਸ ਜਿਹੜੇ ਆਪਣੇ ਫਰੀਡਮ ਫਾਈਟਰ ਸੀ, ਨਹਿਰੂ ਵਰਗੇ, ਬੋਸ ਵਰਗੇ, ਕਾਫੀ ਇੰਪਰੈਸਡ ਸੀਗੇ। ਔਰ ਉਹਨਾਂ ਦਾ ਇੱਕ ਵਿਜ਼ਨ ਸੀਗਾ ਕਿ ਇੰਡੀਪੈਂਡੈਂਟ ਇੰਡੀਆ ਦੇ ਵਿੱਚ ਇਕਨੋਮਿਕ ਪਲੈਨਿੰਗ ਵਰਗੀ ਚੀਜ਼ ਡੈਫੀਨੇਟਲੀ ਹੋਣੀ ਚਾਹੀਦੀ ਹੈ। ਔਰ ਉਹ ਕਿਉਂ ਕਹਿ ਰਹੇ ਸੀ, ਕਿਉਂਕਿ ਰਸ਼ੀਆ ਤੋਂ ਕਾਫੀ ਇੰਸਪਾਇਰਡ ਸੀ, ਰਸ਼ੀਆ ਦੇ ਵਿੱਚ ਕਾਫੀ ਅੱਛੀ ਡਿਵੈਲਪਮੈਂਟ ਹੋ ਰਹੀ ਸੀ ਉਸ ਟਾਈਮ 'ਤੇ, ਠੀਕ ਹੈ। ਐਕਚੁਅਲ ਦੇ ਵਿੱਚ ਕਦੋਂ ਸਟਾਰਟ ਹੁੰਦਾ ਆਪਣੇ ਕੋਲ ਇਕਨੋਮਿਕ ਪਲੈਨਿੰਗ ਦਾ ਪ੍ਰੋਸੈਸ, ਸਰ M ਵਿਸ਼ਵੇਸ਼ਵਰਿਆ ਇਹਨਾਂ ਨੇ ਇੱਕ ਬੁੱਕ ਲਿਖੀ ਹੈ ਬੱਚੇ, ਪਲੈਨਡ ਇਕਨੋਮੀ ਆਫ ਇੰਡੀਆ, 1934 ਦੇ ਵਿੱਚ ਬੁੱਕ ਲਿਖੀ ਹੈ। ਇਹਦੇ ਵਿੱਚ ਬੇਸਿਕਲੀ ਇਹਨਾਂ ਨੇ ਕਿਹਾ ਵੀ 10 ਸਾਲ ਆਪਾਂ ਨੂੰ ਇੱਕ 10 ਈਅਰ ਵਿਜ਼ਨ ਰੱਖਣੀ ਚਾਹੀਦੀ ਹੈ, 10 ਈਅਰ ਪਲਾਨ ਬਣਾਉਣਾ ਚਾਹੀਦਾ ਹੈ ਵੀ ਅਗਲੇ 10 ਸਾਲਾਂ ਦੇ ਵਿੱਚ ਆਪਾਂ ਨੂੰ ਕਿਵੇਂ ਕਰਨਾ ਚਾਹੀਦਾ, ਠੀਕ ਹੈ। ਤਾਂ M ਵਿਸ਼ਵੇਸ਼ਵਰਿਆ ਦੀ ਇਸ ਬੁੱਕ ਤੋਂ ਆਪਣੀ ਇਕਨੋਮਿਕ ਪਲੈਨਿੰਗ ਦੀ ਫਾਊਂਡੇਸ਼ਨ ਰੱਖੀ ਜਾਂਦੀ ਹੈ, ਹਾਂਜੀ ਕਿ ਇੱਥੋਂ ਆਪਣਾ ਇਕਨੋਮਿਕ ਪਲੈਨਿੰਗ ਬਾਰੇ ਹੁਣ ਆਪਾਂ ਸੋਚਣ ਲੱਗਾਂਗੇ ਅੱਛੀ ਤਰ੍ਹਾਂ ਫਾਰਮਲੀ, ਠੀਕ ਹੈ। ਤਾਂ 1938 ਦੇ ਵਿੱਚ ਬੱਚੇ ਕੀ ਹੋਇਆ, ਕਾਂਗਰਸ ਨੇ ਜਿਹੜੀ ਆਪਣੀ ਇੰਡੀਅਨ ਨੈਸ਼ਨਲ ਕਾਂਗਰਸ ਹੈਗੀ ਹੈ, ਉਸਨੇ ਇੱਕ ਕਮੇਟੀ ਸੈਟਅਪ ਕੀਤੀ, ਨੈਸ਼ਨਲ ਪਲੈਨਿੰਗ ਕਮੇਟੀ। ਦੇਖੋ ਕਾਂਗਰਸ ਪਾਰਟੀ ਸੀਗੀ, ਇਸ ਪਾਰਟੀ ਨੇ ਆਪਣੀ ਇੱਕ ਇੰਟਰਨਲ ਕਮੇਟੀ ਸੈੱਟ ਕੀਤੀ, ਨੈਸ਼ਨਲ ਪਲੈਨਿੰਗ ਕਮਿਸ਼ਨ, ਜਿਹਦਾ ਹੈੱਡ ਬਣਾਇਆ ਗਿਆ ਜਵਾਹਰ ਲਾਲ ਨਹਿਰੂ ਨੂੰ, ਠੀਕ ਹੈ। ਅਗੇਨ ਇਹਦੇ ਵਿੱਚ ਕੀ ਸੀ ਬੱਚੇ, ਅਗੇਨ ਇਹੀ ਚੀਜ਼ ਸੀ ਵੀ ਆਪਣੇ ਇੰਡੀਪੈਂਡੈਂਟ ਇੰਡੀਆ ਦੇ ਵਿੱਚ ਕਿਵੇਂ ਪਲੈਨਿੰਗ ਆਪਾਂ ਕਰਾਂਗੇ, ਠੀਕ ਹੈ। ਤਾਂ ਇਹੀ ਸਾਰਾ ਕੁਝ ਜਿਹੜਾ ਵਿਜ਼ਨ ਚਾਰਟ ਆਊਟ ਕਰਨੀ ਸੀ, ਇਹ ਪਲੈਨਿੰਗ ਇਸ ਨੈਸ਼ਨਲ ਪਲੈਨਿੰਗ ਕਮਿਸ਼ਨ ਦੇ ਅੰਡਰ ਹੋ ਰਹੀ ਸੀਗੀ, ਜਿਹੜੀ ਕਿ ਨਹਿਰੂ ਦੁਆਰਾ ਹੈੱਡ ਕੀਤੀ ਗਈ ਸੀ। ਨਹਿਰੂ ਇਹਦਾ ਚੇਅਰਮੈਨ ਸੀਗਾ, ਠੀਕ ਹੈ। ਕਦੋਂ ਹੋਈ ਸੀ ਬੱਚੇ ਇਹ 1938, ਧਿਆਨ ਨਾਲ ਸੁਣਨਾ ਬੱਚੇ, ਮੈਂ ਨਹਿਰੂ ਇਸ ਕਮੇਟੀ ਦਾ ਚੇਅਰਮੈਨ ਕਹਿ ਰਿਹਾ, ਨਾ ਕਿ ਕਾਂਗਰਸ ਦਾ। ਕਾਂਗਰਸ ਦਾ ਇਸ ਟਾਈਮ ਪ੍ਰੈਜ਼ਾਈਡਿੰਗ ਆਫਿਸਰ ਕੌਣ ਸੀ ਬੱਚੇ, ਹੈੱਡ ਕੌਣ ਸੀ, ਬੋਸ ਸੀਗਾ ਸੁਭਾਸ਼ ਚੰਦਰ ਬੋਸ। 1938 ਤੇ 1939 ਦੇ ਵਿੱਚ ਸੁਭਾਸ਼ ਚੰਦਰ ਬੋਸ ਪ੍ਰੈਜ਼ੀਡੈਂਟ ਸੀ ਕਾਂਗਰਸ ਦਾ, ਠੀਕ ਹੈ। ਅਤੇ ਜਿਹੜੀ ਕਮੇਟੀ ਹੈ ਇਹ ਸੈੱਟ ਤਾਂ ਕਾਂਗਰਸ ਨੇ ਕੀਤੀ ਹੈ, ਬਟ ਇਹਦਾ ਪ੍ਰੈਜ਼ੀਡੈਂਟ ਕੌਣ ਬਣਾਇਆ ਇਹਨੂੰ, ਨਹਿਰੂ ਸਾਹਿਬ ਨੂੰ ਬਣਾਏਗਾ, ਠੀਕ ਹੈ। ਧਿਆਨ ਰੱਖਣਾ ਇਸ ਚੀਜ਼ ਦਾ। ਉਸ ਤੋਂ ਬਾਅਦ ਬੱਚੇ 1944 ਦੇ ਵਿੱਚ ਆਪਣੇ ਕੋਲ ਇੱਕ ਬੰਬੇ ਪਲਾਨ ਆਉਂਦਾ ਹੈ।
ਇਹਦੇ ਵਿੱਚ ਕੀ ਹੈ ਬੱਚੇ, 8 ਜਿਹੜੇ ਵੱਡੇ ਵੱਡੇ ਆਪਣੇ ਪੂੰਜੀਪਤੀ ਸੀਗੇ, ਇੰਡਸਟਰੀਅਲਿਸਟ ਸੀਗੇ, ਜਿਵੇਂ ਜਮਸ਼ੇਦਜੀ ਟਾਟਾ ਹੋ ਗਏ ਆਪਣੇ, ਹੈ ਨਾ। ਤਾਂ ਇਹ ਜਿਹੇ ਵੱਡੇ ਵੱਡੇ ਜਿਹੜੇ ਪੂੰਜੀਪਤੀ ਸੀ, ਉਹਨਾਂ ਨੇ ਕੀ ਕੀਤਾ, ਇੱਕ ਪਲਾਨ ਮਤਲਬ ਇਕੱਠੇ ਹੋ ਕੇ ਇੱਕ ਮੀਟਿੰਗ ਕੀਤੀ ਕਿ ਹਾਂਜੀ ਆਪਣੇ ਦੇਸ਼ ਦਾ ਭਵਿੱਖ ਕਿਵੇਂ ਹੋਣਾ ਚਾਹੀਦਾ ਹੈਗਾ, ਠੀਕ ਹੈ। ਤਾਂ ਉਹਨਾਂ ਨੇ ਵੀ ਇਹ ਚੀਜ਼ ਫੀਲ ਕੀਤੀ ਕਿ ਹਾਂਜੀ ਬਿਲਕੁਲ ਪਲੈਨਿੰਗ ਹੋਣੀ ਚਾਹੀਦੀ ਹੈ। ਅਤੇ ਆਪਣਾ ਜਿਹੜਾ ਉਹਨਾਂ ਨੇ ਪੂਰਾ ਡਾਕੂਮੈਂਟ ਤਿਆਰ ਕੀਤਾ, ਪੂਰੀ ਮੀਟਿੰਗ ਦੇ ਵਿੱਚ ਜੋ ਵੀ ਉਹਨਾਂ ਕੋਲ ਨਿਕਲ ਕੇ ਆਇਆ, ਤਾਂ ਉਹਨਾਂ ਨੇ ਆਪਣੀ ਪੂਰੀ ਡਾਕੂਮੈਂਟ ਦਾ ਨਾਮ ਬੰਬੇ ਪਲਾਨ ਦਿੱਤਾ, ਠੀਕ ਹੈ। ਤਾਂ ਬੇਸਿਕਲੀ ਇੱਕ ਪ੍ਰਾਈਵੇਟ ਬੰਦਿਆਂ ਦੀ ਇੱਕ ਮੀਟਿੰਗ ਸੀ, ਉਹਦੇ ਵਿੱਚੋਂ ਨਿਕਲ ਕੇ ਆਈ ਚੀਜ਼, ਉਹਨੂੰ ਆਪਾਂ ਬੰਬੇ ਪਲਾਨ ਕਹਿ ਦਿੰਦੇ ਹਾਂ, ਠੀਕ ਹੈ। ਫਾਈਨਲੀ ਬੱਚੇ 1950 ਦੇ ਵਿੱਚ ਆਜ਼ਾਦੀ ਤੋਂ ਬਾਅਦ ਆਪਣੇ ਪਲੈਨਿੰਗ ਕਮਿਸ਼ਨ ਵੀ ਸੈਟਅਪ ਕਰ ਲਈ, ਜਿਹੜਾ ਕਿ ਆਪਣੇ ਆਉਣ ਵਾਲੇ 60-70 ਸਾਲਾਂ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਨ ਵਾਲੀ ਸੀ ਪਲੈਨਿੰਗ ਕਮਿਸ਼ਨ, ਠੀਕ ਹੈ। ਦੇਖਦੇ ਹਾਂ ਇਹਦੇ ਵਿੱਚ ਕੀ ਹੈਗਾ। ਪਲੈਨਿੰਗ ਕਮਿਸ਼ਨ ਬੱਚੇ ਸਭ ਤੋਂ ਪਹਿਲਾਂ ਤਾਂ ਕਦੋਂ ਬਣਾਈ ਗਈ ਸੀ, ਇਹ ਮਾਰਚ 15 1950। ਇਹ ਐਗਜ਼ੈਕਟ ਡੇਟ ਇੰਪੋਰਟੈਂਟ ਹੈ ਬੱਚੇ, ਪੋਸੀਬਲੀ ਇਹੀ ਕਈ ਵਾਰੀ ਡੇਟਸ ਹੀ ਆ ਜਾਂਦੀਆਂ ਹੁੰਦੀਆਂ ਨੇ ਐਗਜ਼ਾਮ ਦੇ ਵਿੱਚ, ਠੀਕ ਹੈ। ਮਾਰਚ 15 1950। ਤਾਂ ਪਹਿਲਾ ਜਿਹੜਾ 5 ਈਅਰ ਪਲਾਨ ਸੀ ਬੱਚੇ, ਕਦੋਂ ਬਣਾਇਆ ਗਿਆ, 1951 ਤੋਂ 56 ਦੇ ਵਿੱਚ, ਠੀਕ ਹੈ। 50 ਦੇ ਵਿੱਚ ਸੈਟਅਪ ਕੀਤੀ, ਅਗਲੇ ਸਾਲ ਹੀ ਆਪਣੇ ਪਲਾਨ ਬਣਾਤਾ 51 ਤੋਂ 56 ਦੇ ਵਿੱਚ। ਜਵਾਹਰ ਲਾਲ ਨਹਿਰੂ ਇਹਦੇ ਪਹਿਲੇ ਚੇਅਰਮੈਨ ਸੀ, ਕਿਉਂਕਿ ਪਲੈਨਿੰਗ ਕਮਿਸ਼ਨ ਦਾ ਚੇਅਰਮੈਨ ਹੁੰਦਾ ਕੌਣ ਸੀ ਬੱਚੇ, PM ਸੀਗਾ। ਕੋਈ ਵੀ ਜਿਹੜਾ PM ਸੀ ਉਹ ਪਲੈਨਿੰਗ ਕਮਿਸ਼ਨ ਦਾ ਚੇਅਰਮੈਨ ਹੁੰਦਾ ਸੀ, ਔਰ ਪਹਿਲੇ PM ਆਪਣੇ ਨਹਿਰੂ ਸਾਹਿਬ ਸੀਗੇ, ਤਾਂ ਓਬਵੀਅਸਲੀ ਪਲੈਨਿੰਗ ਕਮਿਸ਼ਨ ਦੇ ਚੇਅਰਮੈਨ ਵੀ ਨਹਿਰੂ ਸਾਹਿਬ ਸੀਗੇ, ਠੀਕ ਹੈ। ਹੁਣ ਤੱਕ ਬੱਚੇ 12 5 ਈਅਰ ਪਲਾਨ ਹੋ ਚੁੱਕੇ ਨੇ। ਜਿਹੜਾ ਲਾਸਟ 5 ਈਅਰ ਪਲਾਨ ਸੀ ਉਹ ਕਿਹੜਾ ਸੀ ਬੱਚੇ, ਆਪਣਾ 2012 ਤੋਂ 2017 ਤੱਕ, ਠੀਕ ਹੈ। ਉਸ ਤੋਂ ਬਾਅਦ 'ਚੋਂ ਆਪਾਂ ਨੂੰ ਪਤਾ ਬੱਚੇ ਜਿਹੜੀ ਇੰਡੀਆ ਗਵਰਨਮੈਂਟ ਹੈ, ਮੋਦੀ ਸਰਕਾਰ ਨੇ ਇਹ ਪਲੈਨਿੰਗ ਪਲਾਨਸ ਨੂੰ ਹਟਾਤਾ ਬਿਲਕੁਲ, ਈਵਨ ਕਿ ਪਲੈਨਿੰਗ ਕਮਿਸ਼ਨ ਨੂੰ ਹੀ ਅਬੋਲਿਸ਼ ਕਰਤਾ, ਔਰ ਨੀਤੀ ਆਯੋਗ ਬਣਾਤਾ। ਕਦੋਂ ਬਣਾਇਆ ਬੱਚੇ, 1 ਜਨਵਰੀ 2015। ਇਹ ਵੀ ਡੇਟ ਇੰਪੋਰਟੈਂਟ ਹੈ, 1 ਜਨਵਰੀ 2015 ਨੂੰ ਨੀਤੀ ਆਯੋਗ ਬਣਾਤਾ ਅਤੇ ਪਲੈਨਿੰਗ ਕਮਿਸ਼ਨ ਨੂੰ ਅਬੋਲਿਸ਼ ਕਰਤਾ, ਔਰ ਨਾਲ ਹੀ ਜਿਹੜੇ ਇਹਦੇ 5 ਈਅਰ ਪਲਾਨ ਸੀ ਇਹਨਾਂ ਨੂੰ ਵੀ ਭੋਗ ਪਾਤਾ ਇਹਨਾਂ ਦਾ, ਠੀਕ ਹੈ। ਤਾਂ 12 5 ਈਅਰ ਪਲਾਨ ਹੀ ਰਹੇ ਨੇ, ਲਾਸਟ ਵਾਲਾ ਜਿਹੜਾ ਸੀ 2012 ਤੋਂ 2017 ਤੱਕ ਰਿਹਾ ਹੈ, ਠੀਕ ਹੈ ਬੱਚੇ। ਹੁਣ ਆਪਾਂ ਗੱਲ ਕਰਦੇ ਹਾਂ ਬੱਚੇ 5 ਈਅਰ ਪਲਾਨ ਦੀ, ਜਿਹੜੀ ਕਿ ਇਸ ਪਲੈਨਿੰਗ ਕਮਿਸ਼ਨ ਨੇ ਕੀਤੀ ਹੈ। ਨੀਤੀ ਆਯੋਗ ਵਾਲਾ ਪੋਰਸ਼ਨ ਮੇ ਵੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਠੀਕ ਹੈ। ਚਲੋ, ਤਾਂ ਪਹਿਲਾ 5 ਈਅਰ ਪਲਾਨ ਬੱਚੇ, ਇਹਦੇ ਵਿੱਚ ਅਗੇਨ ਕੁਝ ਸਮਝਾਉਣ ਵਾਲਾ ਜ਼ਿਆਦਾ ਹੈ ਨਹੀਂ, ਠੀਕ ਹੈ। ਰੀਡਿੰਗ ਕਰਨ ਵਾਲਾ ਹੀ ਹੈ, ਮੈਂ ਰੀਡ ਕਰ ਦਿੰਦਾ। ਤਾਂ ਪਹਿਲੇ 5 ਈਅਰ ਪਲਾਨ ਦੇ ਵਿੱਚ ਡੇਟ ਯਾਦ ਹੋਣੀ ਚਾਹੀਦੀ ਹੈ ਬੱਚੇ। ਇਹਦੇ ਵਿੱਚ ਜਿਹੜਾ ਕੁਐਸਚਨ ਆਉਂਦਾ ਹੁੰਦਾ ਉਹ ਇਹੀ ਆਉਂਦਾ ਹੁੰਦਾ ਹੈ ਕਿ ਕਿਹੜੇ ਮਾਡਲ ਦੇ ਉੱਪਰ ਬੇਸਡ ਇਹ ਪਲਾਨ ਸੀਗਾ। ਤਾਂ ਉਹਦਾ ਨਾਮ ਹੈ ਬੱਚੇ ਹੈਰੋਲਡ ਡੋਮਰ ਮਾਡਲ। ਇਸ ਮਾਡਲ ਦੇ ਉੱਪਰ ਬੱਚੇ ਆਪਣਾ ਸਾਰਾ ਦਾ ਸਾਰਾ 5 ਈਅਰ ਪਲਾਨ ਬੇਸਡ ਸੀਗਾ, ਠੀਕ ਹੈ। ਇਹਦੇ ਵਿੱਚ ਮੇਨ ਫੋਕਸ ਕਿਹਦੇ ਉੱਪਰ ਸੀਗਾ ਬੱਚੇ, ਐਗਰੀਕਲਚਰ ਦੇ ਉੱਪਰ ਫੋਕਸ ਸੀ ਮੇਨ, ਠੀਕ ਹੈ। ਕਿਉਂਕਿ ਆਪਾਂ ਸਭ ਤੋਂ ਪਹਿਲਾਂ ਤਾਂ ਫੂਡ ਸਫੀਸ਼ੀਐਂਟ ਹੋਣੀ ਚਾਹੀਦੀ ਸੀ, ਵੀ ਸੈਲਫ ਸਫੀਸ਼ੀਐਂਟ ਹੋਣੀ ਚਾਹੀਦੀ ਆਪਣੇ ਐਟਲੀਸਟ ਫੂਡ ਦੇ ਵਿੱਚ, ਵੀ ਆਪਾਂ ਆਪਣੇ ਲੋਕਾਂ ਨੂੰ ਐਟਲੀਸਟ ਖਾਣਾ ਤਾਂ ਖਵਾ ਸਕੀਏ, ਭੋਜਨ ਤਾਂ ਖਵਾ ਸਕੀਏ, ਤਾਂ ਉਹਦੇ ਵਿੱਚ ਆਪਾਂ ਸੈਲਫ ਸਫੀਸ਼ੀਐਂਟ ਹੋਈਏ ਐਟਲੀਸਟ, ਠੀਕ ਹੈ। ਹੋਰ ਆਪਣੇ ਕੀ ਚੀਜ਼ਾਂ ਲੈ ਕੇ ਆਉਂਦੇ ਬੱਚੇ ਇਸ ਪਲਾਨ ਦੇ ਵਿੱਚ, ਭਾਖੜਾ ਡੈਮ ਬਣਾਇਆ, ਇਹਦੇ ਵਿੱਚ ਹੀਰਾਕੁੰਡ ਡੈਮ ਬਣਾਇਆ, ਕਿਉਂ, ਅਗੇਨ ਐਗਰੀਕਲਚਰਲ ਡਿਵੈਲਪਮੈਂਟ ਵਾਸਤੇ, ਠੀਕ ਹੈ। ਜੇ ਗੱਲ ਕਰੀਏ ਤਾਂ ਬਸ ਆਹ ਮਾਡਲ ਇੰਪੋਰਟੈਂਟ ਹੈ। ਮਾਡਲ ਦੇ ਨਾਮ ਕਾਫੀ ਪੁੱਛਦੇ ਨੇ। ਪਹਿਲਾ ਪਲਾਨ ਕਿਹੜੇ ਮਾਡਲ ਦੇ ਵਿੱਚ, ਪਹਿਲੇ ਪਲਾਨ ਦੇ ਵਿੱਚ ਕਿਹੜਾ ਮਾਡਲ ਯੂਜ਼ ਹੋਇਆ, ਦੂਜੇ ਪਲਾਨ ਦੇ ਵਿੱਚ ਕਿਹੜਾ ਮਾਡਲ ਦੇ ਬੇਸਡ ਉੱਪਰ ਸੀਗਾ, ਠੀਕ ਹੈ। ਤਾਂ ਇਹ ਮਾਡਲ ਇੰਪੋਰਟੈਂਟ ਨੇ। ਜਿਹੜਾ ਸੈਕਿੰਡ 5 ਈਅਰ ਪਲਾਨ ਸੀ ਬੱਚੇ, ਦੈਟ ਵਾਸ ਬੇਸਡ ਔਨ PC ਮਹਾਲਨੋਬਿਸ ਮਾਡਲ, ਠੀਕ ਹੈ। PC ਮਹਾਲਨੋਬਿਸ ਇੱਕ ਇਕਨੋਮਿਸਟ ਸੀ ਸਾਡੇ, ਤਾਂ ਉਹਨਾਂ ਦੇ ਪਲਾਨ ਅਕੋਰਡਿੰਗ ਹੀ, ਉਹਨਾਂ ਦੇ ਮਾਡਲ ਅਕੋਰਡਿੰਗ ਹੀ ਸਾਰਾ 5 ਈਅਰ ਪਲਾਨ ਬਣਿਆ ਸੀ। ਔਰ ਇਸ ਪਲਾਨ ਦੇ ਵਿੱਚ ਮੇਨ ਫੋਕਸ ਬੱਚੇ ਸੀਗਾ ਇੰਡਸਟਰੀਜ਼ ਦੇ ਉੱਪਰ, ਠੀਕ ਹੈ। ਵੱਡੀਆਂ ਇੰਡਸਟਰੀ, ਵੱਡੀਆਂ PSUs, ਸਰਕਾਰੀ ਕੰਪਨੀਆਂ, ਠੀਕ ਹੈ। ਸਰਕਾਰ ਦਾ ਇੱਕ ਮੋਟੋ ਬਣ ਗਿਆ ਸੀ ਕਿ ਹਾਂਜੀ ਅਸੀਂ ਵੱਡੀਆਂ ਕੰਪਨੀਆਂ ਬਣਾਉਣੀਆਂ ਨੇ, ਜਿਵੇਂ ਕਿ ਸੇਲ ਹੋ ਗਈ, ਗੇਲ ਹੋ ਗਈ, ਜਿਹੜੀ ਕਿ ਅੱਗੇ ਫਿਰ ਹੋਰ ਚੀਜ਼ਾਂ ਬਣਾ ਸਕਣ। ਜਿਵੇਂ ਸਟੀਲ ਹੈਗੀ, ਸੇਲ ਹੈ ਬੱਚੇ, ਸੇਲ ਕੀ ਬਣਾਊਗੀ, ਸਟੀਲ ਬਣਾਊਗੀ, ਸਟੀਲ ਅਥਾਰਟੀ ਆਫ ਇੰਡੀਆ ਸਟੀਲ ਬਣਾਊਗੀ। ਹੁਣ ਇਹੀ ਸਟੀਲ ਬੱਚੇ ਅੱਗੇ ਫੈਕਟਰੀਆਂ ਵਿੱਚ ਯੂਜ਼ ਹੋਊਗਾ, ਇਹਦੇ ਨਾਲ ਕਾਰਾਂ ਵੀ ਬਣਨਗੀਆਂ, ਇਹਦੇ ਨਾਲ ਮੋਟਰਸਾਈਕਲ ਵੀ ਬਣਨਗੇ, ਇਹਦੇ ਨਾਲ ਸਿਲਾਈ ਮਸ਼ੀਨ ਵੀ ਬਣੂਗੀ, ਠੀਕ ਹੈ। ਤਾਂ ਮਤਲਬ ਪਹਿਲਾਂ ਸਟੀਲ ਬਣਨਾ ਚਾਹੀਦਾ ਨਾ। ਤਾਂ ਇਹੀ ਜਿਹੜੀ ਵੱਡੀ ਇੰਡਸਟਰੀ ਹੈ ਜਿਹਦੇ ਨਾਲ ਅੱਗੇ ਹੋਰ ਚੀਜ਼ਾਂ ਬਣਨ, ਤਾਂ ਸਰਕਾਰ ਨੇ ਉਹੀ ਜਿਹੀਆਂ ਫੈਕਟਰੀਆਂ ਲਗਾਉਣ ਦੀ ਕੋਸ਼ਿਸ਼ ਕੀਤੀ, ਆਪਣੀਆਂ ਸਰਕਾਰੀ ਕੰਪਨੀਆਂ ਲਗਾਉਣ ਦੀ, ਠੀਕ ਹੈ। ਤਾਂ ਇਹ ਸਭ ਕੁਝ ਬੱਚੇ ਸੈਕਿੰਡ 5 ਈਅਰ ਪਲਾਨ ਦੇ ਵਿੱਚ ਹੋਇਆ। ਸਟੀਲ ਪਲਾਂਟ ਬਿਲਾਈ, ਦੁਰਗਾਪੁਰ, ਰੌਰਕੇਲਾ, ਇਹ ਸਭ ਕਿਤੇ ਬਣਾਏ ਗਏ ਤਾਂ ਕਿ ਸਟੀਲ ਦੀ ਪ੍ਰੋਡਕਸ਼ਨ ਵਧਾਈ ਜਾਵੇ, ਠੀਕ ਹੈ। ਈਵਨ ਜਿਹੜੇ ਪ੍ਰਾਈਵੇਟ ਲੋਕ ਸੀ ਉਹਨਾਂ ਨੂੰ ਵੀ ਜਿਹੜਾ ਕੀ ਆ, ਇਹਨਾਂ ਨੂੰ ਵਾਧਾ ਦਿੱਤਾ, ਮਤਲਬ ਪ੍ਰਮੋਟ ਕੀਤਾ ਗਿਆ ਇਸ ਚੀਜ਼ ਦੇ ਵਿੱਚ। ਥਰਡ 5 ਈਅਰ ਪਲਾਨ ਦੇ ਵਿੱਚ ਬੱਚੇ ਕੀ ਹੋਇਆ, ਇਹਨੂੰ ਆਪਾਂ ਗਡਗਿਲ ਯੋਜਨਾ ਵੀ ਕਹਿ ਦਿੰਦੇ ਹਾਂ। ਇਸ ਪਲਾਨ ਦੇ ਵਿੱਚ ਇੱਕ ਖਾਸੀਅਤ ਹੈ ਬੱਚੇ ਕਿ ਸਭ ਤੋਂ ਪਹਿਲਾਂ ਜਿਹੜਾ ਰੁਪੀ ਆਪਣਾ ਡਿਵੈਲਿਊ ਕੀਤਾ ਗਿਆ ਸੀ ਆਪਣੇ 1966 ਦੇ ਵਿੱਚ, ਉਹ ਇਸੇ ਪਲਾਨ ਦੇ ਅੰਡਰ ਸੀ। ਆਪਾਂ ਪੜ੍ਹ ਚੁੱਕੇ ਹਾਂ ਬੱਚੇ ਆਲਰੇਡੀ ਕਿ ਰੁਪੀ ਡਿਵੈਲਿਊਸ਼ਨ ਕੀ ਹੁੰਦੀ ਹੈ। ਆਪਾਂ ਨੇ ਜਦੋਂ ਪੜ੍ਹਿਆ ਸੀ ਕਿ 1992 ਤੋਂ ਪਹਿਲਾਂ ਆਪਣਾ ਜਿਹੜਾ ਫਿਕਸਡ ਸਿਸਟਮ ਸੀ, 1992 ਤੋਂ ਬਾਅਦ ਆਪਣਾ ਫਲੈਕਸੀਬਲ ਸੀਗਾ ਜਾਂ ਫਲੋਟਿੰਗ ਸੀਗਾ, ਠੀਕ ਹੈ। ਇੱਧਰ ਸੀਗਾ ਫਿਕਸਡ। ਤਾਂ ਫਿਕਸਡ ਵਿੱਚ ਕੀ ਹੁੰਦਾ ਸੀ ਬੱਚੇ, ਡਿਵੈਲਿਊਸ਼ਨ ਹੁੰਦੀ ਸੀ, ਡਿਵੈਲਿਊਸ਼ਨ। ਫਲੈਕਸੀਬਲ ਦੇ ਵਿੱਚ ਕੀ ਹੁੰਦਾ, ਫਲੋਟਿੰਗ ਦੇ ਵਿੱਚ ਕੀ ਹੁੰਦਾ ਬੱਚੇ, ਡੈਪਰੀਸੀਏਸ਼ਨ ਹੁੰਦੀ ਸੀ। ਇਹ ਆਪਾਂ ਪੜ੍ਹ ਚੁੱਕੇ ਹਾਂ। ਤਾਂ 1992 ਤੋਂ ਪਹਿਲਾਂ ਕੀ ਹੁੰਦੀ ਸੀ, ਡਿਵੈਲਿਊਸ਼ਨ। ਉਹੀ ਆਪਣੇ ਪਹਿਲੀ ਵਾਰ ਕੀਤੀ ਹੈ ਬੱਚੇ 1966 ਦੇ ਵਿੱਚ। ਚਲੋ, ਨੈਕਸਟ ਬੱਚੇ ਪਲਾਨ ਹੌਲੀਡੇਆਂ ਦਾ ਕੀ ਮਤਲਬ ਹੈ, ਦੇਖੋ 1962 ਦੇ ਵਿੱਚ ਵਾਰ ਹੋਈ ਪਹਿਲਾਂ, ਠੀਕ ਹੈ, ਚਾਈਨਾ ਦੇ ਨਾਲ। ਫਿਰ 65 ਦੇ ਵਿੱਚ ਵਾਰ ਹੋਈ। ਤਾਂ ਕੁੱਲ ਮਿਲਾ ਕੇ ਜਿਹੜਾ ਥਰਡ 5 ਈਅਰ ਪਲਾਨ ਸੀ ਜ਼ਿਆਦਾ ਸਕਸੈਸਫੁਲ ਨਹੀਂ ਰਹਿ ਪਾਇਆ ਸੀਗਾ, ਠੀਕ ਹੈ। ਇਸੇ ਫੇਲੀਅਰ ਕਰਕੇ ਆਪਾਂ ਨੇ ਜਿਹੜਾ ਨੈਕਸਟ ਪਲਾਨ ਹੈ ਉਹਨੂੰ ਥੋੜ੍ਹਾ ਜਿਹਾ ਆਪਾਂ ਨੇ ਪੈਂਡਿੰਗ ਰੱਖ ਲਿਆ, ਠੀਕ ਹੈ। ਦੂਜਾ ਜਦੋਂ ਲੀਡਰਸ਼ਿਪ ਵੀ ਚੇਂਜ ਹੋ ਗਈ ਸੀ ਆਪਣੀ, ਠੀਕ ਹੈ, ਇੰਦਰਾ ਗਾਂਧੀ ਆ ਗਈ ਸੀ, ਤਾਂ ਆਪਾਂ ਨੇ ਥੋੜ੍ਹਾ ਜਿਹਾ ਆਪਣੇ ਗੈਪ ਲੈਣ ਦੀ ਕੋਸ਼ਿਸ਼ ਕੀਤੀ, ਠੀਕ ਹੈ, ਵੀ ਚਲੋ ਹਾਲੇ ਆਪਾਂ 5 ਈਅਰ ਪਲਾਨ ਰਹਿਣ ਦਿੰਦੇ ਹਾਂ,
ਆਪਣੇ ਕੋਲ ਇੰਨੇ ਰਿਸੋਰਸਿਸ ਨਹੀਂ ਹੈਗੇ, ਪਹਿਲਾਂ ਹੀ ਬਹੁਤ ਖਰਚਾ ਹੋ ਚੁੱਕਿਆ, ਤਾਂ ਆਪਾਂ 5 ਈਅਰ ਪਲਾਨ ਦੇ ਆਪਾਂ ਹਾਲੇ ਕਾਬਿਲ ਨਹੀਂ ਹੈਗੇ, ਇੰਨਾ ਨਹੀਂ ਹੋਣਾ ਆਪਣੇ ਤੋਂ, ਤਾਂ ਆਪਾਂ ਕੀ ਕਰਦੇ ਹਾਂ ਐਨੂਅਲ ਪਲਾਨ ਕਰਦੇ ਹਾਂ। ਤਾਂ ਇੱਥੇ ਵਿੱਚ 3 ਐਨੂਅਲ ਪਲਾਨਸ ਹੋਏ ਨੇਗੇ, ਠੀਕ ਹੈ। ਧਿਆਨ ਰੱਖਣਾ ਵੀ 3rd 5 ਈਅਰ ਪਲਾਨ ਤੋਂ ਜਿਹੜਾ ਕਿ ਸਕਸੈਸਫੁਲ ਜ਼ਿਆਦਾ ਨਹੀਂ ਹੋ ਪਾਇਆ ਸੀਗਾ, ਠੀਕ ਹੈ, ਆਫਟਰ ਫੇਲੀਅਰ ਆਫ 3rd ਪਲਾਨ ਅਤੇ ਫਿਰ ਇੰਡੋ ਪਾਕਿਸਤਾਨ ਵਾਰ ਤੋਂ, ਜਿਹੜੀ ਕਿ 1965 ਦੇ ਵਿੱਚ ਹੋਈ ਹੈ। ਇਸ ਪਲਾਨ ਦੇ ਵਿੱਚ, ਇਹਨਾਂ ਤਿੰਨਾਂ ਪਲਾਨ ਦੇ ਵਿੱਚ ਇਕੁਅਲ ਪ੍ਰਾਇੋਰਟੀ ਦਿੱਤੀ ਗਈ ਕਿਹਨੂੰ ਐਗਰੀਕਲਚਰ ਨੂੰ, ਅਲਾਈਡ ਸੈਕਟਰ ਨੂੰ ਅਤੇ ਇੰਡਸਟਰੀਜ਼ ਨੂੰ, ਠੀਕ ਹੈ, ਇਕੁਅਲ ਪ੍ਰਾਇੋਰਟੀ ਹੀ ਦਿੱਤੀ ਗਈ ਸੀਗੀ, ਠੀਕ ਹੈ। 4th 5 ਈਅਰ ਪਲਾਨ ਦੀ ਆਪਾਂ ਗੱਲ ਕਰੀਏ ਬੱਚੇ 1969 ਤੋਂ ਲੈ ਕੇ 74, ਇਹਦੇ ਵਿੱਚ ਬੱਚੇ ਬੇਸਿਕਲੀ ਮੇਨ ਕੀ ਆਉਂਦਾ ਆਪਣੇ ਕੋਲੇ ਕਿ ਆਪਾਂ ਸੋਸ਼ਲਾਈਜ਼ਡ ਹੋਣ ਲੱਗੇ ਸੀਗੇ, ਸੋਸ਼ਲਿਸਟਿਕ ਆਰਡਰ। ਕਿਵੇਂ ਜਿਵੇਂ ਬੈਂਕਾਂ ਦੀ ਨੈਸ਼ਨਲਾਈਜੇਸ਼ਨ ਹੋ ਗਈ ਸੀ, ਠੀਕ ਹੈ। ਪਹਿਲਾਂ ਬੈਂਕ ਪ੍ਰਾਈਵੇਟ ਸੀਗੇ ਬਟ ਫਿਰ ਸਰਕਾਰੀ ਬਣਾ ਦਿੱਤੇ ਸੀ ਆਪਣੇ ਧੱਕੇ ਨਾਲ, ਠੀਕ ਹੈ। 1969 ਦੇ ਵਿੱਚ 14 ਵੱਡੇ ਬੈਂਕ ਜਿਹੜਾ ਆਪਾਂ ਨੈਸ਼ਨਲਾਈਜ਼ ਕਰਤੇ ਸੀਗੇ, ਠੀਕ ਹੈ। ਤਾਂ ਮਤਲਬ ਸੋਸ਼ਲਿਸਟਿਕ ਆਰਡਰ, ਹੁਣ ਆਪਾਂ ਪੜ੍ਹਦੇ ਹੁੰਦੇ ਬੱਚੇ ਸੋਸ਼ਲਿਜ਼ਮ ਕੀ ਹੁੰਦਾ ਬੇਸਿਕਲੀ, ਪੋਲਿਟੀ ਦੇ ਵਿੱਚ ਵੀ ਪੜ੍ਹਦੇ ਹਾਂ, ਇਕਨੋਮੀ ਦੇ ਵਿੱਚ ਵੀ ਪੜ੍ਹਦੇ ਹਾਂ, ਬਟ ਜ਼ਿਆਦਾ ਇੰਪੋਰਟੈਂਟ ਨਹੀਂ ਆਪਣੇ ਵਾਸਤੇ। ਥੋੜ੍ਹਾ ਜਿਹਾ ਬਸ ਇਹੀ ਪਤਾ ਹੋਣਾ ਚਾਹੀਦਾ ਵੀ ਹਾਂ ਸੋਸ਼ਲਿਜ਼ਮ ਦੇ ਵਿੱਚ ਕੀ ਹੁੰਦਾ ਕਿ ਸਾਰੇ ਲੋਕਾਂ ਨੂੰ ਚੀਜ਼ਾਂ ਬਰਾਬਰ ਮਿਲਣ। ਕੈਪੀਟਲਿਸਟ ਦੇ ਵਿੱਚ ਕੀ ਹੁੰਦਾ ਵੀ ਜਿਹੜਾ ਕਰ ਗਿਆ, ਜਿਹੜਾ ਰਹਿ ਗਿਆ, ਜਿਹੜਾ ਕਾਬਿਲ ਹੈ ਉਹ ਲੈ ਜੂਗਾ, ਜਿਹੜਾ ਨਹੀਂ ਕਾਬਿਲ ਉਹ ਰਹਿ ਜੂਗਾ, ਠੀਕ ਹੈ। ਸੋਸ਼ਲਿਜ਼ਮ ਵਿੱਚ ਇਹ ਹੁੰਦਾ ਹੈਗਾ ਵੀ ਕੋਈ ਗੱਲ ਨਹੀਂ, ਕਾਬਿਲ ਨਾ ਕਾਬਿਲ ਤਾਂ ਸਮੇਂ ਦੀਆਂ ਗੱਲਾਂ ਨੇਗੀਆਂ, ਬਟ ਲੋਕਾਂ ਕੋਲ ਜਿਹੜੀਆਂ ਸਹੂਲਤਾਂ ਨੇ ਆਲਮੋਸਟ ਬਰਾਬਰ ਹੋਣ, ਇਹ ਚੀਜ਼ ਸੋਸ਼ਲਿਜ਼ਮ ਕਹਿੰਦੀ ਹੈ, ਠੀਕ ਹੈ। ਇਹੀ ਕਾਰਨ ਸੀ ਕਿ ਜਿਹੜੇ ਬੈਂਕ ਸੀ ਉਹਨਾਂ ਨੂੰ ਆਪਾਂ ਨੇ ਨੈਸ਼ਨਲਾਈਜ਼ ਕਰਤਾ, ਪਹਿਲਾਂ ਪ੍ਰਾਈਵੇਟ ਬੈਂਕ ਸੀ ਫਿਰ ਆਪਾਂ ਨੇ ਉਹਨਾਂ ਨੂੰ ਨੈਸ਼ਨਲਾਈਜ਼ ਕਰਤਾ ਸੀਗਾ, ਠੀਕ ਹੈ। ਤਾਂ ਇਹਦੇ ਪਲਾਨ ਦੇ ਵਿੱਚ ਬੱਚੇ ਗਰੋਥ ਦਾ ਟਾਰਗੇਟ ਹੈਗਾ ਹੀ ਹੈਗਾ ਸੀ, ਗਰੋਥ ਦੇ ਨਾਲ ਸਟੇਬਿਲਿਟੀ ਵੀ ਟਾਰਗੇਟ ਸੀ ਵੀ ਹਾਂਜੀ ਆਪਾਂ ਨੇ ਸੰਤੁਲਨ ਵੀ ਬਣਾਏ ਰੱਖਣਾ ਹੈਗਾ, ਇਕੱਲੀ ਗਰੋਥ ਦੇ ਉੱਪਰ ਧਿਆਨ ਨਹੀਂ ਦੇਣਾ ਹੈਗਾ, ਠੀਕ ਹੈ। ਨੈਕਸਟ ਬੱਚੇ ਹੈਗਾ 5th 5 ਈਅਰ ਪਲਾਨ। ਹੁਣ ਇਹਨਾਂ ਦੀਆਂ ਰੇਟਸ ਵੀ ਇੰਪੋਰਟੈਂਟ ਨੇ ਸਾਰੀਆਂ ਦੀਆਂ, ਤਾਂ ਹੋ ਸਕਦਾ ਰੇਟਸ ਵੀ ਯਾਦ ਕਰ ਲਿਓ ਤੁਸੀਂ, ਠੀਕ ਹੈ। ਤਾਂ 5ਵੇਂ ਪਲਾਨ ਦੇ ਵਿੱਚ ਰਾਜੇ ਅਗੇਨ ਜਿਹੜੀ ਪ੍ਰਾਇੋਰਟੀ ਸੀ ਉਹ ਸੀਗੀ ਐਗਰੀਕਲਚਰ, ਦੈਨ ਉਹ ਤੋਂ ਬਾਅਦ ਵਿੱਚ ਪ੍ਰਾਇੋਰਟੀ ਜਿਹੜੀ ਸੀਗੀ ਉਹ ਇੰਡਸਟਰੀਜ਼ ਦੀ ਸੀਗੀ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਪ੍ਰਾਇੋਰਟੀ ਐਗਰੀਕਲਚਰ ਦੀ, ਸੈਕਿੰਡ ਨੰਬਰ 'ਤੇ ਆਪਣੀ ਇੰਡਸਟਰੀਜ਼ ਨੂੰ ਪ੍ਰਾਇੋਰਟੀ ਦਿੱਤੀ ਗਈ ਸੀ, ਠੀਕ ਹੈ। ਇਹਦੇ ਵਿੱਚ ਬੱਚੇ ਪੋਵਰਟੀ ਇਰੈਡੀਕੇਸ਼ਨ ਨੂੰ ਕਾਫੀ ਫੋਕਸ ਕੀਤਾ ਗਿਆ ਸੀਗਾ, ਪੋਵਰਟੀ ਇਰੈਡੀਕੇਸ਼ਨ ਨੂੰ ਇਹਦੇ ਵਿੱਚ ਕਾਫੀ ਫੋਕਸ ਕੀਤਾ ਗਿਆ ਸੀਗਾ। ਤੁਹਾਨੂੰ ਰਾਜੇ ਇਹ ਵੀ ਪਤਾ ਹੋਏਗਾ ਕਿ 1971 ਵਾਲੇ ਇਲੈਕਸ਼ਨ ਦੇ ਵਿੱਚ, 1971 ਦੇ ਇਲੈਕਸ਼ਨ ਦੇ ਵਿੱਚ ਇੰਦਰਾ ਗਾਂਧੀ ਨੇ ਨਾਅਰਾ ਦਿੱਤਾ ਸੀ ਬੱਚੇ ਗਰੀਬੀ ਹਟਾਓ ਦਾ, ਗਰੀਬੀ ਹਟਾਓ। ਜਿਹੜੀ ਇਹਨਾਂ ਦੀ ਓਪੋਜੀਸ਼ਨ ਸੀਗੀ ਬੱਚੇ, ਉਹਨਾਂ ਨੇ ਨਾਅਰਾ ਦਿੱਤਾ ਸੀਗਾ ਇੰਦਰਾ ਹਟਾਓ, ਠੀਕ ਹੈ, ਓਪੋਜੀਸ਼ਨ ਨੇ। ਅਤੇ ਇੰਦਰਾ ਨੇ ਇਸੇ ਨਾਅਰੇ ਨੂੰ ਤੋੜਦੇ ਹੋਏ ਨਾਅਰਾ ਦਿੱਤਾ ਵੀ ਇੰਦਰਾ ਨਹੀਂ ਗਰੀਬੀ ਹਟਾਓ, ਠੀਕ ਹੈ। ਇਹ ਨਾਅਰੇ ਦਾ, ਇਸ ਸਲੋਗਨ ਦਾ ਇੰਦਰਾ ਗਾਂਧੀ ਨੂੰ ਬਹੁਤ ਫਾਇਦਾ ਹੋਇਆ ਸੀਗਾ, ਠੀਕ ਹੈ, ਇਹ ਵੀ ਚੀਜ਼ ਹੈਗੀ ਹੈ। ਤਾਂ ਜੇ ਹੁਣ ਆਪਾਂ ਕਹਿ ਸਕਦੇ ਵੀ ਇਸ ਤੋਂ ਬਾਅਦ ਜਿਹੜੀ ਪੋਵਰਟੀ ਇਰੈਡੀਕੇਸ਼ਨ ਕਾਫੀ ਮੇਨ ਫੋਕਸ ਸਰਕਾਰ ਦਾ ਬਣ ਗਿਆ ਸੀਗਾ, ਠੀਕ ਹੈ, ਸੋਸ਼ਲ ਜਸਟਿਸ। ਨੈਕਸਟ ਬੱਚੇ ਆਪਾਂ ਕਰਦੇ ਹਾਂ ਰੋਲਿੰਗ ਪਲਾਨ। ਹੁਣ ਤੁਹਾਨੂੰ ਪਤਾ ਹੋਊਗਾ ਬੱਚੇ 75 ਦੇ ਵਿੱਚ ਐਮਰਜੈਂਸੀ ਲੱਗੀ ਸੀਗੀ 1975 ਦੇ ਵਿੱਚ, ਠੀਕ ਹੈ। ਉਦੋਂ ਬਾਅਦ ਜੋ ਸਰਕਾਰ ਬੱਚੇ ਚੇਂਜ ਹੋ ਗਈ ਸੀਗੀ, 78 ਦੇ ਵਿੱਚ ਕੌਣ ਆ ਗਿਆ ਸੀ ਬੱਚੇ, ਆਪਣਾ JP ਗਵਰਨਮੈਂਟ ਆ ਗਈ ਸੀਗੀ, JP ਸਰਕਾਰ ਆ ਗਈ ਸੀ, ਜਾਂ ਫਿਰ ਆਪਣੇ ਜਨਤਾ ਪਾਰਟੀ ਦੀ ਗਵਰਨਮੈਂਟ ਆ ਗਈ ਸੀਗੀ। ਹੁਣ ਬੱਚੇ ਇਹਦਾ ਟਾਈਮ ਪੀਰੀਅਡ ਕਿੰਨਾ ਸੀਗਾ 89 ਤੱਕ, 79 ਤੱਕ, ਬਟ 78 ਦੇ ਵਿੱਚ ਗਵਰਨਮੈਂਟ ਚੇਂਜ ਹੋ ਗਈ। ਤਾਂ ਇਹਨਾਂ ਨੇ ਕੀ ਕੀਤਾ, ਜਨਤਾ ਗਵਰਨਮੈਂਟ ਨੇ ਇਹਨਾਂ ਨੇ 5th 5 ਈਅਰ ਪਲਾਨ ਜਿਹੜਾ ਚੱਲ ਰਿਹਾ ਸੀ ਉਦੋਂ ਆਲਰੇਡੀ ਉਹਨੂੰ ਟਰਮੀਨੇਟ ਕਰਤਾ 78 ਦੇ ਵਿੱਚ ਹੀ। ਜਦੋਂ ਹੀ ਸਰਕਾਰ ਦੇ ਵਿੱਚ ਆਏ ਉਦੋਂ ਹੀ ਇਹਨੂੰ ਖਤਮ ਕਰਤਾ ਵੀ 79 ਤੱਕ ਅਸੀਂ ਇਹਨੂੰ ਨਹੀਂ ਚਲਾਉਂਦੇ ਹੈਗੇ, ਠੀਕ ਹੈ। ਵੈਸੇ ਤਾਂ ਕਿਹਦੇ 'ਚ 79 ਤੱਕ ਚੱਲਣਾ ਸੀਗਾ, ਬਟ ਜਨਤਾ ਪਾਰਟੀ ਨੇ ਇੱਥੇ ਹੀ ਖਤਮ ਕਰਤਾ ਵੀ ਬਸ ਬਹੁਤ ਹੋ ਗਿਆ, ਠੀਕ ਹੈ, ਚਲੋ। ਔਰ ਹੁਣ ਕੀ ਕੀਤਾ ਜਨਤਾ ਪਾਰਟੀ ਨੇ, 2 ਰੋਲਿੰਗ ਪਲਾਨ ਸਟਾਰਟ ਕੀਤੇ। ਰੋਲਿੰਗ ਪਲਾਨ ਪਹਿਲਾਂ ਸਮਝਦੇ ਕੀ ਹੁੰਦਾ, ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਬੱਚੇ ਕਿ ਇਕਨੋਮਿਕ ਪਲੈਨਿੰਗ ਦੇ ਵਿੱਚ ਬੜੀ ਰਿਜਿਡਿਟੀ ਹੁੰਦੀ ਹੈ, ਬੜੀ ਸਟਬਨਨੈਸ ਹੁੰਦੀ ਹੈ, ਵੀ ਉਹਨੂੰ ਚੇਂਜ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈਗਾ, ਠੀਕ ਹੈ। ਸਾਰੇ ਬੜੇ ਸਟ੍ਰਿਕਟ ਰਹਿੰਦੇ ਨੇ ਵੀ ਆਪਾਂ ਉਹੀ ਕਰਨਾ ਬਸ। ਰੋਲਿੰਗ ਪਲਾਨ ਦੇ ਵਿੱਚ ਥੋੜ੍ਹੀ ਫਲੈਕਸੀਬਿਲਿਟੀ ਹੁੰਦੀ ਹੈ ਵੀ ਨਹੀਂ ਆਪਾਂ ਇੱਦਾਂ ਨਹੀਂ, ਆਪਾਂ ਸਮੇਂ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹਦੇ ਅਕੋਰਡਿੰਗ ਆਪਾਂ ਮੈਲਟ ਹੋ ਜਾਵਾਂਗੇ, ਫਲੈਕਸੀਬਲ ਹੋ ਜਾਵਾਂਗੇ, ਠੀਕ ਹੈ। ਕੋਈ ਥੋੜ੍ਹਾ ਬਹੁਤ ਚੇਂਜ ਕਰਨਾ ਆਪਾਂ ਕਰ ਲਾਂਗੇ, ਤਾਂ ਇਹਨੂੰ ਆਪਾਂ ਕਹਿੰਦੇ ਹਾਂ ਬੱਚੇ ਰੋਲਿੰਗ ਪਲਾਨ। ਤਾਂ ਜਨਤਾ ਗਵਰਨਮੈਂਟ ਨੇ 5 ਈਅਰ ਪਲਾਨ ਨੂੰ ਡਿਸਕੰਟੀਨਿਊ ਕਰਕੇ 2 ਰੋਲਿੰਗ ਪਲਾਨ ਲੈ ਕੇ ਆਉਂਦੇ 78 ਤੋਂ ਲੈ ਕੇ 1980, ਠੀਕ ਹੈ, ਰੋਲਿੰਗ ਪਲਾਨ। ਔਰ ਇਸ ਤੋਂ ਬਾਅਦ ਪ੍ਰਪੋਜ਼ ਕੀਤਾ ਇੱਕ 6ਵਾਂ ਪਲਾਨ ਜਿਹੜਾ ਕਿ 80 ਤੋਂ 85 ਤੱਕ ਹੋਣਾ ਸੀ, ਬਟ ਇੰਨੀ ਲੰਬੀ ਤੱਕ ਸਰਕਾਰ ਆਪ ਹੀ ਨਹੀਂ ਚੱਲ ਪਾਈ ਹੈਗੀ, ਠੀਕ ਹੈ। ਤਾਂ ਇਹਨਾਂ ਨੇ ਪ੍ਰਪੋਜ਼ ਕੀ ਕੀਤਾ ਸੀ 6ਵਾਂ ਪਲਾਨ ਜਿਹੜਾ ਕਿ 80 ਤੋਂ 85 ਸੀ, ਬਟ ਦੇਖਦੇ ਆਪਾਂ ਕੀ ਹੁੰਦਾ ਉਹਦੇ ਨਾਲ, ਠੀਕ ਹੈ ਜੀ। ਤਾਂ 6ਵਾਂ ਪਲਾਨ 80 ਤੋਂ 85 ਹੋ ਗਿਆ ਜੀ, ਠੀਕ ਹੈ। 7ਵਾਂ ਪਲਾਨ ਆਪਾਂ ਦੇਖਦੇ ਹਾਂ 85 ਤੋਂ ਲੈ ਕੇ 1990। ਹੁਣ ਤੁਸੀਂ ਧਿਆਨ ਦੇਣਾ ਬੱਚੇ, ਹੁਣ ਰਾਜੀਵ ਗਾਂਧੀ ਆ ਚੁੱਕੇ ਆ, 84 ਦੇ ਵਿੱਚ ਅਸੈਸੀਨੇਸ਼ਨ ਹੋ ਗਈ ਇੰਦਰਾ ਗਾਂਧੀ ਦੀ, ਹੁਣ ਰਾਜੀਵ ਗਾਂਧੀ ਆ ਗਿਆ। ਤਾਂ ਮਤਲਬ ਇੱਕ ਨਵੀਂ ਲੀਜ਼ ਮਿਲੀ ਹੈ ਸਰਕਾਰ ਨੂੰ, ਇੱਕ ਨਵਾਂ ਇੱਕ ਫੇਸ ਮਿਲਿਆ, ਨਵਾਂ ਇੱਕ ਗਰੋਥ ਮਿਲੀ ਹੈ, ਇੱਕ ਨਵੀਂ ਐਨਰਜੀ ਆਈ ਹੈ ਸਰਕਾਰ ਦੇ ਵਿੱਚ। ਹੁਣ ਦੇਖਦੇ ਕੀ ਹੋਇਆ ਇਸ ਐਨਰਜੀ ਨਾਲ। ਤਾਂ ਬੱਚੇ ਦਿਸ ਵਾਜ਼ ਦ ਬਿਗਨਿੰਗ ਆਫ ਲਿਬਰਲਾਈਜੇਸ਼ਨ। ਜਿਹੜੀ ਅਸੀਂ ਲਿਬਰਲਾਈਜੇਸ਼ਨ ਬੱਚੇ ਪੜ੍ਹਦੇ ਹਾਂ 1990 ਦੇ ਦਸ਼ਕ ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਜਿਹੜੇ LPG ਰਿਫੋਰਮ ਸੀ ਉਹ 1990 ਤੋਂ ਬਾਅਦ ਆਏ ਨੇਗੇ, ਠੀਕ ਹੈ, ਪੜ੍ਹਦੇ ਆਪਾਂ। ਬਟ ਇਹ ਇਮੀਡੀਏਟ ਨਹੀਂ ਸੀਗੇ, ਇਹਦੀ ਜਿਹੜੀ ਫਾਊਂਡੇਸ਼ਨ ਸੀ ਆਪਾਂ 1980 ਤੋਂ ਬਾਅਦ ਹੀ ਰੱਖਣ ਲੱਗੇ ਸੀਗੇ, ਬੇਸਿਕਲੀ 1985 ਤੋਂ ਬਾਅਦ ਰਾਜੀਵ ਗਾਂਧੀ ਦੇ ਆਉਣ ਤੋਂ ਬਾਅਦ। ਤਾਂ ਦਿਸ ਵਾਜ਼ ਦ ਬਿਗਨਿੰਗ ਆਫ ਲਿਬਰਲਾਈਜੇਸ਼ਨ। ਇਸ ਪੀਰੀਅਡ ਦੇ ਵਿੱਚ ਅਸੀਂ
ਮਾਡਰਨਾਈਜੇਸ਼ਨ ਨੂੰ ਕਾਫੀ ਪ੍ਰਮੋਟ ਕੀਤਾ, ਠੀਕ ਹੈ। ਇੰਟਰਨੈਟ ਨੂੰ ਸੋਰੀ ਮਤਲਬ ਜਿਹੜੀਆਂ ਇਹੋ ਜਿਹੀਆਂ ਫੈਸਿਲਿਟੀਜ਼ ਨੇਗੀਆਂ, ਟੈਕਨੋਲੋਜੀ ਨੂੰ ਕਾਫੀ ਪ੍ਰਮੋਟ ਕੀਤਾ, ਠੀਕ ਹੈ। ਮਾਰੂਤੀ ਸੁਜ਼ੂਕੀ ਇਸੇ ਟਾਈਮ ਦੇ ਵਿੱਚ ਆਈ ਆਪਣੇ ਕੋਲੇ, ਠੀਕ ਹੈ। ਗਰੋਥ ਨੂੰ, ਮਾਡਰਨਾਈਜੇਸ਼ਨ ਨੂੰ, ਸੈਲਫ ਰਿਲਾਇੰਸ ਨੂੰ ਪ੍ਰਮੋਟ ਕੀਤਾ। ਪਹਿਲੀ ਵਾਰੀ ਇਹ ਹੋਇਆ ਬੱਚੇ ਕਿ ਪ੍ਰਾਈਵੇਟ ਸੈਕਟਰ ਨੂੰ ਪ੍ਰਾਇੋਰਟੀ ਦਿੱਤੀ ਗਈ ਓਵਰ ਪਬਲਿਕ ਸੈਕਟਰ, ਠੀਕ ਹੈ। ਸਰਕਾਰੀ ਸੈਕਟਰ ਤੋਂ ਜ਼ਿਆਦਾ ਪ੍ਰਾਈਵੇਟ ਸੈਕਟਰ ਨੂੰ ਪ੍ਰਮੋਟ ਕੀਤਾ ਗਿਆ ਇਸੇ ਪਲਾਨ ਦੇ ਵਿੱਚ, 7th 5-year ਪਲਾਨ ਦੇ ਵਿੱਚ। ਕਾਫੀ ਇੰਪੋਰਟੈਂਟ ਪਲਾਨ ਹੈ ਇਹ, ਠੀਕ ਹੈ। ਹੁਣ ਬੱਚੇ ਇਸ ਤੋਂ ਬਾਅਦ ਚੋਂ 1990s ਦੇ ਵਿੱਚ ਤੁਹਾਨੂੰ ਪਤਾ ਹੈ ਰਾਜੀਵ ਗਾਂਧੀ ਅਸੈਸੀਨੇਸ਼ਨ ਵੀ ਹੋ ਗਈ ਸੀਗੀ, ਠੀਕ ਹੈ। ਇਹਨਾਂ ਦੀ ਵੀ ਡੈਥ ਹੋ ਗਈ ਸੀ। ਤਾਂ ਅਗੇਨ ਸਰਕਾਰਾਂ ਆਉਂਦੀਆਂ ਰਹੀਆਂ, ਜਾਂਦੀਆਂ ਰਹੀਆਂ, ਬਹੁਤ ਵਾਰੀ ਚੇਂਜ ਹੋਈਆਂ, ਠੀਕ ਹੈ। ਅਤੇ ਸਟੈਬਿਲਿਟੀ ਨਹੀਂ ਰਹੀ ਸੀਗੀ, ਠੀਕ ਹੈ। ਪੋਲੀਟੀਕਲ ਸਿਚੁਏਸ਼ਨ ਸੈਂਟਰ ਜਿਹੜੀ ਸੀ ਬੜੀ ਵੋਲਾਟਾਈਲ ਸੀਗੀ, ਬੜੀ ਅਨਸਟੇਬਲ ਸੀਗੀ। ਤਾਂ ਇਸੇ ਕਰਕੇ 5-year ਪਲਾਨ ਦਾ ਅਗੇਨ ਕੋਈ ਸਕੋਪ ਨਹੀਂ ਸੀਗਾ। ਅਤੇ ਆਪਣੇ 2 ਐਨੂਅਲ ਪਲਾਨ ਲੈ ਕੇ ਆਉਂਦੇ, ਕਿਹੜੇ 91 ਅਤੇ 92 ਵਾਲਾ, ਠੀਕ ਹੈ। 2 ਐਨੂਅਲ ਪਲਾਨਸ, ਇਹਨੂੰ ਵੀ ਆਪਾਂ ਪਲਾਨ ਹੌਲੀਡੇ ਕਹਿ ਸਕਦੇ ਆਪਾਂ ਇੱਕ ਤਰ੍ਹਾਂ ਦੀ, ਠੀਕ ਹੈ। ਨੈਕਸਟ ਬੱਚੇ ਆਉਂਦਾ ਆਪਣੇ ਕੋਲੇ 8th 5-year ਪਲਾਨ, ਬਹੁਤ ਇੰਪੋਰਟੈਂਟ ਹੈਗਾ, ਠੀਕ ਹੈ। 8th 5-year ਪਲਾਨ 1992 ਤੋਂ 97, ਕਿਉਂਕਿ ਇੱਥੇ ਆਪਾਂ ਹੁਣ LPG ਰਿਫੋਰਮ ਲੈ ਕੇ ਆਏ। ਹੁਣ ਇੱਕ ਬਿਲਕੁਲ ਹੀ ਡਿਫਰੈਂਟ ਇੰਡੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ, ਜਿਹੜਾ ਕਿ ਫੋਕਸ 8th 5-year ਪਲਾਨ ਦਾ ਸਭ ਤੋਂ ਵੱਧ ਫੋਕਸ ਹੈਗਾ ਬੱਚੇ ਹਿਊਮਨ ਰਿਸੋਰਸ 'ਤੇ, ਠੀਕ ਹੈ। ਹੁਣ ਸਾਡੇ ਦੇਸ਼ ਦੇ ਵਿੱਚ ਇਨਵੈਸਟਮੈਂਟਸ ਆ ਰਹੀਆਂ ਨੇਗੀਆਂ, ਪੈਸਾ ਆ ਰਿਹਾ ਬਾਹਰੋਂ, ਅਸੀਂ ਮਾਡਰਨਾਈਜ਼ ਹੋ ਰਹੇ ਹਾਂ, ਟੈਕਨੋਲੋਜੀ ਆ ਰਹੀ ਹੈ। ਹੁਣ ਅਸੀਂ ਆਪਣੇ ਹਿਊਮਨ ਰਿਸੋਰਸ 'ਤੇ ਕੰਮ ਕਰਨਾ ਹੈ ਵੀ ਆਪਾਂ, ਤਾਂ ਕਿ ਸਕਿੱਲਫੁਲ ਬਣ ਸਕੀਏ, ਤਾਂ ਕਿ ਜਿਹੜੀਆਂ ਬਾਹਰੋਂ ਕੰਪਨੀਜ਼ ਆ ਰਹੀਆਂ ਨੇ ਉਹਨਾਂ ਦੇ ਜਿਹੜੇ ਸਕਿੱਲ ਸੈਟ ਰਿਕੁਆਇਰਡ ਨੇਗੇ, ਉਹਨਾਂ ਦੀ ਜਿਹੜੀ ਸਕਿੱਲ ਭਾਲਦੇ ਨੇ ਆਪਣੇ ਲੋਕਾਂ ਦੇ ਵਿੱਚ, ਉਹ ਆਪਾਂ ਉਹ ਸਕਿੱਲ ਐਟਲੀਸਟ ਬਣਾ ਪਾਈਏ, ਤਾਂ ਕਿ ਆਪਾਂ ਨੂੰ ਜੋਬਸ ਮਿਲ ਸਕਣ, ਠੀਕ ਹੈ। ਐਮਪਲੋਇਮੈਂਟ, ਐਜੂਕੇਸ਼ਨ, ਪਬਲਿਕ ਹੈਲਥ, ਇਹਨਾਂ ਚੀਜ਼ਾਂ 'ਤੇ ਆਪਣੇ ਬਹੁਤ ਧਿਆਨ ਦਿੱਤਾ ਇਸ ਪਲਾਨ ਦੇ ਵਿੱਚ, ਠੀਕ ਹੈ। ਕਿਉਂਕਿ ਨਿਊ ਇਕਨੋਮਿਕ ਪੋਲਿਸੀ ਵਾਸ ਇੰਟਰੋਡਿਊਸਡ ਇਨ ਦਿਸ ਪਲਾਨ, ਠੀਕ ਹੈ। ਨਿਊ ਇਕਨੋਮਿਕ ਪੋਲਿਸੀ ਕਿਹੜੀ ਬੱਚੇ? ਆਹੀ LPG ਰਿਫੋਰਮਸ। ਚਲੋ 9ਵੇਂ ਪਲਾਨ ਦੇ ਵਿੱਚ ਬੱਚੇ ਹੁਣ ਇਹ ਜਿਹੜੇ ਡਬਲ ਕੋਡ ਦੇ ਵਿੱਚ ਮੈंने ਦਿੱਤੇ ਨੇਗੇ, ਕੋਰਸ ਦਿੱਤੇ ਨੇ, ਇਹ ਐਜ਼ ਇਟ ਇਜ਼ ਯਾਦ ਕਰਨੇ ਨੇ, ਕਿਉਂਕਿ ਪੇਪਰ ਦੇ ਵਿੱਚ ਇਹੀ ਪੁੱਛਿਆ ਜਾਂਦਾ ਹੈ ਕਿ ਕਿਹੜਾ ਏਮ ਸੀ, ਕਿਹੜਾ ਮੋਟੋ ਸੀ, ਕਿਹੜੇ ਪਲਾਨ ਦਾ। ਤਾਂ 9th ਈਅਰ ਪਲਾਨ ਦੇ ਵਿੱਚ, 9th 5-year ਪਲਾਨ ਦੇ ਵਿੱਚ ਬੱਚੇ ਆਪਣੇ ਕੀ ਫੋਕਸ ਕੀਤਾ? ਗਰੋਥ ਵਿਦ ਸੋਸ਼ਲ ਜਸਟਿਸ ਐਂਡ ਇਕੁਇਟੀ, ਠੀਕ ਹੈ। ਤੁਸੀਂ ਐਜ਼ ਇਟ ਇਜ਼ ਯਾਦ ਕਰਨਾ ਇਹ। ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਦੋਨੋਂ ਪਲਾਨ ਨੇ, ਇਹਨਾਂ ਦੋਨਾਂ ਦੇ ਮੋਟੋ ਤਾਂ ਤੁਹਾਨੂੰ ਯਾਦ ਹੋਣੇ ਚਾਹੀਦੇ ਨੇਗੇ, ਠੀਕ ਹੈ। 10th 5-year ਪਲਾਨ ਦੇ ਵਿੱਚ ਬੱਚੇ ਆਪਾਂ ਨੇ ਕੀ ਟਾਰਗੇਟ ਕੀਤਾ ਕਿ ਡਬਲ ਕਰਨਾ ਪਰ ਕੈਪੀਟਾ ਇਨਕਮ ਨੂੰ ਅਗਲੇ 10 ਸਾਲਾਂ ਦੇ ਵਿੱਚ। ਦੇਖੋ ਉਰੇ ਕੌਣ ਸੀਗਾ? ਵਾਜਪਾਈ ਸਰਕਾਰ ਸੀਗੀ। ਵਾਜਪਾਈ ਸਰਕਾਰ ਸੀ ਬੱਚੇ, ਤਾਂ ਕੁਝ ਚੇਂਜ ਲੈ ਕੇ ਆਈ ਸੀ, ਮਤਲਬ ਚੇਂਜ ਭਾਲਦੇ ਸੀ। ਜਿਵੇਂ ਹੁਣ 2014 ਤੋਂ ਬਾਅਦ ਮੋਦੀ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਸੀਗੀਆਂ ਵੀ ਹਾਂ ਹੁਣ ਕੁਝ ਬਦਲਿਆ ਦੇਸ਼ ਦੇ ਵਿੱਚ, ਠੀਕ ਹੈ। ਉਮੀਦਾਂ ਹੀ ਸੀ, ਮਤਲਬ ਉਮੀਦਾਂ ਹੀ ਰਹਿ ਗਈਆਂ। ਅਤੇ ਹੁਣ ਉਸੇ ਤਰ੍ਹਾਂ ਵਾਜਪਾਈ ਸਰਕਾਰ ਵੇਲੇ ਇੱਕ ਸ਼ਾਈਨਿੰਗ ਇੰਡੀਆ ਦਾ ਨਾਅਰਾ, ਜਿਵੇਂ ਆਪਣਾ ਮੋਦੀ ਸਾਹਿਬ ਨੇ ਕੀ ਦਿੱਤਾ, ਨਿਊ ਇੰਡੀਆ ਦਾ ਨਾਅਰਾ ਦਿੱਤਾ ਹੈ, ਨਵਾਂ ਭਾਰਤ, ਨया ਭਾਰਤ। ਉਦੋਂ ਵਾਜਪਾਈ ਸਾਹਿਬ ਨੇ ਨਾਅਰਾ ਦਿੱਤਾ ਸੀ ਸ਼ਾਈਨਿੰਗ ਇੰਡੀਆ। ਉਹ ਵੀ ਸ਼ਾਈਨਿੰਗ ਇੰਡੀਆ ਬਹੁਤ ਪ੍ਰਮੋਟ ਕੀਤਾ ਗਿਆ ਸੀ ਉਸ ਟਾਈਮ 'ਤੇ, ਠੀਕ ਹੈ। ਤਾਂ ਉਹਨਾਂ ਦੀ ਇੱਕ ਏਮ ਇਹ ਸੀਗਾ ਕਿ ਅਗਲੇ 10 ਸਾਲਾਂ ਦੇ ਵਿੱਚ ਆਪਾਂ ਜਿਹੜੀ ਪਰ ਕੈਪੀਟਾ ਇਨਕਮ ਹੈ ਉਹਨੂੰ ਡਬਲ ਕਰਨਾ ਹੈ, ਠੀਕ ਹੈ। ਤਾਂ ਇੱਕ ਨਵੀਂ ਐਸਪੀਰੇਸ਼ਨ ਸੀ, ਮਤਲਬ ਇਹ ਵੱਡੀ ਐਸਪੀਰੇਸ਼ਨ ਸੀਗੀ। ਤਾਂ ਹੁਣ ਇਹ ਦੋਨੋਂ ਇੰਪੋਰਟੈਂਟ ਨੇ ਬੱਚੇ। 11th 5-year ਪਲਾਨ ਜਿਹੜਾ ਕਿ 2007 ਤੋਂ 12 ਸੀਗਾ, ਇਹਦਾ ਜਿਹੜਾ ਗੋਲ ਸੀ ਬੱਚੇ ਉਹ ਸੀ ਫਾਸਟਰ ਐਂਡ ਮੋਰ ਇਨਕਲੂਸਿਵ ਗਰੋਥ। ਬਹੁਤ ਇੰਪੋਰਟੈਂਟ ਹੈ ਬੱਚੇ, ਐਜ਼ ਇਟ ਇਜ਼ ਪੇਪਰ ਦੇ ਵਿੱਚ ਆਉਂਦਾ ਹੁੰਦਾ ਹੈ। 12ਵੇਂ ਪਲਾਨ ਦੀ ਜਿਹੜਾ ਕਿ ਲਾਸਟ ਪਲਾਨ ਸੀ ਬੱਚੇ, ਉਹਦੇ ਵਿੱਚ ਕੀ ਸੀਗਾ? ਫਾਸਟਰ, ਸਸਟੇਨੇਬਲ ਐਂਡ ਮੋਰ ਇਨਕਲੂਸਿਵ ਗਰੋਥ। ਮਤਲਬ ਜਿਹੜੀ ਗਰੋਥ ਆਪਣੀ ਉਹ ਸਸਟੇਨੇਬਲ ਹੋਣੀ ਚਾਹੀਦੀ ਹੈ। ਇੱਦਾਂ ਨਹੀਂ ਹੈਗਾ ਵੀ ਜੰਗਲ ਕੱਟ ਤੁਸੀਂ ਗਰੋਥ ਕਰੋ, ਨਹੀਂ, ਉੱਦਾਂ ਨਹੀਂ। ਆਪਣੀ ਗਰੋਥ ਸਸਟੇਨੇਬਲ ਹੋਣੀ ਚਾਹੀਦੀ ਹੈਗੀ, ਠੀਕ ਹੈ। ਇੰਕਲੂਸਿਵ ਵੀ ਹੋਣੀ ਚਾਹੀਦੀ ਅਤੇ ਸਸਟੇਨੇਬਲ ਵੀ। ਜਿਹੜਾ ਸਸਟੇਨੇਬਲ ਵਰਡ ਆਪਾਂ ਨੇ ਉਹ 12ਵੇਂ ਪਲਾਨ ਦੇ ਵਿੱਚ ਐਡ ਕੀਤਾ ਹੈਗਾ, ਠੀਕ ਹੈ ਬੱਚੇ। ਇਹ ਚੀਜ਼ ਯਾਦ ਹੋਣੀ ਚਾਹੀਦੀ ਹੈ। ਚਲੋ ਬੱਚੇ, ਇਹ ਆਪਣਾ ਸਾਰਾ ਸੀ GDP ਵਾਲਾ ਪੋਰਸ਼ਨ, ਠੀਕ ਹੈ। ਨੈਕਸਟ ਪੋਰਸ਼ਨ ਦੇ ਵਿੱਚ ਆਪਣਾ ਹੁਣ ਦੇਖੋ ਆਪਣੇ ਇਕਨੋਮਿਕ ਪਲੈਨਿੰਗ ਸਟਾਰਟ ਵੀ ਕਰ ਲਈ। ਹੁਣ ਪਲੈਨਿੰਗ ਵਾਲਾ ਪੋਰਸ਼ਨ ਤਾਂ ਖਤਮ ਹੋ ਗਿਆ। ਪਲੈਨਿੰਗ ਕਮਿਸ਼ਨ ਖਤਮ ਕਰਕੇ ਆਪਾਂ ਨੇ ਕੀ ਸਟਾਰਟ ਕੀਤਾ ਬੱਚੇ? ਹੁਣ ਨੀਤੀ ਆਯੋਗ ਲੈ ਕੇ ਆਇਆ ਨੈਕਸਟ ਚੈਪਟਰ ਦੇ ਵਿੱਚ ਬੱਚੇ। ਨੈਕਸਟ ਵੀਡੀਓ ਦੇ ਵਿੱਚ ਆਪਾਂ ਨੀਤੀ ਆਯੋਗ ਹੀ ਡਿਸਕਸ ਕਰਾਂਗੇ। ਚਲੋ ਬੱਚੇ, ਫਿਰ ਮਿਲਦੇ ਹਾਂ ਨੈਕਸਟ ਟਾਈਮ। ਟੇਕ ਕੇਅਰ।